13,80,000 ਦੀ ਇਹਦੇ ਅਕਾਊਂਟ 'ਚ ਐਂਟਰੀ ਗਈ ਹੈ, ਠੀਕ ਹੈ। ਇਹਦੇ ਪੇਰੈਂਟਸ ਵੀ ਨਾਲ ਇਨਵੋਲਵ ਨੇ ਉਸ ਫਰਾਡ ਦੇ ਵਿੱਚ। ਇਹਦੇ ਪੇਰੈਂਟਸ ਦਾ ਪਾਸਪੋਰਟ ਬਣ ਗਿਆ ਬੇਅੰਤ ਤੇ, ਠੀਕ ਹੈ। ਆਪਣੇ ਪੇਰੈਂਟਸ ਦਾ ਪਾਸਪੋਰਟ ਵੀ ਬਣਵਾ ਲਿਆ ਨੇ, ਆਪਣਾ USA ਦਾ ਵੀਜ਼ਾ ਵੀ ਲਵਾ ਲਿਆ ਨੇ, ਆਪਣੀ PR ਦੀ ਫਾਈਲ ਦੀ ਤਿਆਰੀ ਵੀ ਕਰ ਲਈ, ਆਪਣੇ ਲਈ ਸਭ ਕੁਝ ਕਰ ਰਹੀ ਹੈ। ਲੇਕਿਨ ਲਾਡੀ ਲਈ ਇੱਕ ਵੀ ਕਾਗਜ਼ ਨਹੀਂ ਭੇਜਿਆ ਵੀ ਆਲਾ ਭਾਈ ਤੂੰ ਮੇਰਾ ਹਸਬੈਂਡ ਹੈ, ਆ ਚੱਕ ਮੈਂ ਤੇਰੀ ਫਾਈਲ ਆ ਵੀ ਐਪਲੀਕੇਸ਼ਨ ਜਾਂ ਮੈਂ ਪੇਪਰ ਦੀ ਤਿਆਰੀ ਕਰ ਰਹੀ ਹਾਂ ਆ ਲੈ। ਜਦ ਪੇਰੈਂਟਸ ਦਾ ਪਾਸਪੋਰਟ ਬਣਾਉਂਦੀ ਲਿਖਾਦਾ ਵੀ ਚੱਲ ਲਾਡੀ ਦੇ ਵੀ ਤੁਸੀਂ ਮੇਰੇ ਮੰਮੀ ਪਾਪਾ ਹੋ, ਸੱਸ ਸਹੁਰਾ, ਤੁਸੀਂ ਮੈਨੂੰ ਇੱਥੇ ਭੇਜਿਆ, ਮੈਂ ਬਹੁਤ ਅਹਿਸਾਨ ਮੰਨਦਾ, ਕੋਈ ਤੁਸੀਂ ਆਪਣਾ ਵੀ ਪਾਸਪੋਰਟ ਬਣਾਓ। ਬੇਅੰਤ ਕੌਰ ਨੇ ਆਪਣੇ ਮੰਮੀ ਡੈਡੀ ਨੂੰ ਕਹਿਤਾ ਵੀ ਪਾਸਪੋਰਟ ਤੁਸੀਂ ਬਣਵਾ ਲਓ ਆਪਣਾ ਫਟਾਫਟ। ਰਬਦੀਪ ਸਿੰਘ ਨੂੰ ਮੇਰਾ ਸਵਾਲ ਹੈ ਕਿ ਉਹ ਵਿਆਹ ਕਰਾਊਗਾ ਉਹਦੇ ਨਾਲ, ਬੇਅੰਤ ਨਾਲ ਰਿਸਕ ਲਊਗਾ ਵੀ 5 ਸਾਲ ਦਾ ਉਹ ਤੇ ਵੀ ਬੈਨ ਲਾ ਜਾਵੇ, ਉਹਨੂੰ ਵੀ ਰਿਮੂਵਲ ਆਰਡਰ ਮਿਲਣਾ, ਕਿ ਇੰਡੀਆ ਆ ਕੇ ਫਿਰ ਇਹਦੇ ਨਾਲ ਰਹੂਗਾ ਜਿਹੜਾ ਪਿਆਰ ਇਲੂ ਚੱਲਦਾ ਸੀ ਜੋ ਵੀ ਹੈ। ਉਸਨੇ ਆਪਣਾ ਜਿਹੜਾ ਰਜਿਸਟਰ ਕੀਤਾ ਹੋਇਆ ਕਿ ਮੈਂ ਮੈਰਿਡ ਹਾਂ ਉਹ ਪ੍ਰੂਫ ਭੇਜਿਆ, ਤੁਹਾਨੂੰ ਦਿਖਾ ਵੀ ਦਿੰਦੇ ਸਕਰੀਨ ਦੇ ਉੱਤੇ, ਦਰਸ਼ਕ ਦੇਖਣਗੇ ਕਿ ਉਹ ਪ੍ਰੂਫ ਕਿਸ ਹੱਦ ਤੱਕ ਸਹੀ ਕਿਸ ਹੱਦ ਤੱਕ ਗਲਤ ਹੈ। ਤੁਸੀਂ ਗੂਗਲ ਤੇ ਜਾਓ, ਵੈਬਸਾਈਟ ਤੋਂ ਡਾਊਨਲੋਡ ਕਰ ਲਓ, ਠੀਕ ਹੈ। ਸਾਰਿਆਂ ਲਈ ਫ੍ਰੀ ਹੈ ਫਾਰਮ, ਉਹਨੂੰ ਸੇਵ ਕਰਕੇ ਤੁਸੀਂ ਇਨਫੋਰਮੇਸ਼ਨ ਜਿਹਦੀ ਮਰਜ਼ੀ ਭਰ ਦਿਓ, ਜਿਹਨੂੰ ਮਰਜ਼ੀ ਵਾਈਫ ਲਿਖ ਦਿਓ, ਆਪਣਾ ਸਪਾਊਸ ਜੋ ਮਰਜ਼ੀ ਲਿਖ ਦਿਓ, ਉਹ ਕੋਈ ਲੈਜੀਟੀਮੇਟ ਫਾਰਮ ਨਹੀਂ ਮੈਂ ਮੰਨਦਾ। ਜਦ ਤੱਕ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਕੋਈ ਕਨਫਰਮ ਸਾਡੇ ਕੋਲ ਡਾਕੂਮੈਂਟ ਨਹੀਂ ਆਉਂਦਾ, ਇਹ ਫਾਰਮ ਤਾਂ ਆਪਾਂ ਕੋਈ ਵੀ ਭਰ ਸਕਦੇ ਹਾਂ। ਉਹਨੇ ਕਹਿੰਦੀ ਜੀ ਲੋਕਡਾਊਨ ਸੀਗਾ ਵੀ ਮੇਰਾ ਇਹਦਾ ਵਰਕ ਪਰਮਿਟ ਪਿਛਲੇ ਸਾਲ ਅਗਸਤ 'ਚ ਲੱਗਿਆ ਤੇ ਲੋਕਡਾਊਨ 'ਚ ਇਹਦਾ ਵਰਕ ਪਰਮਿਟ ਲੱਗ ਗਿਆ, ਪਰ ਲਾਡੀ ਲਈ ਕਾਗਜ਼ ਨਹੀਂ ਸੀਗਾ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਇਨਵੈਸਟੀਗੇਸ਼ਨ ਕੀਤੀ ਹੈ ਮੈਂ। ਬੇਅੰਤ ਕਹਿੰਦੀ ਕਿ ਮੈਨੂੰ ਲਾਡੀ ਆਈਫੋਨ ਨੂੰ ਤੰਗ ਕਰਦਾ ਸੀਗਾ ਕਿ $400 ਕਮਾਉਣੇ ਬਹੁਤ ਕੈਨੇਡਾ ਦੇ ਵਿੱਚ ਔਖੇ ਨੇ ਤੇ ਬਹੁਤ ਉਹਨੇ ਕਿਹਾ ਕਿ ਮੈਨੂੰ ਚਾਹੀਦਾ ਹੀ ਚਾਹੀਦਾ ਹੈ, ਮੈਂ ਲੋਕਾਂ ਨੂੰ ਦਿਖਾਉਣਾ ਹੈ ਫੋਨ। ਉਹ ਇੰਟਰਵਿਊਜ਼ ਦੇ ਵਿੱਚ ਵੀ ਕਹਿ ਰਹੀ ਹੈ। ਤਾਂ ਮੈਂ ਉਹਨੂੰ ਇਹ ਸਵਾਲ ਪੁੱਛਿਆ ਕਿ ਤੂੰ ਸਭ ਤੋਂ ਪਹਿਲਾਂ ਕੈਨੇਡਾ ਜਾ ਕੇ ਤੂੰ ਆਈਫੋਨ ਲਿਆ? ਜੇ ਉਹ ਮੰਗਦਾ ਵੀ ਸੀ, ਮੰਨ ਲਓ ਆਈਫੋਨ, ਉਹ ਤੇਰਾ ਹਸਬੈਂਡ ਹੈ, ਉਹਨੇ 20-25 ਲੱਖ ਰੁਪਏ ਤੇਰੇ ਤੇ ਲਾਇਆ, ਜੇ 20-25 ਲੱਖ ਲਾ ਸਕਦਾ ਤੇਰੇ ਤੇ ਫੋਨ ਨਹੀਂ ਲੈ ਸਕਦਾ। ਉਹ ਇੱਕ ਚਾਹੁੰਦਾ ਸੀ ਮੇਰੀ ਵਾਈਫ ਹੀ ਪਿਆਰ ਨਾਲ ਮੈਨੂੰ ਕੋਈ ਗਿਫਟ ਭੇਜੇ, ਮੈਂ ਦਿਖਾਵਾ ਦੇਖੋ ਯਾਰ ਮੇਰੀ ਘਰ ਵਾਲੀ ਨੇ ਇੱਕ ਚੀਜ਼ ਭੇਜੀ ਆ ਯਾਰ ਦੇਖੋ। ਉੱਥੇ $0 ਤੇ ਫੋਨ ਮਿਲਦਾ ਹੈ ਕੈਨੇਡਾ ਦੇ ਵਿੱਚ, $0 ਜਮ੍ਹਾਂ ਕਰਾਓ, ਉੱਥੇ ਸਕੀਮਾਂ ਨੇ, ਤੁਸੀਂ ਜਦੋਂ ਜਾਂਦੇ ਹੋ ਤੁਹਾਨੂੰ $0 ਦਾ ਹੀ ਫੋਨ ਮਿਲਦਾ, ਕੋਈ ਪੈਸਾ ਨਹੀਂ, ਕਿਸ਼ਤ ਦੇਣੀ ਹੁੰਦੀ ਆ। ਤੁਸੀਂ ਇੱਕ ਮਹੀਨਾ ਵੀ ਕੰਮ ਕਰਦੇ $4-5 ਹਜ਼ਾਰ ਕਮਾਇਆ ਤਾਂ ਜੇ $30 ਕਿਸ਼ਤ ਭਰ ਵੀ ਦੇਂਗੇ, ਤੇਰਾ ਘਰ ਵਾਲਾ ਖੁਸ਼ ਹੋ ਜੂ ਇੰਨੇ ਨਾਲੇ ਤੂੰ। ਉਹ ਹਸਬੈਂਡ ਵਾਈਫ ਆਪਾਂ ਇੱਕ ਦੂਜੇ ਨੂੰ ਭੇਜਦੇ ਆ ਚੀਜ਼ਾਂ, ਕੋਈ ਬੜੀ ਗੱਲ ਨਹੀਂ ਹੈਗੀ। ਮੈਂ ਉੱਥੇ ਕੁੜੀ ਦੇਖੀ, ਉਹਨੇ ਆਪਣੇ ਸਹੁਰੇ ਲਈ ਸੱਸ ਲਈ ਦੋਨਾਂ ਲਈ ਨਵੇਂ ਫੋਨ ਲੈ ਕੇ ਭੇਜੇ 3-4 ਮਹੀਨੇ ਦੇ ਬਾਅਦ ਹੀ। ਕਹਿੰਦੀ ਮੰਮਾ ਸਕੀਮ, ਆਪਣੇ ਮੰਮਾ ਬੋਲਦੀ ਸੱਸ ਨੂੰ, ਕਹਿੰਦੀ ਮੰਮਾ ਦੇਖੋ ਆ ਫੋਨ ਭੇਜ ਰਹੀ ਹਾਂ ਮੈਂ ਕਿਸ਼ਤਾਂ ਆਪੇ ਭਰੀ ਜਾਊਂਗੀ। ਕੱਲ ਮੇਰੀ ਬੇਅੰਤ ਦੇ ਨਾਲ ਗੱਲ ਹੋਈ ਫੋਨ ਦੇ ਉੱਤੇ ਤੇ ਉਹ ਕਹਿੰਦੀ ਕਿ ਮੈਂ ਇੱਥੇ, ਮੈਨੂੰ ਪੁੱਛਿਆ ਕਿ ਤੂੰ ਕਿਉਂ ਨਹੀਂ ਆਈ ਜਦੋਂ ਤੇਰਾ ਹਸਬੈਂਡ ਪੂਰਾ ਹੋ ਗਿਆ, ਤੇਰਾ ਫਰਜ਼ ਬਣਦਾ ਸੀ ਕਿ ਤੂੰ ਕੈਨੇਡਾ ਛੱਡ ਕੇ ਪੰਜਾਬ ਆਵੇ। ਉਹ ਕਹਿੰਦੇ ਕਿ ਵਰਕ ਪਰਮਿਟ ਇੱਕ ਵੀਜ਼ਾ ਨਹੀਂ ਹੁੰਦਾ, ਇੱਕ ਪਰਮਿਟ ਹੁੰਦਾ, ਅਸੀਂ ਕੰਟਰੀ ਆਊਟ ਨਹੀਂ ਕਰ ਸਕਦੇ। ਇਹ ਕੀ ਸੱਚਾਈ? ਮੈਨੂੰ ਹਾਸਾ ਆਉਂਦਾ, ਬਸ ਬਹੁਤ ਹਾਸਾ ਆਉਂਦਾ। ਤੁਸੀਂ ਇੰਡੀਆ 'ਚ ਲੋਕਾਂ ਨੂੰ ਤੁਸੀਂ ਪਾਗਲ ਬਣਾ ਸਕਦੇ ਹੋ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੈਗਾ। ਪਹਿਲੀ ਗੱਲ ਤਾਂ ਉਹ ਕੈਨੇਡਾ ਦੇ ਸਿਟੀਜ਼ਨ ਨਹੀਂ ਹੈਗੀ। ਜਦੋਂ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ ਉਹਨੂੰ ਇੰਡੀਆ ਦਾ ਵੀਜ਼ਾ ਲੈਣਾ ਪੈਂਦਾ ਆਉਣ ਲਈ। ਉਹ ਤਾਂ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਉਹ ਤਾਂ ਕਿਸੇ ਵੀ ਟਾਈਮ ਇੰਡੀਆ ਆ ਸਕਦੀ ਹੈ। ਅੱਛਾ, ਫਿਰ ਇੱਕ ਕੰਪੈਸ਼ਨ ਬੇਸ ਤੇ ਡੈਥ ਹੋਈ ਆ ਉਹਦੇ ਹਸਬੈਂਡ ਦੀ, ਉਹ ਤਾਂ ਕਿਸੇ ਨੇ ਵੀ ਨਹੀਂ ਰੋਕਣਾ ਸੀ। ਉਹ ਤਾਂ ਕਿਸੇ ਵੀ ਟਾਈਮ ਟਰੈਵਲ ਕਰਦੇ, ਉਹਨੂੰ ਇੰਡੀਆ ਦਾ ਵੀਜ਼ਾ ਲੈਣ ਦੀ ਕਦੋਂ ਲੋੜ ਪੈ ਗਈ ਜਾਂ ਪਰਮਿਸ਼ਨ ਲੈਣ ਦੀ ਕਦੋਂ ਲੋੜ ਪੈ ਗਈ। ਬਹੁਤ ਹਾਸਾ ਆਉਂਦਾ ਮੈਨੂੰ ਇਹ ਬਚਪਨਾ, ਚਾਈਲਡਿਸ਼ ਬਿਹੇਵੀਅਰ ਇਹਨਾਂ ਮੈਂ ਦੇਖ ਕੇ ਹੈਰਾਨਾ ਵੀ ਤੂੰ ਕੈਨੇਡਾ 'ਚ ਰਹਿੰਦੀ ਹੈ, ਤੂੰ ਗੱਲਾਂ ਕਿਸ ਤਰ੍ਹਾਂ ਦੀ ਕਰ ਰਹੀ ਹੈ। ਫੰਡਸ ਲੈ ਲਏ ਪੇਰੈਂਟਸ ਤੋਂ ਮੁੰਡੇ ਦੇ ਤੇ ਡਿਕਲੇਅਰ ਕਰਤੇ ਆਪਣੇ। ਇੱਕ ਬਹੁਤ ਬੜੀ ਮਿਸ ਰਿਪਰੈਜ਼ੈਂਟੇਸ਼ਨ ਹੈ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਇਹਦੀ। ਸਾਰਾ ਵੀਜ਼ਾ ਚਾਹੇ ਵਰਕ ਪਰਮਿਟ ਵੀ ਲੈ ਲਵੇ ਉਹਦੇ ਬੇਸ ਤੇ, ਚਾਹੇ PR ਵੀ ਲੈ ਲਵੇ, ਫਿਰ ਵੀ ਕੈਂਸਲ ਹੋਊਗੀ। 7 ਦਿਨ ਕੰਮ ਕਰਦੀ ਸੀ, 70 ਘੰਟੇ ਕੰਮ ਕਰਦੀ ਸੀ 7 ਦਿਨ 'ਚ, ਫਿਰ ਫੀਸ ਕਿਉਂ ਉਹਨਾਂ ਕੋਲ ਮੰਗਾ ਰਹੀ ਸੀ ਤੂੰ? ਜੇ ਤੂੰ 11 ਘੰਟੇ 7 ਦਿਨ ਕੰਮ ਕਰਦੀ ਸੀ, ਤੇਰੇ ਕੋਲ ਟਾਈਮ ਨਹੀਂ ਸੀ ਮੰਨ ਲਿਆ, ਫਿਰ ਤੂੰ ਫੀਸ $5420 ਵਿਆਹ ਤੋਂ ਬਾਅਦ ਉਹਨੇ ਭੇਜੀ ਹੈ ਸਤੰਬਰ 2019 'ਚ। 7 ਦਿਨ ਕੰਮ ਕੀਤਾ, ਮੰਨ ਲਿਆ ਤੇਰੇ ਕੋਲ ਟਾਈਮ ਨਹੀਂ ਸੀ ਲਾਡੇ ਲਈ, ਪੈਸੇ ਤੂੰ ਬਣਾਏ, ਪੈਸੇ ਬਣਾ ਕੇ ਤੂੰ ਟਿਕਟ ਵੀ ਕਹਿੰਦੀ ਮੇਰੀ ਤੁਸੀਂ ਲਾਓ, ਫਿਰ ਉਹ ਪੈਸੇ ਕਿਉਂ ਨਹੀਂ ਆਪਣੇ ਆਪ ਤੇ ਲਾਏ ਤੂੰ ਉਹਨਾਂ ਤੋਂ $5420 ਕਿਉਂ ਲਵਾਏ? ਤੇਰਾ ਮਨ ਠੀਕ ਨਹੀਂ ਸੀ ਨਾ, ਤੂੰ ਇੰਟੈਂਸ਼ਨ ਤੇਰੀ ਸਹੀ ਨਹੀਂ ਸੀ। ਜੇ ਤੂੰ ਤੇਰੀ ਆਹ ਗੱਲ ਸੱਚ ਮੰਨ ਲਿਆ ਤਾਂ ਤੂੰ ਪੈਸੇ ਨਹੀਂ ਲਾਏ। ਜੇ ਤੂੰ ਕਹਿੰਦੀ ਨਹੀਂ ਮੈਂ ਕੰਮ ਕਰਦੀ ਸੀ, ਫਿਰ ਤੂੰ ਕਾਲ ਕਿਉਂ ਨਹੀਂ ਕੀਤੀ ਜੇ ਤੂੰ ਫ੍ਰੀ ਸੀਗੀ? ਆਹ ਪਾਇਲਟਸ ਕਰ ਲਈ, ਪੱਕੇ ਹੋਣ ਦੀ ਫਾਈਲ ਲਾ ਰਹੀ ਆ।
ਕੈਨੇਡਾ 'ਚ ਬੈਠੇ ਸਾਰਿਆਂ ਨੂੰ ਪਤਾ ਹੁੰਦਾ ਵੀ ਉੱਥੇ ਸਾਰੇ ਮਜ਼ਾਕ ਹੀ ਉਡਾਉਂਦੇ ਨੇ ਤਾਂ ਇੰਟਰਵਿਊ ਦਾ ਵੀ ਝੂਠ ਬੋਲ ਰਿਹਾ। ਉੱਥੇ ਲੋਕਾਂ ਨੂੰ ਸਾਰਾ ਪਤਾ ਸਿਸਟਮ ਦਾ ਵੀ ਮੈਂ ਆ ਨਹੀਂ ਸਕੀ, ਲੋਕਡਾਊਨ ਸੀ, ਮੈਨੂੰ ਟਾਈਮ ਘੱਟ ਮਿਲਿਆ। ਬੇਅੰਤ ਨੂੰ ਸਵਾਲ ਪੁੱਛਿਆ ਕਿ ਰਵਦੀਪ ਦੇ ਨਾਲ ਜੋ ਫੋਟੋ ਹੈ ਉਹ ਫੋਟੋ ਲਿਖੀ ਹੋਈ, ਉਹ ਕਹਿੰਦੀ ਐਡਿਟ ਕੀਤੀ ਹੋਈ ਸੀ। ਸਾਡੀ ਇਕੱਠੀ 15-16 ਜਣੇ ਦੇ ਪੰਜਾਬੀ ਜਿਹੜੇ ਇੰਡੀਅਨ ਨੇ ਉਹਨਾਂ ਦੀ ਫੋਟੋ ਸੀ ਤੇ ਉਹ ਗਰੁੱਪ ਫੋਟੋ ਦੇ ਵਿੱਚੋਂ ਸਾਡੀ 2 ਜਣੇ ਦੀ ਫੋਟੋ ਕੱਢ ਕੇ ਉਹਨਾਂ ਨੇ ਪੇਸ਼ ਕਰ ਦਿੱਤੀ। ਹਾਂ ਓਰੀਜਨਲ ਫੋਟੋ ਹੈ ਜੀ, ਆ ਜਿਹੜੀ ਨਕਲੀ ਹੈ ਤੂੰ ਆਪਣੀ ਪੇਸ਼ ਕਰ, ਪ੍ਰੈਜ਼ੈਂਟ ਕਰ ਪ੍ਰੂਫ ਫੋਟੋ ਆ ਜੀ। ਆ ਦੇਖੋ ਜੀ ਅਸੀਂ 7-8-10 ਜਣੇ ਖੜੇ ਆ, ਆ ਗਰੁੱਪ ਫੋਟੋ ਸੀ ਜੀ, ਇਦਾਂ ਸੀ ਜੀ, ਇਹਨੂੰ ਐਡਿਟ ਕਰ ਦਿੱਤਾ ਗਿਆ। ਉਹ ਕਹਿੰਦੀ ਮੈਨੂੰ ਈਮੇਲਸ ਆ ਰਹੀਆਂ, ਮੈਨੂੰ ਫੋਨ ਆ ਰਹੇ ਨੇ ਥ੍ਰੈਟ ਲਈ, ਜਾਣ ਕੇ ਝੂਠੀ ਰਿਪੋਰਟ ਲਿਖਾ ਰਹੀ ਉਹਦੇ ਪੁਲਿਸ ਨੂੰ। ਠੀਕ ਹੈ, ਜਿਹੜਾ ਬੰਦਾ ਜੈਨੂਇਨ ਹੁੰਦਾ ਨਾ ਆਪਣਾ ਈਮੇਲ ਵੀ ਬਲੌਕ ਕਰ ਦਿੰਦਾ, ਆਪਣਾ WhatsApp ਵੀ ਬਲੌਕ ਕਰ ਦਿੰਦਾ ਵੀ ਉਹ ਬੰਦੇ ਨੂੰ ਬਲੌਕ ਕਰੋ। ਜਿਹੜਾ ਲਾਡੀ ਦੇ ਫਾਦਰ ਨੇ ਸਿਰਿੰਜ ਚੱਕ ਕੇ ਪਾਈ ਹੈ, ਚਿੱਟੇ ਨਾਲ ਮਰਿਆ ਹੋਇਆ ਸੱਪ ਸੋਨੇ ਦਾ ਬਣਾ ਰਹੇ ਨੇ ਹੁਣ, ਉਹਨਾਂ ਦੇ ਸ਼ਬਦ ਨੇ। ਤੇਰੇ ਕੋਲ ਸਾਰੀ ਇਨਫੋਰਮੇਸ਼ਨ ਹੈ ਲਾਡੀ ਦੀ ਕੋਈ ਨਸ਼ੇ ਕਰਦਾ ਸੀ, ਪਰ ਤੂੰ ਆਪਣੀ ਇਨਫੋਰਮੇਸ਼ਨ ਉਹਨਾਂ ਨੂੰ ਕੋਈ ਨਹੀਂ ਦਿੱਤੀ ਵੀ ਮੈਂ ਆਈਲੈਟਸ ਵੀ ਕਰ ਲਈ। ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਅਸ਼ੋਕ ਅਰੋੜਾ ਜੀ, ਜੋ ਕਿ ਕੈਨੇਡਾ ਟੋਰਾਂਟੋ ਲਾਅ ਕੰਸਲਟੈਂਟ ਨੇ, ਇਮੀਗ੍ਰੇਸ਼ਨ ਦੇ ਲਾਅ ਕੰਸਲਟੈਂਟ ਨੇ। ਸਰ ਬਹੁਤ-ਬਹੁਤ ਸ਼ੁਕਰੀਆ ਟਾਈਮ ਦੇਣ ਦੇ ਲਈ। ਸਤਿ ਸ਼੍ਰੀ ਅਕਾਲ, ਧੰਨਵਾਦ। ਤੁਸੀਂ ਕਰ ਸਰ ਸਟਾਰਟਿੰਗ ਇੱਥੋਂ ਕਰਾਂਗੇ ਕਿ ਲਵਪ੍ਰੀਤ ਲਾਡੀ ਦੇ ਜੋ ਕੇਸ ਹੈ, ਤੁਸੀਂ ਲੀਗਲ ਐਡਵਾਈਜ਼ਰੀ ਉਹਨਾਂ ਨੂੰ ਦੇ ਰਹੇ ਹੋ, ਉਹਨਾਂ ਦੇ ਲੀਗਲ ਐਡਵਾਈਜ਼ਰ ਬਣ ਕੇ ਉਹਨਾਂ ਦੇ ਨਾਲ ਜੋ ਰਾਬਤਾ ਕਾਇਮ ਕਰ ਰਹੇ ਹੋ, ਜੋ ਸਾਥ ਦੇ ਰਹੇ ਹੋ। ਉਸ ਤੋਂ ਬਾਅਦ ਤੁਹਾਡੇ ਨਾਲ ਕੁਝ ਸਵਾਲ ਨੇ ਮੇਰੀ ਹਾਲ ਹੀ ਰੀਸੈਂਟਲੀ ਕੱਲ ਬੇਅੰਤ ਦੇ ਨਾਲ ਗੱਲ ਹੋਈ ਹੈ, ਉਸ ਦੇ ਰਿਗਾਰਡਿੰਗ ਕਈ ਸਵਾਲ ਨਿਕਲ ਕੇ ਸਾਹਮਣੇ ਆਏ ਨੇ। ਉਸਨੇ ਆਪਣਾ ਜਿਹੜਾ ਰਜਿਸਟਰ ਕੀਤਾ ਹੋਇਆ ਕਿ ਮੈਂ ਮੈਰਿਡ ਹਾਂ, ਉਹ ਪ੍ਰੂਫ ਭੇਜਿਆ, ਤੁਹਾਨੂੰ ਦਿਖਾ ਵੀ ਦਿੰਦੇ ਸਕਰੀਨ ਦੇ ਉੱਤੇ, ਦਰਸ਼ਕ ਦੇਖਣਗੇ ਕਿ ਉਹ ਪ੍ਰੂਫ ਕਿਸ ਹੱਦ ਤੱਕ ਸਹੀ ਹੈ, ਕਿਸ ਹੱਦ ਤੱਕ ਗਲਤ ਹੈ। ਕਿ ਉਸ ਦੇਖੋ ਜਿਹੜਾ ਪ੍ਰੂਫ ਮੈਂ ਪਹਿਲਾਂ ਵੀ ਮੀਡੀਆ 'ਚ ਦੇਖਿਆ ਪਿਆ ਹੈ, ਪ੍ਰੂਫ ਜਿਹੜਾ ਇੱਕ IMM ਦਾ 57 ਦਾ ਫਾਰਮ ਉਹਦੀ ਸੈਂਟਰ ਜਿਹੜਾ ਹੈਗਾ ਉਹਨੇ ਫਾਰਮ ਭੇਜਿਆ, ਸੈਂਟਰ 'ਚ ਲਿਖਿਆ। ਆਪਾਂ ਕੋਈ ਵੀ ਜਿਹੜਾ ਇਹ ਫਾਰਮ ਹੈ ਤੁਸੀਂ ਗੂਗਲ 'ਤੇ ਜਾਓ, ਵੈਬਸਾਈਟ ਤੋਂ ਡਾਊਨਲੋਡ ਕਰ ਲਓ, ਠੀਕ ਹੈ, ਸਾਰਿਆਂ ਲਈ ਫ੍ਰੀ ਹੈ ਫਾਰਮ। ਉਹਨੂੰ ਸੇਵ ਕਰਕੇ ਤੁਸੀਂ ਇਨਫੋਰਮੇਸ਼ਨ ਜਿਹਦੀ ਮਰਜ਼ੀ ਭਰ ਦਿਓ, ਜਿਹਨੂੰ ਮਰਜ਼ੀ ਵਾਈਫ ਲਿਖ ਦਿਓ, ਆਪਣਾ ਸਪਾਊਸ ਜੋ ਮਰਜ਼ੀ ਲਿਖ ਦਿਓ। ਉਹ ਕੋਈ ਲੈਜੀਟੀਮੇਟ ਫਾਰਮ ਨਹੀਂ ਮੈਂ ਮੰਨਦਾ, ਠੀਕ ਹੈ। ਜਿਹੜਾ ਉਹਦੇ ਵਰਕ ਪਰਮਿਟ ਤੇ ਉਹਦੇ ਸਪਾਊਸ ਦੀ ਇਨਫੋਰਮੇਸ਼ਨ ਲਿਖੀ ਹੋਊਗੀ, ਮੈਰਿਡ ਹੈ, ਜੋ ਵੀ ਮੈਰਿਡ ਲਿਖਿਆ ਹੋਊਗਾ, ਠੀਕ ਹੈ, ਉਹ ਆਪਣਾ ਜਿਹੜਾ ਐਡਰੈਸ ਪ੍ਰੂਫ ਜਿਹੜਾ ਲੁਕੋ ਲਵੇ, ਉਹਨੂੰ ਰੀਡੈਕਟ ਕਰ ਦੇ, ਬਲੈਕਿੰਗ ਕਰਕੇ ਆਪਣਾ ਪ੍ਰੂਫ ਦੇ ਸਕਦੀ ਹੈ। ਰੈੱਡ ਕਲਰ ਦਾ ਜਿਹੜਾ ਡਾਕੂਮੈਂਟ ਹੁੰਦਾ ਵਰਕ ਪਰਮਿਟ ਦਾ, ਜਾਂ ਫਿਰ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਕਨਫਰਮੇਸ਼ਨ ਆਈ ਸੀ, ਉਹਦਾ ਜਿਹੜਾ ਫਾਰਮ, ਜਿਹੜਾ ਪੂਰੇ ਫਾਰਮ ਦੀ ਕਾਪੀ ਭੇਜਿਆ, ਆਪਣਾ ਐਡਰੈਸ ਲੁਕੋ ਸਕਦੀ ਹੈ, ਠੀਕ ਹੈ, ਵੀ ਕਿਹੜਾ ਫਾਰਮ ਭਰਿਆ, ਕਿੱਥੇ ਭਰਿਆ, ਕਦੋਂ ਭਰਿਆ, ਉਹਦੀ ਡੇਟ ਲਿਖੇ ਥੱਲੇ, ਠੀਕ ਹੈ। ਫਿਰ ਵੀ ਮੈਂ ਕਿਹਾ ਕਿ ਉਹ ਜਿਹੜਾ ਫਾਰਮ ਗਲਤ ਵੀ ਹੋ ਸਕਦਾ, ਫੇਕ ਵੀ ਹੋ ਸਕਦਾ। ਜਦ ਤੱਕ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਕੋਈ ਕਨਫਰਮ ਸਾਡੇ ਕੋਲ ਡਾਕੂਮੈਂਟ ਨਹੀਂ ਆਉਂਦਾ, ਇਹ ਫਾਰਮ ਤਾਂ ਆਪਾਂ ਕੋਈ ਵੀ ਭਰ ਸਕਦੇ ਹਾਂ। ਮੈਂ ਇਹਨੂੰ ਲੈਜੀਟੀਮੇਟ ਫਾਰਮ ਨਹੀਂ ਮੰਨਦਾ। ਤੇ ਇਸ ਹਾਂਜੀ ਠੀਕ ਹੈ, ਇਹ ਵਾਲਾ ਫਾਰਮ ਹੈ, ਮੈਂ ਦਰਸ਼ਕਾਂ ਨੂੰ ਵੀ ਦਿਖਾ ਦਿੰਦੀ ਹਾਂ ਕਿ ਉੱਥੇ ਲਿਖਿਆ ਹੈ ਗਿਵਨ ਦ ਨੇਮ। ਹਾਂਜੀ, ਇਹ IMM 57 ਦਾ ਫਾਰਮ ਹੈ ਜੀ, ਇਹ 'ਚ ਲਿਖਿਆ ਹੋਇਆ। ਮੈਂ ਕਹਿਣਾ ਜੀ ਇਹ ਜਿਹੜਾ ਫਾਰਮ ਦਾ ਇੱਕ ਪਾਰਟ ਹੈ, ਫਾਰਮ ਕਾਫੀ ਪੇਜਸ ਦਾ ਫਾਰਮ ਹੁੰਦਾ, ਉਹ 'ਚ ਇਨਫੋਰਮੇਸ਼ਨ ਹੁੰਦੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ, ਆਪਣੀ ਜਿਹੜੀ ਇਨਫੋਰਮੇਸ਼ਨ ਲੁਕੋ ਕੇ ਕਿਹੜੀ ਡੇਟ ਨੂੰ ਲਿਖਿਆ, ਡੇਟ ਕਿਹੜੀ ਸੀ, ਤੇ ਜਿਹੜਾ ਵਰਕ ਪਰਮਿਟ ਦਾ ਜਿਹੜਾ ਡਾਕੂਮੈਂਟ ਆਇਆ, ਠੀਕ ਹੈ, ਉਹਦੇ ਵਿੱਚ ਵੀ ਕੀ ਇਹਦੀ ਸਿਚੁਏਸ਼ਨ ਲਿਖੀ ਹੋਈ ਹੈ, ਜਿਹੜਾ ਮੈਰਿਡ ਜਾਂ ਸਿੰਗਲ, ਠੀਕ ਹੈ। ਇਹ ਇੱਕ ਇਹੀ ਚੀਜ਼ ਨਹੀਂ ਹੈ, ਜਿਹੜਾ ਮਿਸਰਿਪ੍ਰੈਜ਼ੈਂਟੇਸ਼ਨ ਦਾ ਕੇਸ ਹੈ, ਇਹਨੂੰ ਧਾਰਾ 40 ਜਿਹੜੀ ਕੈਨੇਡਾ ਜਿਹੜੇ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40 ਦੇ ਵਿੱਚ ਸਿਰਫ ਜੇ ਕਹੇ ਵੀ ਆਹ ਫਾਰਮ 'ਚ ਮੈਂ ਸਹੀ ਲਿਖਤਾ, ਚਲੋ ਮੰਨ ਲਿਓ ਉਹਨੇ ਸਹੀ ਲਿਖ ਵੀ ਦਿੱਤਾ, ਤਾਂ ਫਿਰ ਵੀ ਇਹਨੂੰ ਬਚਾਉਣ ਦਾ ਨਹੀਂ ਹੈਗਾ। ਮਿਸਰਿਪ੍ਰੈਜ਼ੈਂਟੇਸ਼ਨ ਜਿਹੜੀ ਇਹਨੇ ਕੀਤੀ ਹੈ, ਆਪਣੇ ਜਿਹੜੀ ਇਹਨੇ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਦਾ ਫਾਰਮ ਦਿਖਾਵੇ ਸਾਨੂੰ IMM 1294 ਜੀ 'ਚ ਇਹਨੇ ਆਪਣਾ ਲਿਖਿਆ ਕਿ ਜਿਹੜੀ ਫੀਸ ਹੈ ਉਹ ਮੇਰੇ ਪੇਰੈਂਟਸ ਦੀ ਫੀਸ ਹੈ, ਉਹ ਦਿਖਾਵੇ ਫਾਰਮ। ਉਹਦੇ ਵਿੱਚ ਕੀ ਲਿਖਿਆ ਨੇ, ਕਿਉਂਕਿ 13,80,000 ਇਹਨੇ 16 ਮਾਰਚ 2018 ਨੂੰ ਬਲਵਿੰਦਰ ਸਿੰਘ ਜੀ ਕੋਲ ਲਿਆ, ਔਰ ਬਾਜਵਾ ਪਹੁੰਚ ਗਿਆ ਕੁੱਟੀ ਕਲਾਂ ਬ੍ਰਾਂਚ ਸਟੇਟ ਬੈਂਕ ਆਫ ਇੰਡੀਆ ਦੀ, ਠੀਕ ਹੈ, ਤੇ ਇਹ ਗਿਆ HDFC ਬੈਂਕ ਧਨੌਲਾ ਬ੍ਰਾਂਚ 'ਚ। ਉਹ ਜਿਹੜਾ 13,80,000 ਬੇਅੰਤ ਕੌਰ ਬਾਜਵਾ ਨੂੰ ਗਿਆ, ਔਰ ਇਹਨੇ ਜਿਹੜੀ ਐਪਲੀਕੇਸ਼ਨ ਫਾਰਮ ਭਰਿਆ ਸਟੱਡੀ ਦਾ IMM 1294, ਮੈਂ ਰਿਪੀਟ ਕਰ ਦਿੰਦਾ, ਉਹ ਉਹਨੂੰ ਭੇਜੇ, ਉਹ ਦਿਖਾਵੇ ਵੀ ਉਹਨੇ ਕੀ ਲਿਖਿਆ ਉਹਦੇ 'ਚ, ਆਪਣੇ ਪੇਰੈਂਟਸ ਦੇ ਲਿਖੇ ਨੇ ਫੰਡ, ਜਾਂ ਇਹਨੇ ਦਿਖਾਇਆ ਵੀ ਬਲਵਿੰਦਰ ਸਿੰਘ ਜੀ ਤੋਂ ਲਏ ਨੇ ਫੰਡ। ਇਹ ਮੈਨੂੰ ਸ਼ੋਅ ਕਰੇ, ਸਾਬਤ ਕਰੇ। ਕਿਉਂਕਿ ਇੱਕ ਸਾਈਡ ਤੇ ਦੇਖੋ ਤੁਸੀਂ ਕਹਿ ਰਹੇ ਨੇ ਉਹਦੇ ਪੇਰੈਂਟਸ ਇੰਟਰਵਿਊਸ ਪਿਛਲੇ ਦੇਖੋ ਤੁਸੀਂ, ਕਿਹੜੇ ਫੰਡਸ ਨੇ ਇਹ ਕੁੜੀ ਮੁੰਡਿਆਂ ਨੇ ਲਾਏ ਨੇ, ਲਾਡੀ ਦੇ ਡੈਡੀ ਨੇ ਲਾਏ ਨੇ, ਸਾਫ਼ ਕਹਿ ਰਹੇ ਨੇ ਕਲੀਅਰ ਕੱਟ 20-22 ਲੱਖ ਰੁਪਏ। ਅਸੀਂ ਤਾਂ ਸਾਡੇ ਕੋਲ 1 ਕਿੱਲੇ ਦੀ ਪੈਲੀ ਸੀ, ਅਸੀਂ ਤਾਂ ਰੋਟੀ ਖਾਣ ਜੋਗੇ ਹਾਂ,
ਸਾਡੇ ਕੋਲ ਪੈਸੇ ਨਹੀਂ ਹੈਗੇ। ਤੇ ਇਹ ਸਾਰੇ ਇਹ ਮੁੰਡੇ ਵਾਲੇ ਲਾਏ ਨੇ ਪੈਸੇ। ਬੇਅੰਤ ਵੀ ਆਪਣੇ ਇੰਟਰਵਿਊ 'ਚ ਮੰਨੀ ਹੈ, ਠੀਕ ਹੈ, ਉਹ ਆਪ ਮੰਨ ਰਹੇ ਨੇ ਕਿ ਪੈਸੇ ਉਹਨਾਂ ਦੇ ਨੇ। ਤੇ ਜਿਹੜੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਹੈ ਮਾਰਚ 2018 ਨੂੰ ਭਰੀ ਹੈ। ਜਦੋਂ ਆਪਾਂ ਐਪਲੀਕੇਸ਼ਨ ਭਰਦੇ ਹਾਂ ਉਹ 'ਚ ਸੱਚ ਬੋਲਣਾ ਹੁੰਦਾ। ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 16 'ਚ ਕਲੀਅਰਲੀ ਕਿਹਾ ਗਿਆ ਯੂ ਸ਼ੁਡ ਆਨਸਰ ਆਲ ਦ ਕੁਐਸਚਨਸ ਟਰੂਥਫੁਲੀ। ਤੁਹਾਨੂੰ ਝੂਠ ਨਹੀਂ ਬੋਲਣਾ, ਤੁਸੀਂ ਸੱਚ ਬੋਲਣਾ। ਹਾਂ ਨਾ ਕਿੱਥੋਂ ਪੜ੍ਹ ਲਏ ਨੇ, ਕਿੱਥੇ ਰਹਿੰਦੇ ਹੋ। ਹਾਂਜੀ, ਇਸ ਤੋਂ ਇਲਾਵਾ ਇੱਕ ਹਾਂਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਬੇਅੰਤ ਨੇ ਚੈਨਲਸ ਦੇ ਉੱਤੇ ਕਹਿ ਦਿੱਤਾ ਕਿ ਹਾਂ ਮੈਨੂੰ ਲਵਪ੍ਰੀਤ ਲਾਡੀ ਦੇ ਪਰਿਵਾਰ ਵੱਲੋਂ ਕੈਨੇਡਾ ਭੇਜਿਆ ਗਿਆ, ਮੇਰੇ ਖੁੱਡੀ ਕਲਾਂ ਦੇ ਪਰਿਵਾਰ ਵੱਲੋਂ ਨਹੀਂ ਪੈਸਾ ਕੋਈ ਵੀ ਲਗਾਇਆ ਗਿਆ, ਬਲਵਿੰਦਰ ਸਿੰਘ ਜੋ ਕਿ ਲਾਡੀ ਦੇ ਫਾਦਰ ਨੇ ਉਹਨਾਂ ਦੇ ਵੱਲੋਂ ਲਗਾਇਆ ਗਿਆ। ਬਟ ਉਹਨੇ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਉਹ ਮਿਸਟੇਕਸ ਕੀਤੀਆਂ ਨੇ ਕਿ ਜਦੋਂ ਫਾਈਲ ਆਪਣੀ ਲਾਈ ਉੱਤੇ ਕਹਿ ਦਿੱਤਾ ਕਿ ਨਹੀਂ ਸਾਰੇ ਪੈਸੇ ਮੇਰੇ ਆਪਣੇ ਨੇ, ਫੰਡ ਸ਼ੋ ਜਿੰਨੇ ਵੀ ਕੀਤੇ ਸਾਰੇ ਆਪਣੇ ਵੱਲੋਂ ਲਾਏ। ਉਸਦੇ ਅਕੋਰਡਿੰਗਲੀ ਕੇਸ ਬਣੇਗਾ ਉਸਦੇ ਉੱਤੇ 100%। ਜੇ ਸੀਰੀਅਸ ਕ੍ਰਾਈਮ ਹੈ, ਤੁਸੀਂ ਛੋਟਾ ਜਿਹਾ ਝੂਠ ਬੋਲ ਦਿਓ, ਇੱਕ ਕੁਐਸਚਨ ਦਾ ਆਨਸਰ ਯੈਸ ਜਾਂ ਨੋ ਵੀ ਕਰ ਦੋ ਨਾ, ਫਿਰ ਵੀ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ। ਮੈਂ ਤੁਹਾਨੂੰ ਛੋਟਾ ਜਿਹਾ ਕੇਸ ਦਿੰਦਾ, ਯੋਗਰਾਜ ਵਰਸਸ ਕੈਨੇਡਾ ਦਾ ਕੇਸ ਕੈਨੇਡਾ ਦੀ ਵੈਬਸਾਈਟ ਤੇ ਪਿਆ। ਫੈਡਰਲ ਗਵਰਨਮੈਂਟ ਦੀ, ਯੋਗਰਾਜ ਸਿੰਘ ਪੰਜਾਬੀ ਫਿਲਮਾਂ ਦੇ ਐਕਟਰ ਰਹਿ ਚੁੱਕੇ ਨੇ, ਉਹਨਾਂ ਯੁਵਰਾਜ ਸਿੰਘ ਕ੍ਰਿਕਟਰ ਨੇ, ਉਹਨਾਂ ਦੇ ਫਾਦਰ ਨੇ। ਉਹਨਾਂ ਨੇ ਐਪਲੀਕੇਸ਼ਨ ਸਿਰਫ ਨੋ ਲਿਖਿਆ ਸੀ। ਉਹਨਾਂ ਦੇ ਇੱਕ ਐਕਸੀਡੈਂਟ ਦਾ ਕੇਸ ਸੀ। ਮੈਂ ਇੱਕ ਐਗਜ਼ਾਮਪਲ ਦੇਣਾ, ਇਹੋ ਜਿਹੀਆਂ ਬਹੁਤ ਐਗਜ਼ਾਮਪਲਸ ਨੇ ਜਿੱਥੇ ਲੋਕਾਂ ਨੇ ਝੂਠ ਬੋਲਣੇ, ਸਿੰਪਲ ਝੂਠ ਯੈਸ ਜਾਂ ਨੋ, ਵੀ ਤੁਸੀਂ USA ਟਰੈਵਲ ਕੀਤੀ ਆ ਉੱਥੇ ਲਿਖਤਾ ਨੋ, ਜਦ ਕਿ ਜਾਂ USA ਦਾ ਤੁਸੀਂ ਵੀਜ਼ਾ ਰਿਫਿਊਜ਼ ਹੋਇਆ ਕਦੇ ਕਿਤੇ। ਜਦੋਂ ਐਪਲੀਕੇਸ਼ਨ ਫਾਰਮ ਭਰਦੇ ਆ ਕੁਐਸਚਨ ਆਉਂਦੇ ਨੇ, ਜਦੋਂ ਵਿਜ਼ਟਰ ਵੀਜ਼ਾ ਦਾ ਲਾਉਂਦੇ ਆ ਜਾਂ ਸਟੱਡੀ ਪਰਮਿਟ ਦਾ ਲਾਉਂਦੇ ਆ, ਉਹ ਜਦੋਂ ਯੈਸ ਨੋ ਦਾ ਆਨਸਰ ਤੁਸੀਂ ਨੋ ਵੀ ਲਿਖ ਦਿੰਦੇ ਹੋ ਨਾ, ਫਿਰ ਵੀ ਉਹ ਕ੍ਰਾਈਮ ਹੈ। ਉਹ 100% 5 ਸਾਲ ਦਾ ਬੈਨ ਲੱਗਦਾ। ਇਹ ਤਾਂ ਬਹੁਤ ਵੱਡੀ ਮਿਸਟੇਕ ਕੀਤੀ ਹੈ ਕਿ ਮੈਟੀਰੀਅਲ ਫੈਕਟ। ਮੈਂ ਤੁਹਾਨੂੰ ਧਾਰਾ 40 ਪੜ੍ਹ ਕੇ ਦੱਸ ਦਿੰਦਾ ਜਿਹੜੀ ਹੈਗੀ ਹੈ, ਇਹ ਪਰਮਾਨੈਂਟ ਰੈਜ਼ੀਡੈਂਟ ਔਰ a foreign national is inadmissible for misrepresentation for directly or indirectly misrepresenting, मैं पंजाबी में समझा देना or withholding material fact relating to a matter that induces or could induce an error in the administration of the act। ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਦੱਸ ਦੇਣਾ ਕਿ ਆਪਣੇ ਦਰਸ਼ਕਾਂ ਲਈ ਕਿ ਜੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਚਾਹੇ ਪਰਮਨੈਂਟ ਰੈਜ਼ੀਡੈਂਟ ਜਾਂ ਫੋਰਨ ਨੈਸ਼ਨਲ ਹੈ, ਟੈਂਪਰੇਰੀ ਰੈਜ਼ੀਡੈਂਟ ਹੈ, ਜੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਕੋਈ ਮਟੀਰੀਅਲ ਫੈਕਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਤੁਸੀਂ ਲੁਕਾਉਂਦੇ ਹੋ ਜਾਂ ਗਲਤ ਪੇਸ਼ ਕਰਦੇ ਹੋ, ਜਾਂ ਫਿਰ ਉਹਦੇ ਨਾਲ ਵੀਜ਼ਾ ਆਫੀਸਰ ਕੋਲੋਂ ਐਰਰ ਹੁੰਦੀ ਹੈ, that has induced an error in the administration of the act। ਜਦੋਂ ਸਟੱਡੀ ਪਰਮਿਟ ਲਾਇਆ ਉਹਨੇ ਐਪਲੀਕੇਸ਼ਨ ਇਹਨੇ ਲਾਈ ਤਾਂ ਵੀਜ਼ਾ ਆਫਿਸ ਕੋਲੋਂ ਜਿਹੜੇ ਫੈਕਟ ਗਏ ਤਾਂ ਉਹਦੇ 'ਚ ਵੀਜ਼ਾ ਆਫਿਸਰ ਨੂੰ ਇਹ ਇੰਪ੍ਰੈਸ਼ਨ ਗਿਆ ਵੀ ਇਹ ਫੰਡਸ ਇਹਦੇ ਨੇ, ਉਹਨੇ ਵੀਜ਼ਾ ਲਾਤਾ। ਇਹ ਗਲਤੀ ਹੋਈ ਹੈ ਵੀਜ਼ਾ ਆਫਿਸਰ ਕੋਲੋਂ। ਜਦੋਂ ਐਰਰ ਹੁੰਦੀ ਹੈ ਵੀਜ਼ਾ ਆਫਿਸਰ ਕੋਲੋਂ ਤਾਂ ਉਹ ਦਰੁਸਤ ਕਰਨ ਲਈ ਉਹਦਾ ਵੀਜ਼ਾ ਕੈਂਸਲ ਹੁੰਦਾ ਵੀ ਝੂਠ ਬੋਲਿਆ। ਸਿੰਪਲ ਆਪਾਂ ਯੈਸ ਨੋ ਕਰ ਦਈਏ ਤਾਂ ਵੀ 5 ਸਾਲ ਦਾ ਬੈਨ ਲਾਦਾ। ਇਹਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ, ਫੰਡਸ ਲੈ ਲਏ ਪੇਰੈਂਟਸ ਤੋਂ ਮੁੰਡੇ ਦੇ ਤੇ ਕਲੀਅਰ ਕਰਤੇ ਆਪਣੇ। ਇੱਕ ਬਹੁਤ ਬੜੀ ਮਿਸ ਰਿਪਰੈਜ਼ੈਂਟੇਸ਼ਨ ਹੈ ਸਟੱਡੀ ਪਰਮਿਟ ਦੀ ਐਪਲੀਕੇਸ਼ਨ। ਇਹਦੀ ਸਾਰਾ ਵੀਜ਼ਾ ਚਾਹੇ ਵਰਕ ਪਰਮਿਟ ਵੀ ਲੈ ਲਵੇ ਉਹਦੇ ਬੇਸ ਤੇ, ਚਾਹੇ PR ਵੀ ਲੈ ਲਵੇ, ਫਿਰ ਵੀ ਕੈਂਸਲ ਹੋਊਗੀ। ਠੀਕ ਹੈ ਅਸ਼ੋਕ ਸਰ, ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਹੈ। ਕੱਲ ਮੇਰੀ ਬੇਅੰਤ ਦੇ ਨਾਲ ਗੱਲ ਹੋਈ ਫੋਨ ਦੇ ਉੱਤੇ ਤੇ ਉਹ ਕਹਿੰਦੀ ਕਿ ਮੈਂ ਉਹਨੂੰ ਪੁੱਛਿਆ ਕਿ ਤੂੰ ਕਿਉਂ ਨਹੀਂ ਆਈ ਜਦੋਂ ਤੇਰਾ ਹਸਬੈਂਡ ਪੂਰਾ ਹੋ ਗਿਆ, ਤੇਰਾ ਫਰਜ਼ ਬਣਦਾ ਸੀ ਕਿ ਤੂੰ ਕੈਨੇਡਾ ਛੱਡ ਕੇ ਪੰਜਾਬ ਆਵੇ। ਉਹ ਕਹਿੰਦੇ ਕਿ ਉਹਨਾਂ ਦੇ ਰਿਲੇਟਿਵ ਨੇ ਹੀ ਆਨਸਰ ਦਿੱਤਾ, ਉਹਨਾਂ ਦੇ ਰਿਲੇਟਿਵ ਦੇ ਥਰੂ ਗੱਲ ਹੋਈ ਸੀ ਬੇਅੰਤ ਦੀ। ਬੇਅੰਤ ਇਕੱਲੇ ਨਹੀਂ ਸੀ ਗੱਲ ਕਰ ਰਹੀ। ਤੇ ਸਾਡੀ ਟੀਮ ਦੇ ਨਾਲ ਜਦੋਂ ਨੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਵਰਕ ਪਰਮਿਟ ਇੱਕ ਵੀਜ਼ਾ ਨਹੀਂ ਹੁੰਦਾ, ਇੱਕ ਪਰਮਿਟ ਹੁੰਦਾ, ਅਸੀਂ ਕੰਟਰੀ ਆਊਟ ਨਹੀਂ ਕਰ ਸਕਦੇ। ਇਹ ਕੀ ਸੱਚਾਈ? ਮੈਨੂੰ ਹਾਸਾ ਆਉਂਦਾ, ਬਸ ਬਹੁਤ ਹਾਸਾ ਆਉਂਦਾ। ਤੁਸੀਂ ਇੰਡੀਆ 'ਚ ਲੋਕਾਂ ਨੂੰ ਤੁਸੀਂ ਪਾਗਲ ਬਣਾ ਸਕਦੇ ਹੋ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੈਗਾ। ਕੈਨੇਡਾ ਮੈਂ ਰਹਿੰਦਾ, ਪਹਿਲੀ ਗੱਲ ਤਾਂ ਉਹ ਕੈਨੇਡਾ ਦੀ ਸਿਟੀਜ਼ਨ ਨਹੀਂ ਹੈਗੀ। ਜਦੋਂ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ ਉਹਨੂੰ ਇੰਡੀਆ ਦਾ ਵੀਜ਼ਾ ਲੈਣਾ ਪੈਂਦਾ ਆਉਣ ਲਈ। ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਉਹ ਤਾਂ ਕਿਸੇ ਵੀ ਟਾਈਮ ਇੰਡੀਆ ਆ ਸਕਦੀ ਹੈ। ਦਿੱਲੀ 에ਅਰਪੋਰਟ ਤੇ ਜਦੋਂ ਤੁਸੀਂ ਆਉਂਦੇ ਹੋ ਤੁਹਾਨੂੰ ਦੇਖਦੇ ਨੇ ਵੀ ਤੁਸੀਂ ਕਿੱਥੇ ਦੇ ਸਿਟੀਜ਼ਨ ਹੋ, ਉਹ ਦੇਖਣਗੇ ਇੰਡੀਅਨ ਪਾਸਪੋਰਟ ਹੈ। ਤੇ ਉਹ ਤਾਂ ਕਿਸੇ ਵੀ ਟਾਈਮ ਟਰੈਵਲ ਕਰਦੇ ਉਹਨੂੰ ਇੰਡੀਆ ਦਾ ਵੀਜ਼ਾ ਲੈਣ ਦੀ ਕਦੋਂ ਲੋੜ ਪੈ ਗਈ ਜਾਂ ਪਰਮਿਸ਼ਨ ਲੈਣ ਦੀ ਕਦੋਂ ਲੋੜ ਪੈ ਗਈ। ਬਹੁਤ ਹਾਸਾ ਆਉਂਦਾ ਮੈਨੂੰ ਇਹ ਬਚਪਨਾ, ਚਾਈਲਡਿਸ਼ ਬਿਹੇਵੀਅਰ ਇਹਨਾਂ ਮੈਂ ਦੇਖ ਕੇ ਹੈਰਾਨਾ ਵੀ ਤੂੰ ਕੈਨੇਡਾ 'ਚ ਰਹਿੰਦੀ ਹੈ, ਤੂੰ ਗੱਲਾਂ ਕਿਸ ਤਰ੍ਹਾਂ ਦੀ ਕਰ ਰਹੀ ਹੈ। ਇਹ ਤਾਂ ਬਹੁਤ ਬਚਪਨਾ ਜਾਂ ਕੁਐਸਚਨ ਨਹੀਂ ਆਨਸਰ। ਉਹਦਾ ਵੀਜ਼ਾ ਜਿਹੜਾ ਜਦੋਂ ਵਰਕ ਪਰਮਿਟ ਲੱਗਦਾ ਨਾ, ਉਹ ਬੰਦਾ ਕਿਸੇ ਵੀ ਟਾਈਮ ਕਦੋਂ ਵੀ ਟਰੈਵਲ ਕਰ ਸਕਦਾ ਇੰਡੀਆ ਬੈਕ, ਕੋਈ ਪ੍ਰੋਬਲਮ ਨਹੀਂ ਉਹਨੂੰ। ਅੱਛਾ, ਫਿਰ ਇੱਕ ਕੰਪੈਸ਼ਨ ਬੇਸ ਤੇ ਡੈਥ ਹੋਈ ਆ ਉਹਦੇ ਹਸਬੈਂਡ ਦੀ, ਹੁਣ ਤਾਂ ਕਿਸੇ ਨੇ ਵੀ ਨਹੀਂ ਰੋਕਣਾ ਸੀ। ਜੇ ਸਪੋਜ਼ ਕਰ ਲਓ ਕਹਿੰਦੀ ਰੋਕਦੇ ਵੀ ਨਹੀਂ, ਠੀਕ ਹੈ। ਜੇ ਮੰਨ ਲਓ ਹੁਣ ਜਿਵੇਂ ਮੈਂ ਕੈਨੇਡੀਅਨ ਸਿਟੀਜ਼ਨ ਆ, ਠੀਕ ਹੈ, ਜੇ ਮੈਂ ਇੰਡੀਆ ਆਉਣਾ ਹੋਵੇ ਤਾਂ ਮੈਨੂੰ ਵੀਜ਼ਾ ਲੈਣਾ ਪੈਂਦਾ ਇੰਡੀਆ ਦਾ, ਪਰ ਮੇਰੇ ਕੋਲ ਲਾਈਫ ਟਾਈਮ ਵੀਜ਼ਾ ਹੈ, ਮੇਰੇ ਕੋਲ OCI ਕਾਰਡ ਹੈ, ਉਹਦੇ ਲਈ ਵਾਰੀ ਆਪਾਂ ਨੂੰ ਵੀਜ਼ਾ ਅਪਲਾਈ ਕਰਨਾ ਨਹੀਂ ਪੈਂਦਾ, ਮੈਂ ਕਿਸੇ ਵੀ ਟਾਈਮ ਆ ਸਕਦਾ। ਮੈਂ ਐਗਜ਼ਾਮਪਲ ਦੇ ਰਿਹਾ, ਠੀਕ ਹੈ। ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਕੋਲ ਹਲੇ ਇੰਡੀਆ ਦਾ ਪਾਸਪੋਰਟ ਹੁੰਦਾ ਹੈ, ਉਹ ਵਾਪਸ ਇੰਡੀਆ ਕਿਸੇ ਵੀ ਟਾਈਮ, ਚਾਹੇ ਸਾਲ 'ਚ 12 ਵਾਰ, ਸਾਲ 'ਚ 24 ਵਾਰ, ਜਿੰਨੇ ਵਾਰ ਮਰਜ਼ੀ ਆ ਜਾਣ, ਸਾਲ 'ਚ 365 ਵਾਰ ਵੀ ਆ ਜਾਣ, ਠੀਕ ਹੈ।
ਡਾਇਰੈਕਟ ਫਲਾਈਟ ਹੈ। ਉਹ ਕਹਿੰਦੇ ਜੀ ਫਲਾਈਟਸ ਬੰਦ ਸੀਗੀਆਂ। ਮੈਂ April 2000 ਹੁਣੇ ਆਇਆ, April 'ਚ ਆਇਆ ਉਰੇ। ਮੇਰੇ ਮਦਰ ਸਿਕ ਸੀ, ਉਹਨਾਂ ਦਾ ਪਤਾ ਕਰ, ਠੀਕ ਹੈ। ਬਿਲਕੁਲ ਡਾਇਰੈਕਟ ਫਲਾਈਟ ਚੱਲ ਰਹੀਆਂ ਸੀਗੀਆਂ। ਇੰਡੀਆ ਦੀ ਤਾਂ ਫਲਾਈਟ ਬੰਦ ਹੋਈਆਂ ਹੀ ਨਹੀਂ ਕੈਨੇਡਾ ਤੋਂ ਕਦੇ ਵੀ। ਇੰਡੀਆ ਤੋਂ ਕੈਨੇਡਾ ਦੀ ਡਾਇਰੈਕਟ ਫਲਾਈਟ ਬੰਦ ਹੋਈ ਹੈ, ਇਨਡਾਇਰੈਕਟ ਚੱਲ ਰਹੀ ਹੈ। ਇਹ ਸਾਰੇ ਨਾ ਇਹ ਝੂਠ ਨੇ। ਜਿਵੇਂ ਨਾ ਹਾਸਾ ਹੀ ਆਉਂਦਾ ਕਈ ਵਾਰ ਸੋਚ ਕੇ ਵੀ ਇੰਡੀਆ 'ਚ ਤੁਸੀਂ ਲੋਕਾਂ ਨੂੰ ਪਾਗਲ ਬਣਾਈ ਜਾਂਦੇ, ਉਹ ਵੀ ਸੋਸ਼ਲੀ ਆ ਕੇ, ਤੁਸੀਂ ਪਬਲਿਕਲੀ ਆ ਕੇ ਇੰਟਰਨੈਟ 'ਤੇ ਜਾਂ ਇੰਟਰਵਿਊ ਦੇ ਰਹੇ ਹੋ। ਇਹ ਹਜਮ ਹੋਣ ਵਾਲੀ ਹੈ ਹੀ ਨਹੀਂ ਗੱਲ ਵੀ ਇੰਡੀਆ ਦਾ ਪਾਸਪੋਰਟ ਤੇਰਾ, ਤੈਨੂੰ ਇੰਡੀਆ ਨਹੀਂ ਆਉਣ ਦੇ ਰਹੇ। ਮੈਂ ਤਾਂ ਹੈਰਾਨ ਆ। ਉਹ ਵੀ ਲੋਕਡਾਊਨ ਨਹੀਂ ਸੀਗਾ। ਬੇਅੰਤ ਕਹਿ ਰਹੀ ਹੈ ਕਿ ਮੈਂ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਸੀਗਾ ਤੇ ਮੈਂ ਫਾਈਲ ਲਾਣੀ ਸੀ, ਥਰਸਡੇ ਨੂੰ ਡਾਕੂਮੈਂਟ ਆਣੇ ਸੀ। ਮੈਂ ਲਾਡੀ ਨੂੰ ਕਿਹਾ, ਮੇਰੀ ਜਦੋਂ ਲਾਸਟ ਗੱਲ ਹੋਈ ਤੇ 6 ਮਹੀਨੇ ਪਹਿਲਾਂ ਵੀ ਮੈਰਿਜ ਚਾਹੀਦੀ ਹੈ ਤਾਂ ਫਾਈਲ ਲੱਗਦੀ ਹੈ। 3 ਸਾਲ ਦਾ ਪੀਰੀਅਡ ਸੀਗਾ। ਤੁਸੀਂ ਇਮੀਗ੍ਰੇਸ਼ਨ ਲਾਅ ਕੰਸਲਟੈਂਟ ਹੋ, ਕੀ ਸੱਚਾਈ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਇੱਕ ਹੋਰ ਤੁਹਾਨੂੰ ਦੱਸਦਾ, 1 ਜਨਵਰੀ 2021 ਤੋਂ ਲੈ ਕੇ ਹੁਣ ਤੱਕ 1.5 ਲੱਖ ਐਪਲੀਕੇਸ਼ਨ ਸਟੂਡੈਂਟਸ ਨੂੰ, ਜਿਹੜੀ ਕੈਨੇਡਾ ਦੀ ਸਰਕਾਰ ਨੇ ਸਟੂਡੈਂਟਸ ਨੂੰ PR ਜਿਹੜੀਆਂ ਦਿੱਤੀਆਂ ਨੇ, ITA ਦਿੱਤੇ ਨੇ, ਤੁਸੀਂ ਆਪਣੀਆਂ ਫਾਈਲਾਂ ਲਾ ਲਓ PR ਦੀਆਂ। ਕਿਉਂਕਿ ਕਰੋਨਾ ਕਰਕੇ ਬਾਹਰੋਂ ਬੰਦੇ ਨਹੀਂ ਲਿਆ ਰਹੇ, ਕਹਿੰਦੇ ਵਿਦਿਨ ਕੈਨੇਡਾ ਤੁਸੀਂ ਲਾ ਲਓ, ਠੀਕ ਹੈ। ਉਹ ਸਾਰੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਆਫਿਸ ਖੁੱਲੇ ਨੇ, ਸਭ ਕੁਛ ਹੈ। ਹੁਣ ਇਹ ਕਹਿੰਦੇ ਜੀ ਲੋਕਡਾਊਨ ਸੀਗਾ ਵੀ ਮੇਰਾ ਇਹਦਾ ਵਰਕ ਪਰਮਿਟ ਪਿਛਲੇ ਸਾਲ ਅਗਸਤ 'ਚ ਲੱਗਿਆ। ਇਹਦਾ ਵਰਕ ਪਰਮਿਟ ਤਾਂ ਲੋਕਡਾਊਨ 'ਚ ਲੱਗ ਗਿਆ। ਜਿਹੜਾ ਇਹ ਕੈਨੇਡਾ 'ਚ ਲੋਕਡਾਊਨ ਲੱਗਿਆ ਤੇ ਇੰਡੀਆ 'ਚ ਲੱਗਿਆ ਮਾਰਚ 2020 'ਚ ਲੱਗਿਆ। ਇਹਦਾ ਵਰਕ ਪਰਮਿਟ ਅਗਸਤ ਸਤੰਬਰ 'ਚ ਆਇਆ। ਦਿਖਾ ਦੇਵੇ ਦੀ ਡੇਟ ਕਦੋਂ ਸੀਗੀ ਵਰਕ ਪਰਮਿਟ ਆਇਆ। ਇਹ ਲੋਕਡਾਊਨ 'ਚ ਇਹਦਾ ਵਰਕ ਪਰਮਿਟ ਆਇਆ ਲੱਗ ਕੇ। ਇਹਨੇ ਲਾਇਆ ਹੀ ਆ ਕਿਸੇ ਕੰਸਲਟੈਂਟ ਨੂੰ ਮਿਲ ਕੇ, ਇਮੀਗ੍ਰੇਸ਼ਨ ਕੰਸਲਟੈਂਟ, ਜਾਂ ਆਪਣੇ ਆਪ ਲਾਇਆ ਨਾ। ਆਨਲਾਈਨ ਕੰਮ ਚੱਲਦਾ। ਮੈਨੂੰ ਤੁਸੀਂ ਐਪਲੀਕੇਸ਼ਨ ਭੇਜੋ, ਮੈਨੂੰ ਇੰਟਰਨੈਟ ਦਾ ਕਨੈਕਸ਼ਨ ਚਾਹੀਦਾ। ਮੈਂ 에ਅਰਪੋਰਟ 'ਤੇ ਵੀ ਬੈਠਾ ਤਾਂ ਵੀ ਫਾਈਲ ਲਾ ਦਿੰਦਾ ਜੇ ਆਪਣੇ ਕੋਲ ਟਾਈਮ ਆ। ਸਾਡੇ ਕੋਲ ਇੰਟਰਨੈਟ ਦਾ ਕਨੈਕਸ਼ਨ ਚਾਹੀਦਾ ਸਿਰਫ। ਕੋਈ ਕਿਸੇ ਕੰਸਲਟੈਂਟ ਕੋਲ ਜਾਣ ਦੀ ਲੋੜ ਨਹੀਂ ਹੈਗੀ। ਕੰਸਲਟੈਂਟ ਪੂਰਾ ਕੰਮ ਕਰ ਰਹੇ ਨੇ ਘਰੋਂ, ਵਰਕ ਫਰਮ ਹੋਮ ਹੋ ਰਿਹਾ। ਤੇ ਲੋਕਡਾਊਨ 'ਚ ਇਹਦਾ ਵਰਕ ਪਰਮਿਟ ਲੱਗ ਗਿਆ, ਪਰ ਲਾਡੀ ਲਈ ਕਾਗਜ਼ ਨਹੀਂ ਸੀਗਾ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਇਨਵੈਸਟੀਗੇਸ਼ਨ ਕੀਤੀ ਆ ਮੈਂ, ਮੇਰੇ ਕੋਲ, ਕਿਉਂਕਿ ਇਹਦਾ ਸਾਰਾ ਕੁਝ ਡਾਟਾ ਹੈਗਾ, ਪਾਸਪੋਰਟ ਵਗੈਰਾ, ਤੇ ਮੈਂ ਐਕਟਿਵਲੀ ਮੈਂ ਮੋਨੀਟਰ ਕਰ ਰਿਹਾ ਵੀ ਕਿਤੇ PR ਦੀ ਫਾਈਲ ਤਾਂ ਨਹੀਂ ਲਾ ਰਹੀ। ਇਹਨੇ ਹੁਣ 10 ਮਈ ਨੂੰ ਆਈਲੈਟਸ ਦਾ ਟੈਸਟ ਦਿੱਤਾ। IDP ਆਸਟ੍ਰੇਲੀਆ ਦੀ ਵੈਬਸਾਈਟ ਤੇ ਤੁਸੀਂ ਇਹਦਾ ਪਾਸਪੋਰਟ ਨੰਬਰ, ਹਾਂਜੀ ਹੁਣ 10 ਮਈ 2021 ਨੂੰ, ਲਾਡੀ ਦੀ ਡੈਥ ਤੋਂ ਪਹਿਲਾਂ। ਲਾਡੀ ਨੂੰ ਪਤਾ ਹੀ ਨਹੀਂ, ਲਾਡੀ ਦੀ ਫੈਮਿਲੀ ਨੂੰ ਵੀ ਨਹੀਂ ਪਤਾ ਵੀ ਇਹਨੇ ਆਈਲੈਟਸ ਦਿੱਤੀ ਹੈ। ਮੈਂ, ਕਿਉਂਕਿ ਮੇਰੇ ਕੋਲ ਕੇਸ ਹੈ, ਮੈਂ ਪੂਰੀ ਇਨਵੈਸਟੀਗੇਸ਼ਨ ਪੂਰਾ ਮੋਨੀਟਰ ਕਰ ਰਿਹਾ ਤਾਂ ਕਿ PR ਨਾ ਲੈ ਜਾਵੇ, ਜਲਦੀ ਤੋਂ ਜਲਦੀ ਦਾ ਕੇਸ ਭੇਜਿਆ ਜਾਵੇ ਪੱਕੇ ਹੋਣ ਤੋਂ ਪਹਿਲਾਂ। ਹੈਗੇ ਨੇ ਕਿ PR ਲਗਾਉਣ ਜਾ ਰਹੀ ਸੀ, ਆਈਲੈਟਸ ਦਾ ਟੈਸਟ ਦਿੱਤਾ ਹੈ PR ਦੇ ਨੰਬਰ ਲੈਣ ਦੇ ਲਈ। ਬਿਲਕੁਲ, ਤੁਸੀਂ ਦੇਖੋ YouTube ਤੇ ਇਹਦੇ ਪਾਸਪੋਰਟ ID ਪਏ ਆ, ਤੁਸੀਂ IDP ਆਸਟ੍ਰੇਲੀਆ ਦੀ ਵੈਬਸਾਈਟ ਤੇ ਭਰ ਕੇ ਦੇਖ ਲਓ, ਇਹਦਾ ਨਾਮ ਭਰ ਕੇ ਦੇਖ ਲਓ, ਤੁਹਾਨੂੰ ਇਹਦਾ ਰਿਜ਼ਲਟ ਆ ਜਾਊਗਾ। 10 ਮਈ ਨੂੰ ਉਹਨੇ ਟੈਸਟ ਦਿੱਤਾ। ਜਾਂ ਤਾਂ ਮੇਰੇ ਇੰਟਰਵਿਊ ਤੇ ਆਵੇ, ਸਾਹਮਣੇ ਆਵੇ, ਦੱਸੇ ਮੈਂ ਨਹੀਂ ਦਿੱਤਾ, ਡਿਨਾਈ ਦੇ, ਫਿਰ ਮੈਂ ਸਬੂਤ ਵੀ ਦਊਂਗਾ ਤੁਹਾਨੂੰ। 10 ਮਈ ਆਪ ਆਈਲੈਟਸ ਕਰ ਲਈ, ਪੱਕੇ ਹੋਣ ਦੀ ਫਾਈਲ ਲਾ ਰਹੀ ਹੈ ਆਪਣੀ PR ਦੀ। ਕਿਉਂਕਿ 6 ਮਈ 2021 ਨੂੰ ਜਸਟਿਨ ਟਰੂਡੋ ਨੇ, ਜਿਹੜੀ ਪ੍ਰਾਈਮ ਮਿਨਿਸਟਰ ਨੇ, 90,000 ਬੰਦਿਆਂ ਨੂੰ ਦਿੱਤਾ, ਐਸੈਂਸ਼ੀਅਲ ਵਰਕਰਸ ਨੂੰ ਜਾਂ ਦੂਸਰੇ ਵਰਕਰਸ ਨੇ ਵੀ, ਆਪਣੇ ਤੁਸੀਂ ਸਟੂਡੈਂਟਸ ਨੂੰ ਵੀ ਤੁਸੀਂ ਆਪਣੀ ਫਾਈਲ PR ਦੀ ਲਾ ਸਕਦੇ ਹੋ। ਤੇ ਉਹਦੇ 'ਚ ਇਹਨੇ ਸੋਚਿਆ ਨਾ ਵੀ ਮੈਂ ਇਹਦੇ ਕੋਲ ਆਈਲੈਟਸ ਨਹੀਂ ਹੋਣਾ ਉਸ ਟਾਈਮ, ਕਿਉਂਕਿ 6 ਮਈ ਨੂੰ ਜਦੋਂ ਐਪਲੀਕੇਸ਼ਨਸ ਓਪਨ ਹੋਈਆਂ ਤੇ ਬਾਅਦ 'ਚ ਵੀ ITA ਆਉਂਦੇ ਰਹੇ ਨੇ। ਤੇ ਇਹਨੇ ਸੋਚਿਆ ਵੀ ਮੈਂ ਚੱਲ ਆਈਲੈਟਸ ਦੇ ਦਾਂ, ਕਿਉਂਕਿ ਆਈਲੈਟਸ ਜ਼ਰੂਰੀ ਸੀ ਉਹਦੇ ਲਈ। ਹੁਣ ਆਈਲੈਟਸ ਇਹਨੇ ਕਰ ਲਈ, ਹੋ ਸਕਦਾ ਨੇ PR ਦੀ ਫਾਈਲ ਲਾ ਵੀ ਦਿੱਤੀ ਹੋਵੇ, ਤੇ ਮੈਂ ਉਹ ਵੀ ਸਾਰੇ ਮੇਰੇ ਕੋਲ ਆ ਜਾਊਗਾ ਡਾਟਾ, ਠੀਕ ਹੈ। ਮੈਂ CBS ਨੂੰ ਲਿਖ ਰਿਹਾ ਐਕਟਿਵਲੀ ਬਹੁਤ ਜਲਦੀ। ਤੇ ਆਪਣੇ ਕਾਗਜ਼ PR ਦੀ ਲੈ ਰਹੀ ਹੈ ਪੂਰੀ, ਠੀਕ ਹੈ। ਇਹ ਮੈਂ ਖੁਦ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ, ਮੈਨੂੰ ਕਿਸੇ ਨੇ ਨਹੀਂ ਦੱਸਿਆ ਹੈਗਾ ਕਿ ਸੋਚੇ ਕਿ ਮੈਨੂੰ ਕਿਸੇ ਰਸਤਾ, ਮੈਂ ਐਕਟਿਵਲੀ ਇਨਵੈਸਟੀਗੇਟ ਕਰਦਾ ਵੀ ਕੀ ਚੱਲ ਰਿਹਾ। ਤੇ ਆਪਣੀ ਫਾਈਲ ਪੱਕੇ ਹੋਣ ਲਈ ਆਈਲੈਟਸ ਵੀ ਦੇ ਰਹੀ ਹੈ। ਉਹਦੇ ਹੀ ਲੋਕਡਾਊਨ ਨਹੀਂ, ਆਈਲੈਟਸ ਵੀ ਕਿਤੇ ਸੈਂਟਰ ਦੇ ਕੇ ਆਈ ਹੈ, ਸੈਂਟਰ ਦਾ ਨੰਬਰ ਲਿਖਿਆ 0067 ਉੱਤੇ ਦੇ ਕੇ ਆਈ ਹੈ, ਠੀਕ ਹੈ। ਉਹਦੇ 'ਚ ਇਹਦਾ ਰਿਜ਼ਲਟ ਕੱਢ ਕੇ ਦੇਖ ਲਓ। 10 ਮਈ ਨੂੰ ਦੇ ਕੇ ਆਈ ਹੈ, 22 ਮਈ ਨੂੰ ਰਿਜ਼ਲਟ ਆਇਆ। ਮੈਂ ਤਾਂ ਸਕੋਰ ਵੀ ਦੱਸ ਦਿੰਦਾ ਤੁਹਾਨੂੰ। ਇਹਦਾ ਜੇ 1 'ਚੋਂ 7 ਬੈਂਡ ਆਏ ਨੇ, 1 'ਚੋਂ 6 ਆਏ ਨੇ, 1 'ਚੋਂ ਆਏ ਨੇ, 1 'ਚੋਂ 5.5। ਇਹਦਾ ਸਕੋਰ, ਇਹਦਾ ਜਿਹੜਾ ਐਕਸਪ੍ਰੈਸ ਐਂਟਰੀ ਦਾ ਸਕੋਰ 323 ਬਣਦਾ। ਇਹਦਾ ITA ਤਾਂ ਨਹੀਂ ਆਇਆ, ਕਿਉਂਕਿ ITA 357 ਤੋਂ ਥੱਲੇ ਗਿਆ ਹੀ ਨਹੀਂ। ਐਕਸਪ੍ਰੈਸ ਐਂਟਰੀ ਦੇ ਪੁਆਇੰਟ ਬੇਸ ਹੁੰਦਾ ਹੈ, 357 ਤੋਂ ਡਰਾਅ ਦਾ ਥੱਲੇ ਨਹੀਂ ਗਿਆ, ਪਰ ਇਹਦੇ ਪੁਆਇੰਟ 323 ਬਣਦੇ ਨੇ। ਹੋ ਸਕਦੇ ਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਸਿੰਗਲ ਲਿਖਿਆ ਹੋਵੇ। ਜਦੋਂ ਪਰਸਨ ਸਿੰਗਲ ਲਿਖਦਾ ਆਪਣੀ ਐਪਲੀਕੇਸ਼ਨ 'ਚ ਵਰਕ ਪਰਮਿਟ ਦੀ, ਤਾਂ ਉਹਦੇ 25 ਪੁਆਇੰਟ ਵੱਧ ਜਾਂਦੇ ਨੇ। ਇਹਦੇ 25 ਪੁਆਇੰਟ ਵੱਧ ਕੇ ਸਕੋਰ 350 ਹੋ ਗਿਆ ਹੋਣਾ, ਇਹਨੇ ਹੀ ਲਿਖਿਆ ਹੋਣਾ। ਇਸ ਕਰਕੇ ਹੋ ਸਕਦਾ ਨੇ ਸਿੰਗਲ ਲਿਖਿਆ ਹੋਵੇ, ਕਿਉਂਕਿ ਜਿਹੜੀਆਂ ਉੱਥੇ ਕੁੜੀਆਂ ਮੁੰਡੇ ਜਾਂਦੇ ਨੇ ਇੱਥੋਂ ਇੰਗੇਜਮੈਂਟ ਕਰ ਜਾਂ ਸੋਰੀ ਵਿਆਹ ਕਰਕੇ, ਇਹ ਵੀ ਕਾਰਨ ਨਾਲ ਉੱਥੇ ਮੁੱਕਰ ਜਾਂਦੇ ਨੇ, ਕਿਉਂਕਿ ਸਪਾਊਸ ਨੂੰ ਐਡ ਕਰਨਾ ਪੁਆਇੰਟ ਘਟਦੇ ਨੇ। ਮੈਰਿਟ ਬੇਸ ਤੇ ਐਕਸਪ੍ਰੈਸ ਐਂਟਰੀ ਜਿਹੜੀ PR ਮਿਲਦੀ ਆ, ਇਹਦੇ ਪੁਆਇੰਟ ਘਟ ਗਏ ਹੋਣੇ, ਤੇ ਇਹਨੇ ਪੁਆਇੰਟ ਐਡ ਕਰਨ ਲਈ ਸਿੰਗਲ ਲਿਖਿਆ ਹੋਵੇ, ਗਲਤੀ ਕੀਤੀ ਹੋਵੇ ਵੀ ਮੈਂ ਪਹਿਲੇ ਸਿੰਗਲ ਲਿਖ ਦਿੰਦੀ ਆ। ਉਹ ਵੀ ਸਾਰਾ ਕੁਝ ਸੱਚ ਸਾਹਮਣੇ ਆ ਜਾਊਗਾ। ਕਿ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਉਹਨੇ ਸ਼ਾਇਦ ਵਰਕ ਪਰਮਿਟ ਤੇ ਅਨਮੈਰਿਡ ਭਰਿਆ ਹੋਵੇ, ਜੇ ਅਨਮੈਰਿਡ ਭਰਦੀ ਹੈ ਤਾਂ ਐਕਸਪ੍ਰੈਸ PR ਜਲਦੀ ਮਿਲ ਜਾਂਦੀ ਹੈ। ਇਹ ਪ੍ਰੂਫ ਤੁਹਾਡੇ ਕੋਲ ਮਿਲ ਜੂਗਾ? ਪੁਆਇੰਟਸ ਵੱਧ ਜਾਂਦੇ ਨੇ, ਪੁਆਇੰਟਸ। ਹਾਂਜੀ ਬੋਲੋ। ਠੀਕ, ਪੁਆਇੰਟਸ ਵੱਧ ਜਾਂਦੇ ਨੇ, ਮਤਲਬ ਐਕਸਪ੍ਰੈਸ ਜਿਹੜਾ ਵੀਜ਼ਾ ਲੈਣ ਦੇ ਲਈ, PR ਲੈਣ ਦੇ ਲਈ
ਪੁਆਇੰਟਸ ਵੱਧਦੇ ਨੇ, ਉਹਦਾ ਪ੍ਰੂਫ ਮਿਲ ਜਾਏਗਾ ਤੁਹਾਨੂੰ ਕਿਉਂਕਿ ਤੁਸੀਂ ਇਮੀਗ੍ਰੇਸ਼ਨ ਲਾਅ ਕੰਸਲਟੈਂਟ ਹੋ? ਕਿਸ ਚੀਜ਼ ਦਾ ਪ੍ਰੂਫ? ਆਈਲਟਸ ਦਾ ਪ੍ਰੂਫ ਤਾਂ ਮੈਂ ਦੇ ਸਕਦਾ। ਅੱਜ ਤੁਸੀਂ ਵੈਬਸਾਈਟ ਤੇ ਜਾਓ, IDP ਆਸਟ੍ਰੇਲੀਆ ਲੌਗਇਨ ਕਰੋ ਤੇ ਰਿਜ਼ਲਟ ਕੱਢੋ, ਮਿਲ ਜਾਣਾ ਇਹਦਾ। ਤੁਸੀਂ ਤਾਂ ਪਾਸਪੋਰਟ ਨੰਬਰ ਭਰੋ ਜੀ। ਤੁਸੀਂ ਜਿਹੜੇ ਸਕੋਰ ਦੀ ਗੱਲ ਕਰ ਰਹੇ, ਮੈਂ ਸਕੋਰ ਦੀ ਗੱਲ ਕਰ ਰਹੀ ਹਾਂ ਕਿ ਜਿਹੜੇ ਸਕੋਰ ਉਹਨੇ ਲਏ ਨੇ, ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੁੰਦਾ ਹੈ ਉਹ ਉਸਨੇ ਸ਼ੁਰੂ ਕੀਤਾ, ਉਹਦੇ ਵਿੱਚ ਅਨਮੈਰਿਡ ਭਰਿਆ, ਉਸਦਾ ਕੋਈ ਸਬੂਤ ਤੁਹਾਡੇ ਹੱਥ ਲੱਗਿਆ ਜਾਂ ਕੋਈ ਤੁਹਾਨੂੰ ਜਾਣਕਾਰੀ ਮਿਲੀ ਹੈ? ਨਹੀਂ, ਉਹ ਸਬੂਤ ਮੇਰੇ ਕੋਲੋਂ 1-2 ਦਿਨ ਲੱਗਣਗੇ, ਮੇਰੇ ਕੋਲ ਆ ਜਾਊਗਾ। ਲੇਕਿਨ ਮੈਂ ਤੁਸੀਂ ਵੀ ਖੁਦ ਇੱਕ ਕੰਪਰੀਹੈਂਸਿਵ ਰੈਂਕਿੰਗ ਟੂਲ ਹੈ, ਤੁਸੀਂ ਕੈਨੇਡਾ ਦੀ ਵੈਬਸਾਈਟ ਤੇ ਗੂਗਲ ਤੇ ਜਾ ਕੇ ਦੇਖ ਸਕਦੇ ਹੋ, CIC ਕੰਪਰੀਹੈਂਸਿਵ ਰੈਂਕਿੰਗ। ਉੱਥੇ ਤੁਸੀਂ ਸਕੋਰ ਭਰੋ ਇਹਦੀ, ਜਿਵੇਂ +2 ਕਰਕੇ ਗਈ ਹੈ ਇੱਥੋਂ, ਉੱਥੇ ਨੇ 2 ਸਾਲ ਦਾ ਡਿਪਲੋਮਾ ਕੀਤਾ ਹੈ, ਇਹਦਾ ਆਈਲਟਸ ਜਿਹੜਾ ਕਰੰਟ ਸਕੋਰ ਹੈ ਇਹਨੇ ਲਿਆ ਹੈ, ਕਿਉਂਕਿ ਪਹਿਲਾਂ ਇੱਥੋਂ ਦਾ ਐਕੈਡੈਮਿਕ ਆਈਲਟਸ ਕਰਕੇ ਗਈ ਸੀ ਸਟੱਡੀ ਪਰਮਿਟ ਤੇ, ਉਹਨੇ ਜਨਰਲ ਟ੍ਰੇਨਿੰਗ ਦਾ ਟੈਸਟ ਦਿੱਤਾ ਇਹਨੇ 10 ਮਈ ਨੂੰ। ਉਹਦੇ ਜਿਹੜਾ ਸਕੋਰ ਆਇਆ ਉਹਦੇ ਹਿਸਾਬ ਨਾਲ 323 ਸਕੋਰ ਬਣਦਾ। ਕੋਈ ਵੀ ਟੈਸਟ ਚੈੱਕ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਜਦੋਂ ਭਰੋਗੇ +2 ਇੰਗਲਿਸ਼ ਇੰਨਾ ਸਕੋਰ ਹੈ ਤੇ ਹੋਰ ਸਾਰੀ ਤੁਸੀਂ ਇਨਫੋਰਮੇਸ਼ਨ ਜਦੋਂ ਭਰੋਗੇ ਤਾਂ ਤੁਹਾਡੇ ਸਾਹਮਣੇ ਸਾਰਾ ਡਿਸਪਲੇ ਹੋ ਜਾਣਾ। ਫ੍ਰੀ ਇਹ ਸਰਵਿਸ ਹੈ, ਟੂਲ ਹੈ ਕਿ ਕੈਲਕੂਲੇਟਰ ਹੈ, ਫ੍ਰੀ ਹੈ। ਉਹਦਾ 323 ਸਕੋਰ ਬਣਦਾ। ਜੇ ਆਪਾਂ ਸਪਾਊਸ ਨੂੰ ਨਹੀਂ ਐਡ ਕਰਦੇ ਤਾਂ 350 ਸਕੋਰ ਬਣਦਾ ਹੈਗਾ, 25-27 ਨੰਬਰ ਦਾ ਫਰਕ ਪੈਂਦਾ ਜੀ। ਤੇ ਉਸ ਕਰਕੇ ਹੋ ਸਕਦਾ ਇਹਨੇ ਸਿੰਗਲ ਲਿਖਤਾ ਹੋਵੇ ਉਹਦੇ ਚ, ਤੇ ਕੁੜੀਆਂ ਕਰਦੀਆਂ ਉੱਥੇ, ਮੁੰਡੇ ਕਰਦੇ ਨੇ ਵੀ ਸਿੰਗਲ ਲਿਖਾ ਦਾਂਗੇ ਤੇ ਉਹਦੇ ਸਾਨੂੰ ਪੁਆਇੰਟ ਜਿਹੜੀ ਹੈਗੇ ਆ ਬੂਸਟ ਇੰਪਰੂਵਮੈਂਟ ਹੋ ਜੂਗੀ ਤੇ ਸਾਡਾ ITA ਡਰਾ ਹੋ ਜੂਗਾ ਐਕਸਪ੍ਰੈਸ ਐਂਟਰੀ ਦੇ ਬਾਅਦ ਚ ਅਸੀਂ ਬੁਲਾ ਲਾਂਗੇ ਸਪਾਊਸ ਨੂੰ। ਇਦਾਂ ਵੀ ਕਰਦੀਆਂ ਨੇ ਕੁੜੀਆਂ ਮੁੰਡੇ। ਇਹਦੇ ਵਿੱਚ ਪ੍ਰੋਸੈਸ ਸ਼ੁਰੂ ਹੋਇਆ, ਪ੍ਰਸ਼ਾਸਨ ਛਾਨਬੀਨ ਕਰ ਰਿਹਾ ਹੈ, ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਵਿੱਚ ਤੁਸੀਂ ਲਵਪ੍ਰੀਤ ਲਾਡੀ ਦੇ ਲੀਗਲ ਐਡਵਾਈਜ਼ਰ ਹੋ, ਤੁਸੀਂ ਕੈਨੇਡਾ ਦੇ ਵਿੱਚ ਕੀ ਪ੍ਰੋਸੈਸ ਸ਼ੁਰੂ ਕੀਤਾ? ਦੇਖੋ, ਪਹਿਲਾਂ ਤਾਂ ਮੈਂ ਦੱਸਦਾ ਜੀ, ਮੈਂ ਲਾਇਰ ਨਹੀਂ ਹੈਗਾ, ਮੈਂ ਇਮੀਗ੍ਰੇਸ਼ਨ ਲਾਅ ਕੰਸਲਟੈਂਟ ਆ, ਰੈਗੂਲੇਟਰੀ ਹੈ ਜਿਹੜੀ ICCRC ਦਾ ਮੈਂਬਰ ਆ, ਤੇ ਮੈਂ ਇਮੀਗ੍ਰੇਸ਼ਨ ਡਿਪਾਰਟਮੈਂਟ ਪੂਰਾ ਡੀਲ ਕਰ ਸਕਦਾ ਇਹਨਾਂ ਦੇ ਕੇਸ ਬਾਰੇ। ਉੱਥੇ ਜ਼ਰੂਰਤ ਪੈਣੀ ਹੈ, ਠੀਕ ਹੈ। ਜੇ ਅੱਗੇ ਆਪਾਂ ਨੂੰ ਫੈਡਰਲ ਕੋਰਟਸ ਜਾਣ ਦੀ ਜ਼ਰੂਰਤ ਪੈਂਦੀ ਹੈ, ਉੱਥੇ ਲਾਇਰ ਦੀ ਜ਼ਰੂਰਤ ਪੈਂਦੀ ਹੈ, ਉਹ ਬਹੁਤ ਲੰਬੀ ਗੱਲ ਆ, ਉੱਥੇ ਤੱਕ ਪਹੁੰਚਣੀ ਨਹੀਂ ਗੱਲ ਪਹਿਲਾਂ ਹੀ ਡਿਸੀਜਨ, ਕਿਉਂਕਿ ਇਮੀਗ੍ਰੇਸ਼ਨ ਡਿਵੀਜ਼ਨ ਜਿਹੜੀ ਹੈਗੀ ਹੈ ਕੈਨੇਡਾ ਦੀ, ਜਾਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਹੈ, ਇਸ ਤੋਂ ਇਲਾਵਾ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ, ਸਾਰੀਆਂ CBSA IRCs ਨੂੰ ਅਸੀਂ ਡੀਲ ਕਰ ਸਕਦੇ ਹਾਂ। ਜਿਹੜਾ ਉਰੇ ਇੰਡੀਆ ਜਿਹੜਾ ਕੇਸ ਦਰਜ ਹੋਇਆ ਧਾਰਾ 420, ਉਹ ਫਾਈਨੈਂਸ਼ੀਅਲ ਫਰਾਡ ਹੋਇਆ 13,80,000 ਦੀ ਇਹਦੇ ਅਕਾਊਂਟ 'ਚ ਐਂਟਰੀ ਗਈ ਹੈ, ਠੀਕ ਹੈ। ਇਹਦੇ ਪੇਰੈਂਟਸ ਵੀ ਨਾਲ ਇਨਵੋਲਵ ਨੇ ਉਸ ਫਰਾਡ ਦੇ ਵਿੱਚ। ਇਹਦੇ ਪੇਰੈਂਟਸ ਦਾ ਪਾਸਪੋਰਟ ਬਣ ਗਿਆ ਬੈਂਕ ਦੇ, ਠੀਕ ਹੈ। ਆਪਣੇ ਪੇਰੈਂਟਸ ਦਾ ਪਾਸਪੋਰਟ ਵੀ ਬਣਵਾ ਲਿਆ ਨੇ, ਆਪਣਾ USA ਦਾ ਵੀਜ਼ਾ ਵੀ ਲਵਾ ਲਿਆ ਨੇ, ਆਪਣੀ PR ਦੀ ਫਾਈਲ ਦੀ ਤਿਆਰੀ ਵੀ ਕਰ ਲਈ। ਕਹਿੰਦੀ ਕਿ ਲਾਡੀ ਲਈ ਮੈਨੂੰ NOC B ਕੋਡ ਦੀ ਜੌਬ ਚਾਹੀਦੀ ਸੀ, ਤਾਂ ਉਹਦੇ ਵਰਕ ਪਰਮਿਟ ਦੇ ਡਾਕੂਮੈਂਟ ਭੇਜਦੀ। ਆਪਣੀ PR ਜਦੋਂ ਬੰਦਾ ਲਗਾ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ, NOC B ਜਿਹੜੀ NOC B ਲੈਵਲ ਦੀ ਜੌਬ ਆ ਉਹਦਾ ਐਕਸਪੀਰੀਅੰਸ ਚਾਹੀਦਾ ਆਪਾਂ ਨੂੰ। ਉਹਦੀ ਪੂਰੀ ਇਹਨੇ ਤਿਆਰੀ ਕਰ ਲਈ, ਆਪਣੇ ਲਈ ਸਭ ਕੁਝ ਕਰ ਰਹੀ ਹੈ, ਤੇ IELTS ਵੀ ਦੇ ਲਈ, ਠੀਕ ਹੈ। ਲੇਕਿਨ ਲਾਡੀ ਲਈ ਇੱਕ ਵੀ ਕਾਗਜ਼ ਨਹੀਂ ਭੇਜਿਆ ਵੀ ਆਲਾ ਭਾਈ ਤੂੰ ਮੇਰਾ ਹਸਬੈਂਡ ਹੈ, ਆ ਚੱਕ ਮੈਂ ਤੇਰੀ ਫਾਈਲ ਆਪੀ ਐਪਲੀਕੇਸ਼ਨ, ਜਾਂ ਮੈਂ ਪੇਪਰ ਦੀ ਤਿਆਰੀ ਕਰ ਰਹੀ ਹਾਂ, ਆਹ ਲੈ। ਜਾਂ ਪੇਰੈਂਟਸ ਦਾ ਪਾਸਪੋਰਟ ਬਣਾਉਂਦੀ ਲਿਖਾਦਾ ਵੀ ਚੱਲ ਲਾਡੀ ਦੇ ਵੀ ਤੁਸੀਂ ਮੇਰੇ ਮੰਮੀ ਪਾਪਾ ਹੋ, ਸੱਸ ਸਹੁਰਾ, ਤੁਸੀਂ ਮੈਨੂੰ ਇੱਥੇ ਭੇਜਿਆ, ਮੈਂ ਬਹੁਤ ਅਹਿਸਾਨ ਮੰਨਦਾ, ਲਓ ਜੀ ਤੁਸੀਂ ਆਪਣਾ ਵੀ ਪਾਸਪੋਰਟ ਬਣਾਓ। ਬੇਅੰਤ ਕੌਰ ਨੇ ਆਪਣੇ ਮੰਮੀ ਡੈਡੀ ਨੂੰ ਕਹਿਤਾ ਵੀ ਪਾਸਪੋਰਟ ਤੁਸੀਂ ਬਣਵਾ ਲਓ ਆਪਣਾ, ਫਟਾਫਟ ਤਿਆਰੀ ਕਰ ਰਹੇ ਨੇ, ਤੇ USA ਦਾ ਵੀਜ਼ਾ ਵੀ ਲਾ ਲਿਆ, IELTS ਦੀ ਤਿਆਰੀ ਕਰ ਲਈ, ਲੇਕਿਨ ਉਹਦੇ ਲਈ ਕੁਝ ਨਹੀਂ ਕੀਤਾ। ਹੁਣ 420 ਦੇ ਵਿੱਚ ਫਾਈਨੈਂਸ਼ੀਅਲ ਫਰਾਡ ਹੈ, ਇਹਦੇ ਪੇਰੈਂਟਸ ਮਿਸ ਰੈਪ ਦੇ ਵਿੱਚ ਨਾਲ ਸ਼ਾਮਲ ਨੇ। ਉਹ ਵੀ ਮੈਂ ਲਿਖੂੰਗਾ CBSE ਨੂੰ, ਇਹਨਾਂ ਦਾ ਮਾਂ ਪਿਓ ਦਾ ਪਾਸਪੋਰਟ ਨੰਬਰ ਲਿਖ ਕੇ ਕਿ ਇਹਨਾਂ ਨੂੰ ਵੀ ਵਿਜ਼ਟਰ ਦੀ ਐਂਟਰੀ ਨਾ ਦਿੱਤੀ ਜਾਵੇ ਕੈਨੇਡਾ ਦੀ, ਕਿਉਂਕਿ ਮਿਸ ਰੈਪ ਕੀਤੀ ਹੈ ਇਹਨਾਂ ਤੋਂ ਵੀ 5 ਸਾਲ ਦਾ ਬੈਨ ਲੱਗੂ, ਕਿਉਂਕਿ ਇਹਦੇ ਡੈਡੀ ਦੇ ਸਾਈਨ ਨੇ। ਜਦੋਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਾਈ ਹੈ ਇਹਨੇ ਜਾਂ ਆਫਰ ਲੈਟਰ ਲਈ ਹੈ, ਸਾਰੇ ਪ੍ਰੂਫ ਨੇ ਮੇਰੇ ਕੋਲ ਸੇਂਟ ਲਾਰੈਂਸ ਕਾਲਜ ਚੋਂ, ਤਾਂ ਉਹਦੇ ਜਿਹੜੇ ਡੈਡੀ ਦੇ ਸਾਈਨ ਦੇ ਵਿੱਚ ਇੰਗਲਿਸ਼ ਸਾਈਨ ਨੇ, ਉਹ ਵੀ ਸੇਮ ਸਾਈਨ ਇਹਨੇ ਪਤਾ ਨਹੀਂ ਆਪ ਮਾਰੇ ਹੋਏ ਨੇ, ਪਤਾ ਨਹੀਂ ਇਹਦੇ ਡੈਡੀ ਨੇ ਮਾਰੇ, ਉਹ ਸਾਰਾ ਹੋ ਜਾਊਗਾ ਵੈਰੀਫਾਈ। ਲੇਕਿਨ ਇਕੁਅਲੀ ਸ਼ਾਮਲ ਆ ਵੀ ਫਰਾਡ ਦੇ ਵਿੱਚ। 420 ਦਾ ਫਾਈਨੈਂਸ਼ੀਅਲ ਫਰਾਡ ਜਿਹੜਾ ਕੀਤਾ, 13,80,000 ਲੈ ਕੇ ਉਹਨਾਂ ਤੋਂ ਸ਼ੋਅ ਆਪਣਾ ਕਰਤਾ। 420 ਜਿਹੜੀ ਧਾਰਾ ਹੈ ਇਹ ਟਾਈਮ ਲੱਗੂ। ਅਸੀਂ ਜਿਹੜਾ ਕੇਸ ਲੜਨਾ ਕੈਨੇਡਾ ਦੇ ਜਿਹੜਾ ਕਾਨੂੰਨ ਨੇ ਨਾ, ਉਹ ਹੈਗੇ ਧਾਰਾ 40 ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ, ਉਹਦੇ 'ਚ ਐਕਸਕਲੂਜਨ ਆਰਡਰ ਮਿਲਦੇ ਨੇ, 5 ਸਾਲ ਦਾ ਬੈਨ ਲੱਗਦਾ ਜੇ ਕੋਈ ਬੰਦਾ ਆਪਣੀ ਐਪਲੀਕੇਸ਼ਨ ਝੂਠ ਬੋਲਦਾ। ਝੂਠ ਐਸ ਵੀ ਲਿਖਦਾ, ਇਹਨੇ ਬਹੁਤ ਸੀਰੀਅਸ ਝੂਠ ਬੋਲਿਆ। ਹੁਣ ਕਈ ਲੋਕ ਇੱਥੇ ਕਹਿੰਦੇ ਨੇ ਜੀ ਇਹ ਤਾਂ ਅਸੀਂ ਤਾਂ ਸੁਣੀ ਨਹੀਂ ਚੀਜ਼, ਇਹ ਇੱਥੇ ਤਾਂ ਆਪਣੇ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਬਹੁਤ ਗਹਿਰਾਈ ਨਾਲ ਜਦ ਤੱਕ ਮਰਡਰ ਜਾਂ ਕੋਈ ਇੱਦਾਂ ਦਾ ਲੜਾਈ ਹੁੰਦੀ ਖੂਨ ਖਰਾਬਾ ਹੁੰਦਾ ਉਹਨੂੰ ਕ੍ਰਾਈਮ ਮੰਨਦੇ ਨੇ। ਲੇਕਿਨ ਕੈਨੇਡਾ ਦੇ ਵਿੱਚ ਛੋਟੀ ਜਿਹੀ ਗੱਲ ਨੂੰ ਵੀ ਬਹੁਤ ਬੜਾ ਜਿਹੜਾ ਇਸ਼ੂ ਬਣਦਾ ਹੈ, ਜਿਵੇਂ ਉੱਥੇ ਬੰਦੇ ਦੀ ਡੈਥ ਵੀ ਹੋ ਜਾਵੇ, ਐਕਸੀਡੈਂਟ ਵੀ ਹੋ ਜਾਵੇ, ਮਰਡਰ ਹੋ ਜਾਵੇ, ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ। ਜੇ ਬੰਦੇ ਦਾ ਹੁਣ ਸਪੋਜ਼ ਕੱਲ੍ਹ ਐਕਸੀਡੈਂਟ ਹੋਵੇ ਤਾਂ ਉੱਥੇ ਹੈਲੀਕਾਪਟਰ ਵੀ ਆ ਜਾਂਦਾ। ਉੱਥੇ ਦੇ ਹਿਸਾਬ ਨਾਲ ਜਿਹੜਾ ਬਣਦਾ ਇਕੁਅਲ ਟੂ ਆਲਮੋਸਟ ਸਮਝ ਲਓ ਮਰਡਰ ਖੂਨ ਖਰਾਬਾ ਵਾਲਾ ਕੰਮ ਹੈ। ਜਿਹੜਾ ਮਿਸਰੈਪ ਦਾ ਕੇਸ ਹੈ ਜਿਹੜਾ 40, ਇਹ ਲੋਕਾਂ ਨੂੰ ਨਹੀਂ ਪਤਾ ਹੋਵੇ। ਜਿਹੜੇ ਕੰਸਲਟੈਂਟ ਨੇ ਉਹਨਾਂ ਨੂੰ ਸਾਰਾ ਪਤਾ ਹੈ, ਸਟੂਡੈਂਟ ਜਿਹੜੇ ਜਾਂ ਹੋਰ ਜਾਂਦੇ ਉਹਨਾਂ ਨੂੰ ਸਾਰਾ ਪਤਾ ਹੈ। ਪਰ ਇੱਥੇ ਲੋਕੀ ਕਹਿੰਦੇ ਇੱਥੇ ਤਾਂ ਐਂ ਸਮਝਦੇ 57 ਹੀ ਹੋਣੀਆਂ, ਚੱਲ ਮਾੜੀ ਮੋਟੀ ਚਲੋ ਲੜਾਈ ਝਗੜੇ ਦਾ ਕੇਸ ਹੋਣਾ ਹੈ ਤਾਂ, ਲੇਕਿਨ ਸੀਰੀਅਸ ਆ ਬਹੁਤ ਜ਼ਿਆਦਾ। ਵੱਡੇ ਵੱਡੇ ਮਿਨਿਸਟਰਾਂ ਦੇ ਵੀਜ਼ੇ ਰਿਜੈਕਟ ਹੋਏ ਨੇ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਂ ਨਾਮ ਨਹੀਂ ਲੈਣਾ, ਪ੍ਰਧਾਨ ਸੀ, ਉਹਦਾ ਵੀ ਵੀਜ਼ਾ ਰਿਜੈਕਟ ਹੋਇਆ ਸੀ।
ਆਮ ਆਦਮੀ ਪਾਰਟੀ ਦੇ 2 ਬੰਦੇ ਗਏ ਸੀਗੇ ਤਕਰੀਬਨ ਇਹ 2 ਤਾਂ 3 ਸਾਲ ਦੀ, ਗੂਗਲ ਤੇ ਦੇਖ ਲਿਓ, 3 ਸਾਲ ਪਹਿਲਾਂ ਉਹਨੂੰ ਟੋਰਾਂਟੋ 에ਅਰਪੋਰਟ ਤੋਂ ਵਾਪਸ ਟੋਰਾਂਟੋ 에ਅਰਪੋਰਟ ਤੋਂ ਵਾਪਸ ਮੋੜਿਆ ਸੀ ਉਹਨਾਂ ਨੂੰ। ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਹ ਪੰਜਾਬ ਤੋਂ। ਅਸ਼ੋਕ ਸਰ, ਇੱਕ ਸਵਾਲ ਹਾਂਜੀ। ਬੇਅੰਤ ਨੂੰ ਮੈਂ ਕੱਲ ਪੁੱਛਿਆ ਸੀਗਾ ਕਿ ਤੁਸੀਂ ਵਿਆਹ ਦੇ ਲਈ 10 ਦਿਨ ਕਹਿ ਕੇ ਆਏ ਹੋ। ਬੇਅੰਤ ਕਹਿੰਦੀ ਕਿ ਉਦੋਂ ਮੈਨੂੰ ਇਮੀਡੀਏਟਲੀ ਬੁਲਾ ਲਿਆ ਗਿਆ ਤੇ ਮੈਂ 10 ਦਿਨਾਂ ਦੇ ਵਿੱਚ ਆ ਗਈ ਸੀ। ਮੇਰਾ ਸਮੈਸਟਰ ਸ਼ੁਰੂ ਹੋਣਾ ਸੀ ਸੈਪਟੈਂਬਰ ਦੇ ਵਿੱਚ, ਤਾਂ ਕਰਕੇ ਮੇਰੇ ਕੋ ਐਂਡ ਤੇ ਉਹਨਾਂ ਨੇ ਮੈਨੂੰ ਦੱਸਿਆ ਮੇਰੇ ਕੋ 10 ਦਿਨ ਹੀ ਸੀਗੇ ਤਾਂ ਮੈਂ ਆ ਗਈ। ਮੈਰਿਜ ਪਹਿਲਾਂ ਫਿਕਸ ਨਹੀਂ ਹੋਈ, 4 ਮਹੀਨੇ ਦੀਆਂ ਛੁੱਟੀਆਂ ਉਸਨੇ ਕਿਹਾ ਕਿ ਹਾਂ ਸੀਗੀਆਂ, ਪਰ ਉਦੋਂ ਮੇਰੇ ਕੋ 10 ਦਿਨ ਬਚਦੇ ਸੀ, ਮੈਂ ਤਾਂ ਵਾਪਸ ਚਲੀ ਗਈ। ਦੇਖੋ ਜਿਹੜਾ ਉਹਨੇ ਪਹਿਲਾ ਇੰਟਰਵਿਊ ਦਿੱਤਾ ਉਹਨੇ ਇਹ ਕਿਹਾ, ਹੁਣ ਦੁਬਾਰਾ ਉਹਨੇ ਪਬਲਿਕਲੀ ਲਾ ਕੇ ਕਿਹਾ ਨਹੀਂ ਕੁਝ ਵੀ, ਛੁੱਟੀਆਂ ਸੀਗੀਆਂ, ਉਹਨੇ ਇਹੀ ਗੱਲ ਕਹੀ ਆ ਵੀ ਮੈਂ ਜੌਬ ਵੀ ਕਰਨੀ ਹੁੰਦੀ ਹੈ, ਪਾਰਟ ਟਾਈਮ ਜੌਬ ਇੱਥੇ ਮਿਲਦੀ ਨਹੀਂ, ਮੇਰੇ ਕੋਲ 10 ਦਿਨ ਸੀ ਕਿਉਂਕਿ ਮੈਂ ਸਮੈਸਟਰ ਸਟਾਰਟ ਕਰਨਾ ਸੀ ਜਾ ਕੇ। ਸਮੈਸਟਰ ਸਟਾਰਟ ਕਰਨਾ ਸੀ 1 ਸਤੰਬਰ 2019 ਨੂੰ ਜਾ ਕੇ, ਠੀਕ ਹੈ। ਉਸ ਤੋਂ ਪਹਿਲਾਂ ਜਿਹੜਾ 1 ਮਈ 2019 ਤੋਂ ਲੈ ਕੇ 31 ਅਗਸਤ 2019 ਤੱਕ ਇਹਦੇ ਵਿਆਹ ਤੋਂ ਪਹਿਲਾਂ 4 ਮਹੀਨੇ ਦਾ ਬ੍ਰੇਕ ਸੀ, ਇਹਨੂੰ ਸਮਰ ਬ੍ਰੇਕ, ਠੀਕ ਹੈ। ਸੇਂਟ ਲਾਰੈਂਸ ਕਾਲਜ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਮਰ ਬ੍ਰੇਕ ਕੱਢ ਲਓ, ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਿੰਦਾ ਸਾਰਾ ਕੁਝ। ਜਿਹੜੇ ਬੱਚੇ ਉੱਥੇ ਫਾਲ 'ਚ ਮਤਲਬ ਕਿ ਸਤੰਬਰ ਸ਼ੁਰੂ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਸਮਰ ਬ੍ਰੇਕ 4 ਮਹੀਨਾ ਮਿਲਦਾ। ਜਿਹੜੇ ਬਾਕੀ ਨੇ ਉਹਨਾਂ ਨੂੰ 7 ਦਿਨ ਦਾ 15 ਦਿਨ ਦਾ ਇੱਦਾਂ ਬ੍ਰੇਕ ਮਿਲਦਾ, ਜਿਵੇਂ ਕ੍ਰਿਸਮਸ ਦਾ ਵਿੰਟਰ ਬ੍ਰੇਕ ਹੋ ਗਿਆ, ਜਾਂ ਫਿਰ ਤੁਸੀਂ ਫਾਲ ਤੋਂ ਬਾਅਦ ਫਿਰ ਵਿੰਟਰ ਬ੍ਰੇਕ ਹੋ ਜਾਂ ਸਪਰਿੰਗ ਹੁੰਦਾ, ਇੱਦਾਂ ਛੋਟੇ ਮੋਟੇ ਬ੍ਰੇਕ ਆਉਂਦੇ ਨੇ 5-10 ਦਿਨ ਦੇ। ਬੱਚਿਆਂ ਨੂੰ ਲਾਲਚ ਹੁੰਦਾ ਵੀ ਅਸੀਂ ਸਤੰਬਰ 'ਚ ਜਾਈਏ ਕਿਉਂਕਿ ਉੱਥੇ ਸਮਰ ਬ੍ਰੇਕ 4 ਮਹੀਨਾ ਮਿਲ ਜਾਂਦਾ, ਬੱਚੇ ਫਿਰ ਕੰਮ ਕਰਦੇ ਨੇ, ਪੈਸੇ ਬਣਾਉਂਦੇ ਨੇ। ਇਹ ਗੱਲ ਇਹਨੇ ਦੱਸੀ ਆਪਣੇ ਪੇਰੈਂਟਸ ਨੂੰ, ਲਾਡੀ ਨੂੰ ਕਦੇ ਦੱਸੀ, ਚੈਟ ਦਿਖਾ ਦੇ ਵੀ ਹਾਂ ਮੈਂ ਲਾਡੀ ਨੂੰ ਦੱਸੀ ਸੀ ਇਹ ਗੱਲ, ਮੈਂ 4 ਮਹੀਨੇ ਫ੍ਰੀ ਹਾਂ। ਜਿਹੜਾ ਬੰਦਾ ਫ੍ਰੀ ਹੁੰਦਾ ਸਟੱਡੀ ਤੋਂ, ਮੈਂ ਸਟੱਡੀ ਤੋਂ ਫ੍ਰੀ ਕਰਦਾ, ਵਰਕ ਤੋਂ ਫ੍ਰੀ ਨਹੀਂ ਹੋਣੀ ਹੈ। ਸਟੱਡੀ ਤੋਂ ਫ੍ਰੀ ਆ ਕਿ ਉਹਦੇ ਕੋਲ 2 ਮਿੰਟ ਗੱਲ ਕਰਨ ਦਾ ਟਾਈਮ ਨਹੀਂ ਸੀ ਲਾਡੀ ਨਾਲ। ਕੀ ਕਹਿੰਦੀ ਮੈਂ ਲੋਕਡਾਊਨ ਲੱਗਿਆ ਸੀ, ਮੈਂ ਘਰ ਉਸ ਟਾਈਮ ਤੇ ਚਲੋ ਲੋਕਡਾਊਨ ਵੀ ਨਹੀਂ ਸੀਗਾ 2019 'ਚ, ਕਿਉਂਕਿ 4 ਮਹੀਨੇ ਬੰਦਾ ਫ੍ਰੀ ਹੋਵੇ। ਫਿਰ ਕਹਿੰਦੀ ਮੈਂ 11 ਘੰਟੇ ਕੰਮ ਕਰਦੀ ਸੀ, ਨੇ ਚੈਟ 'ਚ ਕਿਹਾ। ਇਹਦਾ ਮਤਲਬ 11 ਘੰਟੇ ਕੰਮ ਕਰਦੀ ਸੀ ਤੇ 5 ਦਿਨ ਕੰਮ ਕਰਦੇ 55 ਘੰਟੇ ਕੰਮ ਕਰਦੀ ਸੀ। ਇਹ ਇਲੀਗਲ ਹੈ। 20 ਘੰਟੇ ਬੰਦਾ ਆਪਣਾ ਵਰਕ ਨਹੀਂ ਜ਼ਿਆਦਾ ਨਹੀਂ ਕਰ ਸਕਦਾ। ਚਲੋ ਜੇ ਮੰਨ ਲਓ ਬ੍ਰੇਕ 'ਚ ਕਰਦੀ ਸੀ ਫੁੱਲ ਟਾਈਮ, ਉਸ ਟਾਈਮ ਬ੍ਰੇਕ ਸੀਗਾ, ਠੀਕ ਹੈ, ਤੇ ਫਿਰ ਵੀ ਬੰਦਾ ਟਾਈਮ ਕੱਢ ਲੈਂਦਾ। 7 ਦਿਨ ਕੰਮ ਕਰਦੀ ਸੀ, 70 ਘੰਟੇ ਕੰਮ ਕਰਦੀ ਸੀ 7 ਦਿਨ 'ਚ, ਫਿਰ ਫੀਸ ਕਿਉਂ ਉਹਨਾਂ ਕੋਲ ਮੰਗਾ ਰਹੀ ਸੀ ਤੂੰ? ਜੇ ਤੂੰ 11 ਘੰਟੇ 7 ਦਿਨ ਕੰਮ ਕਰਦੀ ਸੀ, ਤੇਰੇ ਕੋਲ ਟਾਈਮ ਨਹੀਂ ਸੀ ਮੰਨ ਲਿਆ, ਫਿਰ ਤੂੰ ਫੀਸ $5420 ਵਿਆਹ ਤੋਂ ਬਾਅਦ ਉਹਨੇ ਭੇਜੀ ਹੈ ਸਤੰਬਰ 2019 'ਚ। ਫੀਸ ਉਹਨਾਂ ਕੋਲ ਮੰਗਾ ਰਹੇ, 7 ਦਿਨ ਤੂੰ ਕੰਮ ਕਰ ਰਹੀ, 70 ਘੰਟੇ ਫੀਸ ਤੈਨੂੰ ਆਪਣੇ ਆਪ ਤੂੰ। ਫਿਰ ਉਹਨਾਂ ਨੂੰ ਕਹਿੰਦੇ ਮੈਨੂੰ ਟਿਕਟ ਵੀ ਭੇਜੋ। ਪੂਰਾ 4 ਮਹੀਨੇ ਕੰਮ ਕਰਕੇ ਇਹਦੇ ਕੋਲ ਪੈਸੇ ਹੈਗੇ ਨੇ, ਟਿਕਟ ਕਹਿੰਦੀ 1,12,000 ਦੀ ਉਹਨਾਂ ਨੇ ਰਿਟਰਨ ਟਿਕਟ ਕਰਾਈ, VVIP ਬਣ ਗਈ, ਮੈਨੂੰ ਤੁਸੀਂ ਟਿਕਟ ਭੇਜੋ, ਕਿ ਮੇਰੇ ਕੋਲ ਪੈਸੇ ਨਹੀਂ ਹੈਗੇ। ਬਾਅਦ 'ਚ ਵਿਆਹ ਕਰਨ ਤੋਂ ਬਾਅਦ $5420 ਦੀ ਰਸੀਦ ਹੈਗੀ ਹੈ ਸਾਡੇ ਕੋਲੋਂ, ਉਹ ਵੀ ਉਹਨੇ ਮੰਗਾਈ। 7 ਦਿਨ ਕੰਮ ਕੀਤਾ, ਮੰਨ ਲਿਆ ਤੇਰੇ ਕੋਲ ਟਾਈਮ ਨਹੀਂ ਸੀ ਲਾਡੇ ਲਈ, ਪੈਸੇ ਤੂੰ ਬਣਾਏ, ਪੈਸੇ ਬਣਾ ਕੇ ਤੂੰ ਟਿਕਟ ਵੀ ਕਹਿੰਦੀ ਮੇਰੀ ਤੁਸੀਂ ਲਾਓ, ਫਿਰ ਉਹ ਪੈਸੇ ਕਿਉਂ ਨਹੀਂ ਆਪਣੇ ਆਪ ਤੇ ਲਾਏ ਤੂੰ ਉਹਨਾਂ ਤੋਂ $5420 ਕਿਉਂ ਲਵਾਏ? ਤੇਰਾ ਮਨ ਠੀਕ ਨਹੀਂ ਸੀ ਨਾ, ਤੂੰ ਇੰਟੈਂਸ਼ਨ ਤੇਰੀ ਸਹੀ ਨਹੀਂ ਸੀ। ਜੇ ਤੇਰੀ ਆਹ ਗੱਲ ਸੱਚ ਮੰਨ ਲਿਆ ਤਾਂ ਤੂੰ ਪੈਸੇ ਨਹੀਂ ਲਾਏ। ਜੇ ਤੂੰ ਕਹਿੰਦੀ ਨਹੀਂ ਮੈਂ ਕੰਮ ਕਰਦੀ ਸੀ, ਫਿਰ ਤੂੰ ਕਾਲ ਕਿਉਂ ਨਹੀਂ ਕੀਤੀ? ਜੇ ਤੂੰ ਫ੍ਰੀ ਸੀਗੀ ਕਾਲ ਕਿਉਂ ਨਹੀਂ ਕਰਦੇ? ਜੇ ਤੁਸੀਂ ਜਦੋਂ ਕਾਲਜ ਨਹੀਂ ਹੁੰਦਾ ਤੁਸੀਂ 11 ਘੰਟੇ ਵੀ ਕੰਮ ਕਰ ਲਓ, ਮੰਨ ਲਓ ਤੁਸੀਂ ਇੱਕ ਦਿਨ 11 ਘੰਟੇ ਕੰਮ ਕਰਦੇ ਹੋ, 7 ਦਿਨ ਤੁਸੀਂ 77 ਘੰਟੇ ਕੰਮ ਕੀਤਾ, ਤਾਂ ਵੀ ਬੰਦਾ 24 ਘੰਟੇ ਦੇ ਰਿਹਾ ਦਿਨ 'ਚ, ਬਾਕੀ ਕਿੱਥੇ ਸੀ ਤੁਸੀਂ? 13 ਘੰਟੇ ਦੇ ਵਿੱਚ ਚਲੋ 1 ਘੰਟਾ ਆਉਣ ਜਾਣ ਦਾ ਹੋ ਗਿਆ, 12 ਘੰਟੇ ਪਤਾ ਉਹ ਸਿਰਫ 15 ਜਾਂ 20 ਮਿੰਟ ਮੰਗਦਾ ਸੀ। ਜਿਹੜੇ ਐਕਸਕਿਊਜ਼ ਨੇ ਨਾ ਚਾਈਲਡਿਸ਼ ਨੇ, ਕੋਈ ਇਹ ਹਜਮ ਹੋਣ ਵਾਲੇ ਨਹੀਂ ਹੈਗੇ, ਜਸਟੀਫਾਈਡ ਨਹੀਂ ਹੈਗੇ। ਕੋਈ ਇਹ ਜਿਹੜੇ ਇੰਡੀਆ 'ਚ ਰਹਿੰਦੇ ਆ ਉੱਥੇ ਲੋਕਾਂ ਨੂੰ ਨਹੀਂ ਪਤਾ ਲੱਗਣਾ, ਪਰ ਕੈਨੇਡਾ 'ਚ ਬੈਠੇ ਸਾਰਿਆਂ ਨੂੰ ਪਤਾ ਹੁੰਦਾ ਵੀ ਉੱਥੇ ਸਾਰੇ ਮਜ਼ਾਕ ਹੀ ਉਡਾਉਂਦੇ ਨੇ ਇੰਟਰਵਿਊ ਦਾ ਵੀ ਝੂਠ ਬੋਲ ਰਿਹਾ। ਉੱਥੇ ਲੋਕਾਂ ਨੂੰ ਸਾਰਾ ਪਤਾ ਸਿਸਟਮ ਦਾ, ਵੀ ਮੈਂ ਆ ਨਹੀਂ ਸਕੀ, ਲੋਕਡਾਊਨ ਸੀ, ਮੈਨੂੰ ਟਾਈਮ ਘੱਟ ਮਿਲਿਆ। ਇਹ ਐਵੇਂ ਫਿਊਲ ਗੱਲਾਂ ਨੇ ਜੀ, ਕੋਈ ਮਤਲਬ ਨਹੀਂ ਬਣਦਾ ਇਹਦਾ। ਨਾਲੇ ਕੇਸ ਨਾਲ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ, ਮੈਨੂੰ ਪਤਾ ਹੈ ਕਿ ਕੇਸ ਤੇ ਕੋਈ ਇਫੈਕਟ ਨਹੀਂ ਪੈਣਾ, ਚਾਹੇ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਵੀ ਰੱਖ ਲੈਂਦੇ ਹੋ ਜਾਂ ਝੂਠ ਵੀ ਬੋਲ ਦਿੰਦੇ ਹੋ। ਇਹ ਤਾਂ ਜੀ ਸੋਸ਼ਲ ਚੀਜ਼ਾਂ ਆ ਗਈਆਂ, ਕੁਆਲੀਟੇਟਿਵ ਚੀਜ਼ਾਂ ਆ ਗਈਆਂ ਵੀ ਮੈਂ ਕਰਦੀ ਸੀ ਨਹੀਂ ਕਰਦੀ, ਬਟ ਕਾਨੂੰਨ ਦੇ ਹਿਸਾਬ ਨਾਲ ਜੋ ਇਹਨੇ ਗਲਤੀ ਕੀਤੀ ਆ ਮੈਂ ਫੜੀ ਆਈ ਕਿ ਇਹ ਗਲਤੀ ਇੱਕ ਮੈਰਿਜ ਆਫ ਕਨਵੀਨੀਅੰਸ। ਹਾਂਜੀ, ਬੇਅੰਤ ਨੂੰ ਸਵਾਲ ਪੁੱਛਿਆ ਕਿ ਰਵਦੀਪ ਦੇ ਨਾਲ ਜੋ ਫੋਟੋ ਹੈ ਉਹ ਫੋਟੋ ਲਿਖੀ ਹੋਈ, ਉਹ ਕਹਿੰਦੀ ਐਡਿਟ ਕੀਤੀ ਹੋਈ ਸੀ, ਸਾਡੀ ਇਕੱਠੀ 15-16 ਜਣਿਆਂ ਦੇ ਪੰਜਾਬੀ ਜਿਹੜੇ ਇੰਡੀਅਨ ਨੇ ਉਹਨਾਂ ਦੀ ਫੋਟੋ ਸੀ, ਤੇ ਉਹ ਗਰੁੱਪ ਫੋਟੋ ਦੇ ਵਿੱਚੋਂ ਸਾਡੀ 2 ਜਣੇ ਦੀ ਫੋਟੋ ਕੱਢ ਕੇ ਉਹਨਾਂ ਨੇ ਪੇਸ਼ ਕਰ ਦਿੱਤੀ, ਸਾਡੀ ਗਰੁੱਪ ਫੋਟੋ ਸੀਗੀ। ਤੇ ਮੈਂ ਵੀ ਉਹਨੂੰ ਇਹ ਆਸਕ ਕੀਤਾ ਕਿ ਗਰੁੱਪ ਫੋਟੋ ਫੋਨ ਐਦਾਂ ਫੜ ਕੇ ਨਹੀਂ ਹੁੰਦੀ, ਜੇ ਆਪਾਂ ਗਰੁੱਪ ਫੋਟੋ ਹੁੰਦੀ ਹੈ ਤਾਂ ਆਪਾਂ ਲੀਗਲੀ ਖੜੇ ਹੁੰਨੇ ਆ। ਤੇ ਉਹ ਰਵਦੀਪ ਫੋਟੋ ਕਲਿੱਕ ਕਰ ਰਹੇ ਸਾਹਮਣੇ, ਉਹ ਕਿੱਦਾਂ ਫੋਟੋ? ਕਹਿੰਦੀ ਉਹ ਮੈਡਮ ਐਡਿਟ ਕੀਤੀ ਹੋਈ ਹੈ, ਸਾਰੇ ਆਪੋ ਆਪਣੀ ਗਰੁੱਪ ਫੋਟੋ ਲੈ ਰਹੇ ਸੀਗੇ। ਦੇਖੋ ਇਹਨੂੰ ਐਂ ਕਹੋ ਜੀ ਆਪਣੀ ਜਿਹੜੀ ਗਰੁੱਪ ਫੋਟੋ ਦੀ ਓਰੀਜਨਲ ਫੋਟੋ ਆ ਉਹ ਭੇਜ ਦੇਵੇ ਤੁਹਾਨੂੰ, ਠੀਕ ਹੈ। ਉਹਨੂੰ ਕਹੋ ਜੀ ਇਹ ਗਰੁੱਪ ਫੋਟੋ ਸੀ ਨਾ, ਉਹ ਜਿਹੜੀ ਓਰੀਜਨਲ ਹੈ, ਚਾਹੇ ਮੂੰਹ ਕਾਲਾ ਚਿੱਟਾ ਜਾਂ ਤਿਲ ਇੱਥੇ ਹੈਗਾ ਜਾਂ ਨਹੀਂ, ਉਹ ਓਰੀਜਨਲ ਫੋਟੋ ਸਾਨੂੰ ਭੇਜ ਦੇ, ਤਾਂ ਹੀ ਅਸੀਂ ਮੰਨਾਂਗੇ ਨਾ।
ਜੀ ਮੈਂ ਉਹਨੂੰ ਇਹ ਹਾਂ ਸਵਾਲ ओरिजिनल फोटो आई आ ਜਿਹੜੀ ਨਕਲੀ ਹੈ ਤੂੰ ਆਪਣੀ ਪੇਸ਼ ਕਰ ਪ੍ਰੈਜ਼ੈਂਟ ਕਰ ਪ੍ਰੂਫ ਉੱਤੇ ਆ ਜੀ ਆ ਦੇਖੋ ਜੀ ਅਸੀਂ 7 8 10 ਜਣੇ ਖੜੇ ਆ ਗਰੁੱਪ ਫੋਟੋ ਸੀ ਜੀ ਇਦਾਂ ਸੀ ਜੀ ਇਹਨੂੰ ਐਡਿਟ ਕਰ ਦਿੱਤਾ ਗਿਆ ਜੀ ਔਰ ਇੱਕੋ ਦਮ ਜਿਹੜੀ ਕੇਸ ਤੋਂ ਬਾਅਦ ਫਟਾਫਟ ਕਿਨੇ ਐਡਿਟ ਕਰਤੇ ਐ ਇੰਨਾ ਟਾਈਮ ਨਹੀਂ ਹੈਗਾ ਲੋਕਾਂ ਕੋਲ ਐਡਿਟ ਕਰ ਦੇਣਗੇ ਦੇਖੋ ਝੂਠ ਜਿੰਨਾ ਮਰਜ਼ੀ ਮਾਰ ਲਓ ਝੂਠ ਦੇ ਕੋਈ ਪੈਰ ਤਾਂ ਹੁੰਦੇ ਨੇ ਇਹ ਮੇਰੇ ਨਾਲ ਆਮ ਪਬਲਿਕ ਨੂੰ ਬੇਵਕੂਫ ਬਣਾ ਸਕਦੀ ਹੈ ਮੈਂ ਇੱਕ ਲਾਅ ਦਾ ਸਟੂਡੈਂਟ ਕੈਨੇਡਾ 'ਚ ਪੜ੍ਹਿਆ ਮੈਂ ਇੱਦਾਂ ਦੇ ਬਹੁਤ ਕੇਸ ਦੇਖੇ ਨੇ ਲੋਕਾਂ ਨੇ ਮਿਸਰੈਪ ਕੀਤੀ ਹੈ ਉਹਨਾਂ ਨੂੰ ਬਚਾਇਆ ਲੋਕਾਂ ਨੂੰ ਮੈਂ ਉਹਨਾਂ ਦੇ ਡ੍ਰੌਪ ਕਰਾਏ ਨੇ ਜਿਹੜੇ ਇਲਜ਼ਾਮ ਲੱਗੇ ਨੇ ਐਲੀਗੇਸ਼ਨਸ ਲੱਗੀਆਂ ਨੇ ਠੀਕ ਹੈ ਇਹ ਸਾਨੂੰ ਨਹੀਂ ਬੇਵਕੂਫ ਬਣਾ ਸਕਦੇ ਸਾਡੀ ਥੋੜੀ ਜਿਹੀ ਰੱਬ ਨੇ ਅੱਖ ਥੋੜੀ ਜ਼ਿਆਦਾ ਤੇਜ਼ ਦਿੱਤੀ ਠੀਕ ਜੋ ਹੈ ਅਸੀਂ ਕਿਵੇਂ ਪਛਾਣਨੀਆਂ ਟਰੂਡੋ ਦਾ ਬਿਆਨ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਕਿੰਨਾ ਕੁ ਅੱਗੇ ਵਾਜਿਬ ਹੋਊਗਾ ਜਾਂ ਅੱਗੇ ਕਿੰਨਾ ਕੁ ਉਹਦਾ ਪ੍ਰੋਸੈਸ ਹਾਰਡ ਦੇ ਤੌਰ ਤੇ ਹੋਊਗਾ ਕਿ ਹਾਂ ਇਹ ਤਾਂ ਪੂਰਾ ਲੀਗਲੀ 101% ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਐਜ਼ ਕੰਪੇਅਰ ਟੂ ਇੰਡੀਆ ਤਾਂ ਲਾਅ ਬਹੁਤ ਸਖਤ ਨੇ ਐਕਸੀਡੈਂਟ ਵੀ ਹੋ ਜਾਵੇ ਉੱਥੇ ਜਹਾਜ਼ ਆ ਜਾਂਦਾ ਜਾਂ ਕਿੰਨੇ ਤਰਕ ਨੇ ਇੰਡੀਆ ਦੇ ਲਾਅ ਦੇ ਨਾਲੋਂ ਬਾਕੀ ਕੈਨੇਡਾ ਦਾ ਲਾਅ ਕਿਤੇ ਨਾ ਕਿਤੇ ਸਖਤ ਹੈਗਾ ਇਮੀਗ੍ਰੇਸ਼ਨ ਦੇ ਵਿੱਚ ਜਸਟਿਨ ਟਰੂਡੋ ਦਾ ਬਿਆਨ ਹੈ ਉਹ ਕਿੱਥੇ ਕਿੰਨਾ ਕੁ ਡੂੰਘਾਈ ਦੇ ਵਿੱਚ ਸੈੱਟ ਹੋਵੇਗਾ ਦੇਖੋ ਜਸਟਿਨ ਟਰੂਡੋ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਦਿੱਤਾ ਸੀ ਕਹਿੰਦੇ ਅਸੀਂ ਇਮੀਗ੍ਰੇਸ਼ਨ ਟਾਈਟਨ ਨਹੀਂ ਕਰਨ ਲੱਗੇ ਸਾਨੂੰ ਇਮੀਗ੍ਰੈਂਟਸ ਚਾਹੀਦੇ ਨੇ ਪਰ ਜਿਹੜੇ ਫਰਾਡੂਲੈਂਟ ਇੱਕ ਵਰਡ ਯੂਜ਼ ਕਰ ਸੀ ਉੱਥੇ ਜਿਹੜੀ ਫਰਾਡੂਲੈਂਟ ਕਹਿੰਦੇ ਆ ਫਰਾਡੂਲੈਂਟ ਕਹਿੰਦੇ ਨੇ ਠੀਕ ਹੈ ਮੇਰੀ ਵੀ ਤੁਸੀਂ ਐਕਸੈਂਟ ਥੋੜੀ ਡਿਫਰੈਂਟ ਜੀ ਲੱਗੂਗੀ ਪੰਜਾਬੀ ਐਕਸੈਂਟ ਜਿਹੜੀ ਉਹਨੇ ਫਰਾਡੂਲੈਂਟ ਕਿਹਾ ਵਰਡ ਫਰਾਡੂਲੈਂਟ ਏਜੰਟਸ ਨੇ ਜਿਹੜੇ ਇਹ ਗਾਈਡ ਕਰਦੇ ਨੇ ਇਹਨਾਂ ਨੂੰ ਹੁਣ ਇੱਕ 18 ਸਾਲ ਦੀ ਕੁੜੀ ਆ ਉਹਨੂੰ ਬਿਆਨ ਤੇ ਕੋਈ ਇਮੀਗ੍ਰੇਸ਼ਨ ਦਾ ਕੀ ਪਤਾ ਵੀ ਇਦਾਂ ਵਿਆਹ ਹੋਊਗਾ ਤੂੰ ਇੱਥੇ ਜਾ ਸਟੱਡੀ ਪਰਮਿਟ ਤੇ ਫਿਰ ਉਸ ਤੋਂ ਬਾਅਦ ਮੁੰਡੇ ਨਾਲ ਜੀ ਡੀਲ ਕਰ ਲੈ ਇਹ ਚੀਜ਼ਾਂ ਏਜੰਟ ਸਮਝਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਘੋਸਟ ਏਜੰਟ ਉਰੇ ਜਿਹੜੇ ਆਪਣੇ ਇੰਡੀਆ 'ਚ ਨੇ ਮਸ਼ਰੂਮਿੰਗ ਹੋਈ ਵੀ ਏਜੰਟਸ ਦੀ ਐਜੂਕੇਸ਼ਨ ਕੰਸਲਟੈਂਟ ਸਾਰੇ ਨਹੀਂ ਮੈਂ ਕਹਿੰਦਾ ਕੁਝ ਜਿਹੜੇ 10-15% ਜਾਂ 20% ਕਹਿ ਲਓ ਉਹ ਇਦਾਂ ਗਾਈਡ ਕਰਦੇ ਨੇ ਐਪਲੀਕੇਸ਼ਨਸ ਵੀ ਗਲਤ ਲਾਉਂਦੇ ਨੇ ਉਹਦੇ 'ਚ ਗਲਤ ਇਨਫੋਰਮੇਸ਼ਨ ਭਰਦੇ ਨੇ ਉਹ ਵੀ ਜ਼ਿੰਮੇਵਾਰ ਨੇ ਪਰ ਜਦੋਂ ਤੁਸੀਂ ਐਪਲੀਕੇਸ਼ਨ ਫਾਰਮ ਭਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਖੁਦ ਜ਼ਿੰਮੇਵਾਰ ਹੋ ਚਾਹੇ ਏਜੰਟ ਦੀ ਕੋਈ ਜ਼ਿੰਮੇਵਾਰੀ ਨਹੀਂ ਆਉਂਦੀ ਉਹਨੂੰ ਕੋਈ ਨਹੀਂ ਫੜਦਾ ਫਿਰ ਕਿਉਂਕਿ ਤੁਸੀਂ ਖੁਦ ਜ਼ਿੰਮੇਵਾਰ ਹੋ ਤੁਸੀਂ ਵੀ ਫਾਰਮ ਜਿਹੜਾ ਤੁਸੀਂ ਭਰਿਆ ਫਾਰਮ ਤੇ ਉਹ ਜਿਹੜੀ ਸਟੇਟਮੈਂਟ ਸੀਗੀ ਟਾਈਟ ਨਹੀਂ ਕਰਨ ਲੱਗੇ ਟਰੂਡੋ ਸਾਹਿਬ ਕਹਿੰਦੇ ਪਰ ਜਿਹੜੇ ਏਜੰਟ ਤੇ ਅਸੀਂ ਐਕਸ਼ਨ ਲਵਾਂਗੇ ਜਿੰਨਾ ਹੋ ਸਕਦਾ ਵੀ ਮੈਂ ਇਹ ਕਹਿੰਦਾ ਵੀ ਤੁਸੀਂ ਇੱਕ ਰਜਿਸਟਰਡ ਜਿਹੜਾ ਕੰਸਲਟੈਂਟ ਆ ਜਾਂ ਰਜਿਸਟਰਡ ਲਾਇਰ ਆ ਤੁਸੀਂ ਉਹਦੇ ਨਾਲ ਬਣਾਓ ਠੀਕ ਹੈ ਥੋੜੀ ਉਹਦੀ ਫੀਸ ਜ਼ਿਆਦਾ ਲੈਂਦੇ ਹੋਣੇ ਨੇ ਪਰ ਉਹ ਕੰਮ ਵੀ ਵਧੀਆ ਕਰਦੇ ਨੇ ਤੁਹਾਨੂੰ ਗਾਈਡ ਕਰਦੇ ਨੇ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿਸੇ ਨੇ ਇੱਥੇ ਨਾ ਸਾਡੇ ਲੁਧਿਆਣੇ ਇੱਕ ਨੇ ਐਪਲੀਕੇਸ਼ਨ ਲਾਈ ਉਹ ਕੁੜੀ ਇੱਥੇ ਕਾਲਜ ਲੈਕਚਰਰ ਲੱਗੀ ਹੋਈ ਹੈ 60,000 ਰੁਪਏ ਸੈਲਰੀ ਆ ਉਹਦੀ ਉਹ ਕਿਸੇ ਏਜੰਟ ਕੋਲ ਚਲੇ ਗਈ ਕਹਿੰਦੇ ਤੁਹਾਡਾ ਵਿਜ਼ਟਰ ਵੀਜ਼ਾ ਅਪਲਾਈ ਕਰ ਦਿੰਦੇ ਆ ਉਹਨੇ ਵਿਜ਼ਟਰ ਵੀਜ਼ਾ ਲਿਖਤਾ ਉਹ ਐਕਸਿਸ ਬੈਂਕ ਦੀ ਮੈਨੇਜਰ ਦਿਖਾਤਾ ਉਹਨੇ ਉਹਨੂੰ ਕਹਿੰਦੇ ਥੋੜਾ ਸਟਰੋਂਗ ਹੋ ਜਾਊਗਾ ਪ੍ਰੋਫਾਈਲ ਏਜੰਟ ਨੇ ਉਹ ਕਹਿੰਦੀ ਜੀ ਮੈਂ ਲੈਕਚਰ ਲੱਗੀ ਹੋਈ ਹਾਂ 60,000 ਰੁਪਏ ਲੈਣੀ ਆ ਮੇਰਾ ਤਾਂ ਵੈਸੇ ਸਟਰੋਂਗ ਹੈ ਪ੍ਰੋਫਾਈਲ ਉਹ ਇਮੀਗ੍ਰੇਸ਼ਨ ਡਿਪਾਰਟ ਜਿਹੜਾ ਵੀਜ਼ਾ ਆਫਿਸਰ ਨੇ ਐਕਸਿਸ ਬੈਂਕ ਦੇ ਸਾਰੀ ਵੈਬਸਾਈਟ ਦੇਖ ਲਿਆ ਵੀ ਮੈਨੇਜਰ ਤਾਂ ਹੈ ਹੀ ਨਹੀਂ ਕਾਲ ਵੀ ਕਰ ਲਈ ਉਹ ਝੂਠ ਫੜਿਆ ਗਿਆ ਉਹਦੇ 5 ਸਾਲ ਦਾ ਬੈਨ ਲਾਤਾ ਉਹ ਮੇਰੇ ਕੋਲ ਆ ਕੇ ਰੋਂਦੀ ਸੀ ਕਹਿੰਦੀ ਮੈਨੂੰ ਤਾਂ ਏਜੰਟ ਨੇ ਮਰਵਾਤਾ ਜੀ ਵਿੱਚ ਐਕਸਿਸ ਇਦਾਂ ਦੀਆਂ ਗਲਤੀਆਂ ਏਜੰਟ ਕਰਦੇ ਨੇ ਠੀਕ ਹੈ ਜਿਨ੍ਹਾਂ ਨੂੰ ਕੁਆਲੀਫਾਈਡ ਨਹੀਂ ਸਕਿਲਡ ਨਹੀਂ ਐਜੂਕੇਸ਼ਨ ਨਹੀਂ ਐਕਸਪੀਰੀਅੰਸ ਨਹੀਂ ਠੀਕ ਹੈ ਗੂਗਲ ਤੇ ਕੱਢ ਮੈਂ ਸਾਰੇ ਨਹੀਂ ਕਹਿੰਦਾ ਇਦਾਂ ਇੰਟੈਲੀਜੈਂਟ ਵੀ ਨੇ ਏਜੰਟ 15-20% ਜਿਹੜੇ ਕਰਦੇ ਨੇ ਤੇ ਜਿਹਨੇ ਜਾਂ ਫਾਈਲ ਲਗਵਾਈ ਹੈ ਜਾਂ ਉਹਨੇ ਫਾਈਲ ਆਪਣੀ ਦੀ ਕਿਉਂ ਨਹੀਂ ਲਾਈ ਉਹ ਕਾਰਵਾਈ ਦੇ ਵਿੱਚ ਉਹ ਵੀ ਆਏਗਾ ਏਜੰਟ ਵੀ ਆਏਗਾ ਦੇਖੋ ਉਹਨਾਂ ਨੇ ਜਿਹੜੀ ਇਹਦੀ ਐਪਲੀਕੇਸ਼ਨ ਲੱਗੀ ਹੈ ਲੁਧਿਆਣਾ ਦਾ ਇੱਕ ਏਜੰਟ ਹੈ ਜੀ ਸਮਾਰਟ ਸਟੱਡੀ ਸੈਂਟਰ ਉੱਥੋਂ ਫਾਈਲ ਲਾਈ ਹੈ ਇਹਨੇ ਠੀਕ ਹੈ ਤੇ ਅਸੀਂ ਉਹਨਾਂ ਕੋਲੋਂ ਡਾਕੂਮੈਂਟਸ ਮੰਗੇ ਨੇ ਡਾਕੂਮੈਂਟਸ ਕੁਛ ਦੇਤੇ ਬਾਕੀ ਮਨਾ ਕਰਤਾ ਦੇਣ ਨੂੰ ਠੀਕ ਹੈ ਤੇ ਉਹ ਬੰਦਾ ਜੀ ਝੂਠ ਬੋਲ ਰਿਹਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਉਹ ਵੀ ਜਿਵੇਂ ਲੀਗਲੀ ਉਹ ਲਾਡੀ ਦੇ ਹਾਂਜੀ ਪਰਿਵਾਰ ਵਾਲੇ ਐਕਸ਼ਨ ਲੈਣਗੇ ਉਹ ਦੇਖਣਗੇ ਮੇਰੀ ਬੇਅੰਤ ਰਿਲੇਟਿਵ ਨਾਲ ਗੱਲ ਹੋਈ ਬੇਅੰਤ ਨਾਲ ਵੀ ਉਹ ਕਹਿੰਦੇ ਜੀ ਲਾਡੀ ਲਵਪ੍ਰੀਤ ਲਾਡੀ ਜਿਹੜਾ ਸੰਗਰੂਰ ਜਾਂਦਾ ਹੁੰਦਾ ਸੀ ਫਾਈਲ ਪਤਾ ਕਰਨ ਜਿੱਥੋਂ ਬੇਅੰਤ ਦੀ ਫਾਈਲ ਤੁਸੀਂ ਕਹਿ ਰਹੇ ਹੁਣ ਲੁਧਿਆਣਾ ਤੋਂ ਸਮਾਰਟ ਸਿਟੀ ਤੋਂ ਲੱਗੀ ਹੈ ਫਿਰ ਲਾਡੀ ਦੀ ਵੀ ਉੱਥੇ ਪ੍ਰੋਸੈਸ ਸ਼ੁਰੂ ਹੋਣਾ ਸੀ ਜਾਂ ਸੰਗਰੂਰ ਕੋਈ ਡਿਫਰੈਂਟ ਸੀ ਉਹ ਕਹਿ ਰਹੇ ਨੇ ਹਜੇ ਉਹਨਾਂ ਦੇ ਪਰਿਵਾਰ ਦੇ ਨਾਲ ਅਜੇ ਗੱਲ ਕਰਨੀ ਕਿ ਲਵਪ੍ਰੀਤ ਲਾਡੀ ਸੰਗਰੂਰ ਜਾਂਦਾ ਹੁੰਦਾ ਸੀ ਜਾਂ ਫਾਈਲ ਕਿੱਥੋਂ ਲਗਵਾਈ ਸੀਗੀ ਲਵਪ੍ਰੀਤ ਦੀ ਜਾਂ ਲੱਗਣੀ ਸੀ ਇਹ ਹੋਣਾ ਜੀ ਉਹ ਜਿਹੜੀ ਵਰਕ ਪਰਮਿਟ ਦੀ ਐਪਲੀਕੇਸ਼ਨ ਹੋ ਸਕਦਾ ਸੰਗਰੂਰ ਤੋਂ ਲਵਾਈ ਹੋਵੇ ਉਹਨੇ ਓਕੇ ਠੀਕ ਹੈ ਪਰ ਜਿਹੜੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲੱਗੀ ਸੀ ਬੇਅੰਤ ਦੀ ਉਹ ਲੁਧਿਆਣੇ ਤੋਂ ਲੱਗੀ ਸੀ ਸਮਾਰਟ ਸਟੱਡੀ ਸੈਂਟਰ ਜਿਹੜਾ ਉੱਥੋਂ ਲੱਗੀ ਸੀ ਕਿਉਂਕਿ ਉਹਦੇ 'ਚ FIR 'ਚ ਵੀ ਨਾਮ ਹੈ ਉਹਦਾ ਸਮਾਰਟ ਸਟੱਡੀ ਸੈਂਟਰ ਦਾ ਜੋ ਮੈਂ ਪੜ੍ਹਿਆ ਇਹ ਨਹੀਂ ਕਿ ਮੈਂ ਆਪਣੇ ਕੋਲੋਂ ਬੋਲ ਰਿਹਾ ਸਭ ਕੁਝ ਤੁਸੀਂ FIR ਦੀ ਕਾਪੀ 'ਚ ਵੀ ਦੇਖੋ ਵੀ ਉੱਥੋਂ ਵੀ ਇਹਨੇ ਅਪਲਾਈ ਕੀਤਾ ਸੀ ਵੀ ਉਹਨਾਂ ਨੇ ਆਫਰ ਲੈਟਰ ਲੈ ਕੇ ਦਿੱਤੀ ਪਰ ਜਿਹੜੇ ਗਲਤੀਆਂ ਦੇਖੋ ਏਜੰਟ ਵੀ ਕਰਦੇ ਨੇ ਠੀਕ ਹੈ ਹੋ ਸਕਦਾ ਇਹਨਾਂ ਤੇ ਵੀ ਐਕਸ਼ਨ ਆ ਜਾਵੇ ਅੱਗੇ ਲਿਖ ਕੇ ਜਾਵੇ ਵੀ ਜਿਹੜੀ ਕੈਨੇਡਾ ਦੀ ਸਰਕਾਰ ਹੈ ਕਿਉਂਕਿ FIR ਦੀ ਕਾਪੀ ਤਾਂ ਜਾਣੀ ਉਹ ਚਾਹੀਦਾ ਸਮਾਰਟ ਸਟੱਡੀ ਸੈਂਟਰ ਉਹ ਪੜ੍ਹਨਗੇ ਨਾ ਹੋ ਸਕਦਾ ਉਹ ਵੀ ਜਿਹੜੀ ਕੈਨੇਡੀਅਨ ਹਾਈ ਕਮਿਸ਼ਨ ਨੂੰ ਲਿਖ ਕੇ ਦੇ ਦੇਣੇ ਵੀ ਇਹ ਸਮਾਰਟ ਸਟੱਡੀ ਸੈਂਟਰ ਦੀਆਂ ਬਲੈਕ ਲਿਸਟ ਕਰ ਦਿਓ ਇਹਦੀ ਕੋਈ ਵੀ ਐਪਲੀਕੇਸ਼ਨ ਆਵੇ ਇਹਨੂੰ ਰਿਜੈਕਟ ਕਰ ਦਿਓ ਜਿੰਨੇ ਵੀ ਸਟੂਡੈਂਟਸ ਨੇ ਉਹ ਰਿਜੈਕਟ ਹੋ ਸਕਦੇ ਨੇ ਵੀ ਉਹ ਲਿਖਿਆ ਹੋਊਗਾ ਸਮਾਰਟ ਸਟੱਡੀ ਸੈਂਟਰ ਤੋਂ ਮੈਂ ਇੱਕ ਗੱਲ ਦੱਸ ਰਿਹਾ ਇਹ ਪੋਸੀਬਿਲਿਟੀ ਹੈਗੀ ਹੈ ਮੈਂ ਨਹੀਂ ਕਹਿੰਦਾ ਕਨਫਰਮ ਹੈ ਮੈਂ ਬੇਸਡ ਔਨ FIR ਬੋਲ ਰਿਹਾ ਕੋਈ ਮੈਂ ਆਪਣੇ ਕੋਲ ਨਹੀਂ ਬੋਲ ਰਿਹਾ ਹੁਣ ਸਮਾਰਟ ਸਟੱਡੀ ਸੈਂਟਰ ਵਾਲਾ ਕਹੇ ਜੀ ਮੈਂ ਤਾਂ ਇਦਾਂ ਇਲਜ਼ਾਮ ਲਾ ਰਿਹਾ ਮੈਂ ਕਰ ਰਿਹਾ ਇਹ ਹੋ ਸਕਦੀ ਹੈ ਪੋਸੀਬਿਲਿਟੀ ਤਾਂ ਬਲੈਕ ਲਿਸਟ ਹੋ ਜਾਂਦਾ ਏਜੰਟ ਵੀ ਉੱਥੇ ਆਹ ਘਪਲਾ ਹੋਇਆ ਸੀ
ਪੈਰੇ ਦੇ ਵਿੱਚ ਤੁਸੀਂ ਹੁਣ ਉਸ ਨੂੰ ਲੈ ਕੇ ਆ ਰਹੇ ਹੋ, ਕਿੰਨਾ ਕੁ ਪ੍ਰੋਸੈਸ ਹੈ? ਤੁਸੀਂ ਕਹਿ ਰਹੇ ਹੋ ਕਿ ਮੈਂ ਡਾਕੂਮੈਂਟ ਜੋੜ ਰਿਹਾ ਵਾਂ, ਸਾਰੇ ਪ੍ਰੋਸੈਸ ਇਕੱਠੇ ਕਰ ਰਹੇ ਹੋ, ਕਿੰਨਾ ਸਮਾਂ ਲੱਗੇਗਾ ਜੇ ਅੱਜ ਤੋਂ ਸ਼ੁਰੂ ਕਰਦੇ ਪਏ ਹੋ? ਕੀ ਸਥਿਤੀ ਬਣੂਗੀ ਇਸ ਕੇਸ ਦੀ? ਦੇਖੋ ਇੱਕ ਵਰਡ ਯੂਜ਼ ਹੁੰਦਾ ਕੈਨੇਡਾ 'ਚ, ਪੋਇਜ਼ਨ ਪੈਨ ਲੈਟਰ। ਪੋਇਜ਼ਨ ਪੈਨ ਲੈਟਰ ਉਹਨੂੰ ਕਹਿੰਦੇ ਕਿ ਜ਼ਹਿਰੀਲੀ ਚਿੱਠੀ ਲਿਖਣੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ। ਉਹ ਤਾਂ ਕੋਈ ਵੀ ਬੰਦਾ ਲਿਖ ਸਕਦਾ ਵੀ ਆਹ ਕੇਸ 'ਚ ਐਂ ਹੋ ਰਿਹਾ, ਉਹ ਹੋ ਰਿਹਾ। ਉਹ 'ਚ ਵੀ ਬਹੁਤ ਇਨਵੈਸਟੀਗੇਸ਼ਨ ਕਰਦੇ ਨੇ, ਉਹ ਇੱਦਾਂ ਨਹੀਂ ਹੈ, ਬੜੇ ਕੇਸ ਰੁਕੇ ਹੋਏ ਨੇ। ਮੈਂ ਇੱਦਾਂ ਦਾ ਪੋਇਜ਼ਨ ਪੈਨ ਲੈਟਰ ਨਹੀਂ ਲਿਖਣਾ। ਮੈਂ ਪ੍ਰੂਫ ਦੇ ਜਿਹੜਾ ਪ੍ਰੂਫ ਹੈ ਨਾ, ਐਵੀਡੈਂਸ, ਮੈਂ ਨਹੀਂ ਚਾਹੁੰਦਾ ਫਾਈਲ ਮੈਂ ਭੇਜਾਂ ਤੇ ਫਾਈਲ ਚੱਕ ਕੇ ਉਹ ਦੇਖਣਗੇ ਵੀ ਬੰਦ ਕਰ ਦਾਂ ਜੀ ਇਹਦਾ ਜਿਹੜਾ ਜੋ ਇਹ ਮੈਂ ਬਲੇਮ ਲਾ ਰਿਹਾ, ਐਲੀਗੇਸ਼ਨ ਲਾ ਰਿਹਾ, ਉਹ ਝੂਠ ਆ ਜਾਂ ਫਾਈਲ ਬੰਦ ਹੋ ਜਾਵੇ, ਠੀਕ ਆ, ਉਹ PR ਲੈ ਜਾਵੇ, ਜਾਂ ਫਿਰ ਅਸਾਈਲਮ ਕਲੇਮ ਜਾਂ ਰਿਫਿਊਜੀ ਲੈਣ ਦੀ ਕੋਸ਼ਿਸ਼ ਕਰ ਰਹੀ ਆ। ਉਹ ਮੈਂ ਜਿਹੜੇ ਐਵੀਡੈਂਸ ਨੇ ਕਾਫੀ ਮੇਰੇ ਕੋਲ ਹੋ ਚੁੱਕੇ ਨੇ, 95% ਮੇਰੇ ਕੋਲ ਆ ਚੁੱਕੇ ਨੇ। ਮੈਂ ਇੱਕ ਐਫੀਡੇਵਿਟਸ ਨੇ, ਉਹ ਉਹਨਾਂ ਕੋਲ ਬਿਜੀ ਸੀਗੇ। ਮੈਂ ਕਿਹਾ ਮੈਨੂੰ ਕੋਰਟ 'ਚ ਐਫੀਡੇਵਿਟ ਲਿਆ ਦਿਓ, ਪੇਰੈਂਟਸ ਦੇ ਐਫੀਡੇਵਿਟ ਚਾਹੀਦੇ ਨੇ, ਮੈਨੂੰ ਸਿਸਟਰ ਦੇ ਐਫੀਡੇਵਿਟ ਚਾਹੀਦੇ ਨੇ, ਜਿੱਥੇ ਤੇ ਮੈਂ ਸਾਰੇ ਉਹਨਾਂ ਤੋਂ ਬਿਆਨ ਲਿਖਾਣੇ ਨੇ। ਮੈਂ ਐਫੀਡੇਵਿਟਸ ਨਾਲ ਭੇਜੂੰਗਾ, ਮੈਂ ਐਵੇਂ ਸਿੰਪਲੀ ਲੈਟਰ ਨਹੀਂ ਪਾਣੇ ਹੈਗੇ। ਐਫੀਡੇਵਿਟ ਦੀ ਵੈਲਿਊ ਹੁੰਦੀ ਹੈ ਕੈਨੇਡਾ ਸਰਕਾਰ ਦੇ ਅੱਗੇ, ਠੀਕ ਹੈ। ਇਸ ਤੋਂ ਪਹਿਲਾਂ ਉਹ PR ਲੈ ਜਾਵੇ ਜਾਂ ਫਿਰ ਰਿਫਿਊਜੀ ਕਲੇਮ ਜਾਂ ਕੋਸ਼ਿਸ਼ ਕਰੇ ਲਾਉਣ ਦੀ। ਰਿਫਿਊਜੀ ਕਲੇਮ ਤਾਂ ਉਹਦਾ ਖੈਰ ਐਕਸੈਪਟ ਹੋਣਾ ਨਹੀਂ, ਜਿੰਨਾ ਮਰਜ਼ੀ ਲਾ ਦੇਵੇ। ਉਹ ਕਹੀ ਜਾਂਦੇ ਮੈਨੂੰ ਥ੍ਰੈਟ ਆ ਰਹੀ ਹੈ, ਮੈਨੂੰ ਈਮੇਲਸ ਆ ਰਹੀਆਂ ਨੇ। ਈਮੇਲਸ ਆਉਣ ਨਾਲ ਕੋਈ ਥ੍ਰੈਟ ਨਹੀਂ ਹੁੰਦਾ। ਈਮੇਲ ਦੇਖੋ, ਉਹ ਕਹਿੰਦੀ ਮੈਨੂੰ ਈਮੇਲਸ ਆ ਰਹੀਆਂ, ਮੈਨੂੰ ਫੋਨ ਆ ਰਹੇ ਨੇ ਥ੍ਰੈਟ ਲਈ, ਜਾਣ ਕੇ ਝੂਠੀ ਰਿਪੋਰਟ ਲਿਖਾ ਰਹੀ ਉੱਤੇ ਪੁਲਿਸ ਨੂੰ। ਠੀਕ ਹੈ। ਜਿਹੜਾ ਬੰਦਾ ਜੈਨੂਇਨ ਹੁੰਦਾ ਨਾ, ਆਪਣਾ ਈਮੇਲ ਵੀ ਬਲੌਕ ਕਰ ਦਿੰਦਾ, ਆਪਣਾ WhatsApp ਵੀ ਬਲੌਕ ਕਰ ਦਿੰਦਾ, ਵੀ ਉਹ ਬੰਦੇ ਨੂੰ ਬਲੌਕ ਕਰੋ। ਜਿਹੜਾ ਹੁਣ ਸਾਨੂੰ ਕਿੰਨੇ ਡੇਲੀ ਮੈਸੇਜ ਥ੍ਰੈਟ ਜਾਂਦੇ ਨੇ ਕੁਛ ਨਾ ਕੁਛ, ਅਸੀਂ ਨਾਲ ਲੜਨ ਥੋੜੀ ਚਲੇ ਜਾਂਦੇ ਹਾਂ। ਅਸੀਂ ਬਲੌਕ ਕਰ ਦੋ, ਬਾਅਦ ਤੁਹਾਡੇ ਕੋਲ ਸਿੰਪਲ ਇੱਕ ਫੈਸਿਲਿਟੀ ਦਿੱਤੀ ਹੈ ਬਲੌਕ ਦੀ, ਈਮੇਲ ਦੀ ਬਲੌਕ ਦੀ, ਫੇਸਬੁੱਕ ਤੇ ਬਲੌਕ ਦੀ। ਬਲੌਕ ਕਿਉਂ ਨਹੀਂ ਕਰਦੇ? ਵੀ ਤੂੰ ਥ੍ਰੈਟ ਜਿਹੜੀਆਂ ਆਪਣੇ ਆਪ ਜਾਣ ਕੇ ਕਰਵਾ ਰਹੀਆਂ ਜਾਂ ਤਾਂ ਨਾਲੇ ਇਹ ਥ੍ਰੈਟ ਹੈ ਨਾ, ਜਿਹੜੀ ਇੱਕ ਵਾਟਰ ਗਨ ਆ, ਜਿਵੇਂ ਆਪਾਂ ਪਿਚਕਾਰੀ ਖੇਡਦੇ ਹੁੰਦੇ ਸੀ ਬਚਪਨ 'ਚ, ਗਨ ਨਾਲ ਡਰਾਉਣਾ ਕਿਸੇ ਨੂੰ, ਪਾਣੀ ਪਾਣਾ। ਇਹ ਵਾਟਰ ਗਨ ਨਾਲ ਤੂੰ ਰਿਫਿਊਜੀ ਕਲੇਮ ਨਹੀਂ ਲੈ ਸਕਦੀ। ਰਿਫਿਊਜੀ ਸਟੇਟਸ ਹੈ ਜਿਹੜਾ ਐਵੇਂ ਨਹੀਂ ਮਿਲਦਾ। ਵੈਲ ਫਾਊਂਡਡ ਫੀਅਰ ਹੋਣਾ ਚਾਹੀਦਾ। ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 97 ਦੇ ਵਿੱਚ ਲਿਖਿਆ ਹੈ ਵੀ ਇਹ ਤੁਸੀਂ ਥ੍ਰੈਟ ਹੈ, ਤੁਹਾਡੀ ਲਾਈਫ ਨੂੰ ਟੌਰਚਰ ਦੀ, ਤੁਹਾਨੂੰ ਡਰ ਲੱਗਦਾ ਇੰਡੀਆ ਵਾਪਸ ਜਾਓਗੇ, ਇਹੀ ਕਰੂਗੀ ਨਾ ਵੀ ਮੈਨੂੰ ਡਰ ਲੱਗਦਾ। ਉਹ ਇੱਦਾਂ ਨਹੀਂ ਹੁੰਦਾ। ਜਿਹੜੀ ਸਟੇਟ ਜਿਹੜੀ ਹੈਗੀ ਜਿਹੜੀ ਪੰਜਾਬ ਸਟੇਟ ਹੈ ਨਾ, ਉਹ ਕਲੈਪਸ ਹੋਣੀ ਚਾਹੀਦੀ ਹੈ। ਉਹ ਸਿਸਟਮ ਤੋਂ ਡਰ ਹੋਣਾ ਚਾਹੀਦਾ। ਜਿਵੇਂ 1984 'ਚ ਕਾਲਾ ਦੌਰ ਚੱਲਿਆ ਸੀ, ਉਹਦੇ ਵਿੱਚ ਝੂਠੇ ਮੁਕਾਬਲੇ ਹੋਏ ਸੀ, ਪੁਲਿਸ ਪਿੱਛੇ ਪਈ ਸੀ ਬੱਚਿਆਂ ਦੇ, ਮੁੰਡਿਆਂ ਦੇ। ਉਹ ਸਹੀ ਸੀ, ਜੈਨੂਇਨ, ਜਿਹੜੇ ਜਸਟੀਫਾਈਡ ਜਿਹੜੇ ਸੀਗੇ ਉਹ ਕਲੇਮ ਸੀਗੇ ਰਿਫਿਊਜੀ ਦੇ। ਇਹ ਥੋੜੀ ਕਿ ਹੋ ਜਾਊਗਾ ਰਿਫਿਊਜੀ, ਇਹਦਾ ਹੋ ਜਾਊਗਾ ਕਿ ਹਾਂ ਮੈਂ ਇੰਡੀਆ ਤੋਂ ਮੈਨੂੰ ਡਰ ਲੱਗਦਾ ਹੈ, ਮੈਨੂੰ ਪੰਜਾਬ ਜਾਣ ਤੋਂ ਡਰ ਲੱਗਦਾ, ਤਾਂ ਆਉਣ ਦੇ ਖਦਸ਼ੇ। ਬਿਲਕੁਲ ਨਹੀਂ ਨਾ ਜੀ ਨਾ। ਇੱਥੇ ਦੇਖੋ, ਹੁਣ ਤੁਸੀਂ ਪੰਜਾਬ 'ਚ ਬੈਠੇ ਹੋ, ਮੈਂ ਵੀ ਪੰਜਾਬ 'ਚ, ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਜਾਂਦੇ ਆਉਂਦੇ ਹਾਂ। ਇੱਥੇ ਵੂਮਨ ਕਮਿਸ਼ਨ ਹੈ ਤੇ ਡਿਪਟੀ ਕਮਿਸ਼ਨਰ ਦੇ ਆਫਿਸ ਨੇ। ਜਿਹੜਾ ਡਰ ਹੁੰਦਾ ਨਾ, ਉਹ ਹੁੰਦਾ ਸਟੇਟ ਜਿਹੜੇ ਏਜੰਟ ਹੁੰਦੇ, ਸਟੇਟ ਏਜੰਟ, ਸਰਕਾਰ, ਪੁਲਿਸ, ਪ੍ਰਸ਼ਾਸਨ ਇਹਦੇ ਪਿੱਛੇ ਪਿਆ ਆਇਆ। ਇਹਦੇ ਝੂਠੇ ਕੇਸ ਪਾਦੇ। 420 ਦਾ ਜੈਨੂਇਨ ਕੇਸ ਆ, ਉਹਦਾ ਝੂਠਾ ਹੈ ਹੀ ਨਹੀਂ, ਕਿਉਂਕਿ ਫਾਈਨੈਂਸ਼ੀਅਲ ਫਰਾਡ ਦੀ ਰਸੀਦ ਆ ਇਹਨਾਂ ਕੋਲੋਂ, ਮੈਰਿਜ ਆਫ ਕਨਵੀਨੀਅੰਸ ਹੋਈ ਹੈ। ਜਦੋਂ ਸਟੇਟ ਤੋਂ, ਸਰਕਾਰ ਤੋਂ ਡਰ ਹੁੰਦਾ ਨਾ, ਜਿਵੇਂ ਹੁਣ ਸ਼੍ਰੀਲੰਕਾ 'ਚ ਹੈ, ਸ਼੍ਰੀਲੰਕਾ ਜਿਹੜੇ ਸਿੰਗਲਿਸ਼ ਤੇ ਜਿਹੜੇ ਆਪਣਾ ਉੱਥੇ ਤਮਿਲ ਨੇ, ਉਹਨਾਂ ਦਾ ਆਪਸ 'ਚ ਫਾਈਟ ਹੈ। ਇਰਾਕ ਹੈ, ਸਪੇਨ ਹੈ, ਸੀਰੀਆ ਹੋ ਗਿਆ, ਅਫਗਾਨਿਸਤਾਨ ਹੋ ਗਿਆ। ਇੱਥੇ ਜਿਹੜੇ ਇਸ਼ੂ ਚੱਲ ਰਹੇ ਨੇ ਸਰਕਾਰ ਨਾਲ, ਲੋਕਾਂ ਦੇ, ਜਾਂ ਉੱਥੇ ਦਾ ਸਿਸਟਮ ਕੋਲੈਪਸ ਹੋ ਗਿਆ, ਆਤੰਕਵਾਦ ਆ ਉੱਥੇ, ਉਹਨੂੰ ਮਿਲਦੇ ਆ ਰਿਫਿਊਜੀ ਕਲੇਮ। ਤੁਸੀਂ ਸਿੰਪਲੀ ਲਿਖ ਕੇ ਕਹਿ ਦਿਓ ਜੀ ਇੱਥੇ ਸਾਨੂੰ ਪੰਜਾਬ 'ਚ ਖਤਰਾ। ਪੰਜਾਬ 'ਚ ਕਾਹਦਾ ਖਤਰਾ? ਪੰਜਾਬ 'ਚ ਉਹਨੂੰ ਪੁੱਛਦੇ ਨੇ, ਜਿਹੜੀ ਇੰਡੀਅਨ ਹਾਈ ਕਮਿਸ਼ਨ ਨੂੰ ਪੁੱਛਣਗੇ ਵੀ ਇਹ ਕੁੜੀ ਇੱਦਾਂ ਕਲੇਮ ਕਰ ਰਹੀ ਹੈ ਕਿ ਮੇਰੇ ਇੱਥੇ ਉਹ ਪੁੱਛਦੇ ਨੇ, ਉਹਨੂੰ ਲੈਟਰ ਪਾਉਣਗੇ ਪੰਜਾਬ, ਜਿਹੜਾ DGP ਨੂੰ ਲੈਟਰ ਪਾਉਣਗੇ ਵੀ ਤੁਸੀਂ ਆਹ ਕੁੜੀ ਇੱਦਾਂ ਕਹਿ ਰਹੀ ਹੈ, ਮੈਨੂੰ ਥ੍ਰੈਟ ਹੈ, ਕਿੱਥੋਂ ਥ੍ਰੈਟ ਆਈ, ਉਹ ਬੰਦੇ ਫੜੋ। ਨਾਲੇ ਪੰਜਾਬ 'ਚ ਤਾਂ ਥ੍ਰੈਟ ਕਰ ਹੀ ਨਹੀਂ ਰਿਹਾ ਕੋਈ, ਉਹ ਤੋਂ ਈਮੇਲ ਥ੍ਰੈਟਨ ਦਾ ਕੋਈ ਬੇਸ ਨਹੀਂ ਹੁੰਦਾ। ਉਹ ਫੇਲ ਹੋ ਜਾਣਾ ਕੇਸ। ਲਾ ਸਕਦੇ ਤੁਸੀਂ ਰਿਫਿਊਜੀ ਕਲੇਮ, ਥੋੜੇ ਦਿਨਾਂ 'ਚ ਉਹ ਰਿਜੈਕਟ ਹੋ ਜਾਂਦਾ। ਫਿਰ ਇਹ ਬੇਵਕੂਫੀ ਕਰੂਗੀ, ਰਿਫਿਊਜੀ ਕਲੇਮ ਲਾਉਂਦਾ, ਵਰਕ ਪਰਮਿਟ ਤੇ ਤੂੰ ਹੈਗੀ, ਤੂੰ ਰਿਫਿਊਜੀ ਕਲੇਮ ਕਰ ਦੇਂਗੀ। ਉਹ ਜਿਹੜਾ ਇੱਕ ਰਿਫਿਊਜੀ ਜਿਹੜਾ ਬੋਰਡ ਆ ਨਾ, ਜਿਹੜੇ ਪਾਸ ਕਰਦਾ, ਉਹ ਫਾਰਵਰਡ ਲੁਕਿੰਗ ਦੇਖਦਾ, ਨਾ ਕਿ ਪਾਸਟ, ਵੀ ਇਹ ਫਿਊਚਰ 'ਚ ਇਹਨੂੰ ਕੀ ਹੋ ਸਕਦਾ। ਹੁਣ 2-4 ਮਹੀਨੇ ਜਦ ਗੱਲ ਠੰਡੀ ਹੋ ਜਾਣੀ ਹੈ, ਤਾਂ ਉਹ ਫਾਰਵਰਡ ਲੁਕਿੰਗ ਦੇਦਾ ਵੀ ਇਹਨੂੰ ਅੱਗੇ ਖਤਰਾ ਹੈਗਾ ਕਿ ਨਹੀਂ ਹੈਗਾ। ਪਾਸਟ ਦੇ ਵਿੱਚ ਜਿਹੜਾ ਜੋ ਹੋ ਗਿਆ। ਇਹ ਥ੍ਰੈਟਿੰਗ ਥੁਟਿੰਗ ਨਾਲ ਕੁਝ ਨਹੀਂ ਹੋਣ ਲੱਗਾ ਈਮੇਲ ਦੇ ਨਾਲ। ਬਿਆਨ ਤਾਂ ਕਹਿੰਦੀ ਪੋਸਟਮਾਰਟਮ ਦੀ ਰਿਪੋਰਟ ਆ ਜਾਣ ਤੋਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਮੈਂ ਸੱਚੀਆਂ ਝੂਠੀਆਂ, ਕਿਉਂਕਿ ਨੈਚੁਰਲ ਡੈਥ ਲਾਡੀ ਦੀ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਹੈ ਜਿਹੜੀ, ਉਹ ਨੈਚੁਰਲ ਡੈਥ ਆਉਂਦੀ ਹੈ, ਤਾਂ ਉਸ ਤੋਂ ਬਾਅਦ ਫਿਰ ਕੀ ਪ੍ਰੋਸੈਸ ਕੈਨੇਡਾ 'ਚ ਉਵੇਂ ਚੱਲਦਾ ਰਹੂਗਾ ਲਾਅ, ਕਿ ਉਹਦੇ ਬੇਸ ਉਹ ਪੋਸਟਮਾਰਟਮ ਦੀ ਲੱਗੂਗੀ? ਮੈਂ ਤੁਹਾਡੀ ਗੱਲ ਆਪਾਂ ਐਜ਼ਿਊਮ ਕਰ ਲੈਂਦੇ, ਬੇਅੰਤ ਦੀ ਗੱਲ ਆਪਾਂ ਮੰਨ ਲੈਂਦੇ ਹਾਂ। ਮੰਨ ਲਓ ਮੁੰਡੇ ਦੀ ਨੈਚੁਰਲ ਡੈਥ ਹੈ, ਮੰਨ ਲਓ, ਠੀਕ ਹੈ। ਹੁਣ ਆਪਾਂ ਸੁਸਾਈਡ ਤੇ ਵੀ ਆ ਜਾਂਦੇ ਹਾਂ। ਜਿਹੜਾ ਸੁਸਾਈਡ ਦੇ ਕਹਿੰਦੇ ਇਹ ਇਲਜ਼ਾਮ ਲਾ ਰਹੀ ਹੈ ਮੁੰਡੇ ਦੇ ਨਸ਼ੇ ਦਾ। ਜਿਹਨੇ ਸੁਸਾਈਡ ਕਰਨਾ ਨਾ, ਸਾਡੇ ਇੱਕ ਬੰਦਾ ਹੁੰਦਾ ਸੀ, ਉਹਨੂੰ ਉਸ ਟਾਈਮ ਕੀੜੇ ਮਾਰ ਦਵਾਈ ਨਹੀਂ ਮਿਲੀ ਹੈਗੀ, ਕਿਉਂਕਿ ਬੰਦ ਸੀਗੀ। ਕਹਿੰਦੇ ਆਪਣੇ ਮਾਂ ਪਿਓ ਨੂੰ ਲੈ ਕੇ ਆ, ਉਹਨੇ 5 ਕਿਲੋ ਚੀਨੀ ਲਿਆਇਆ, 5 ਕਿਲੋ ਚੀਨੀ ਘੋਲ ਕੇ 2-3 ਦਿਨ 'ਚ ਪੀ ਗਿਆ, ਉਹ ਮਰ ਗਿਆ।
ਜਿਹੜਾ ਡੈਥ ਕਰਨ ਦੇ ਸੋਚ ਲਿਆ ਉਹਨੇ, ਪਰੇਸ਼ਾਨ ਟੈਨਸ਼ਨ ਸਟ੍ਰੈਸ 'ਚ ਆ, ਉਹਨੂੰ ਕੁਝ ਨਹੀਂ ਦਿਖਦਾ। ਉਹ ਚੀਨੀ ਖਾ ਕੇ ਵੀ ਮਰ ਸਕਦਾ, 5 ਕਿਲੋ ਜਲੇਬੀਆਂ ਖਾ ਕੇ ਵੀ ਮਰ ਸਕਦਾ, ਜ਼ਹਿਰ ਖਾ ਕੇ ਵੀ ਮਰ ਸਕਦਾ, ਡਰੱਗ ਖਾ ਕੇ ਵੀ ਮਰ ਸਕਦਾ, ਕੁਝ ਵੀ ਕਿਵੇਂ ਵੀ ਮਰ ਸਕਦਾ ਜਿਹਨੇ ਮਰਨ ਦੀ ਸੋਚ ਲਿਆ ਸੁਸਾਈਡ ਦੀ। ਠੀਕ ਹੈ, ਹੁਣ ਇੱਥੇ ਜਿਹੜਾ ਕੇਸ ਮੰਨ ਲਓ ਬੰਦ ਹੋ ਜਾਵੇ, ਮੰਨ ਲਓ 420 ਵੀ ਟੁੱਟ ਜਾਵੇ, 306 ਵੀ ਨਾ ਲੱਗੇ, ਕੁਝ ਵੀ ਨਾ ਲੱਗੇ, ਪਰ ਜਿਹੜੀ ਇਹਦੀ ਸਟੱਡੀ ਪਰਮਿਟ ਐਪਲੀਕੇਸ਼ਨ ਹੈ ਮੈਨੂੰ ਉਹਦਾ ਜਵਾਬ ਦੇਵੇ ਉਹਨੇ ਕੀ ਲਿਖਿਆ ਉੱਥੇ। ਕੈਨੇਡਾ ਨੇ ਜਿਹੜਾ ਦੇਖਣਾ ਹੈ, ਤੁਹਾਡੀ ਜਿਹੜੀ ਐਂਟਰੀ ਹੋਈ ਆ ਉਹ ਦੇਖਣੀ ਹੈ। ਇੱਕ ਤਾਂ ਜਿਹੜਾ ਆਪਾਂ ਕੈਨੇਡਾ ਜਾਣ ਤੋਂ ਪਹਿਲਾਂ ਝੂਠ ਬੋਲਦੇ ਆ ਐਪਲੀਕੇਸ਼ਨ, ਉਹ ਉੱਥੇ ਰੋਕ ਲੈਂਦੇ ਨੇ। ਜਿਵੇਂ ਯੋਗਰਾਜ ਸਿੰਘ ਨੂੰ ਰੋਕਿਆ ਸੀਗਾ, ਪੰਜਾਬੀ ਫਿਲਮ ਦੀ ਸ਼ੂਟਿੰਗ ਕਰਨ ਜਾਣਾ ਸੀ, ਉਹਨੇ ਨੋ ਲਿਖਤਾ ਐਪਲੀਕੇਸ਼ਨ 'ਚ ਵੀ ਮੇਰੇ ਤੇ ਕੋਈ ਕੇਸ ਨਹੀਂ ਚੱਲਿਆ। ਸਿਰਫ ਉਹ ਇੰਨੀ ਗੱਲ ਬੋਲੀ ਸੀ ਉਹਨੇ, ਮੇਰੇ ਤੇ ਚਾਰਜ ਲੱਗੇ ਨਹੀਂ, ਮੇਰੀ ਅਰੈਸਟ ਨਹੀਂ ਹੋਈ। ਉਹਨੂੰ ਰੋਕਤਾ, ਉਹਨੇ 5 ਸਾਲ ਦਾ ਬੈਨ ਲਾਤਾ, ਗੂਗਲ ਤੇ ਕੱਢ ਲਿਆ ਉਹਨਾਂ ਨੇ ਡਾਟਾ ਉਹਦਾ, ਯੋਗਰਾਜ ਸਿੰਘ ਦਾ। ਉਹ ਕੈਨੇਡਾ ਐਂਟਰੀ ਤੋਂ ਪਹਿਲਾਂ, ਹੁਣ ਇਹ ਕੈਨੇਡਾ ਐਂਟਰ ਹੋ ਚੁੱਕੀ ਹੈ। ਚਾਹੇ ਤੁਸੀਂ ਸਟੱਡੀ ਪਰਮਿਟ ਤੇ ਹੋ, ਵਿਜ਼ਟਰ ਹੋ, ਚਾਹੇ ਵਰਕ ਪਰਮਿਟ ਤੇ ਹੋ, ਚਾਹੇ ਤੁਸੀਂ ਸਿਟੀਜ਼ਨ ਵੀ ਬਣ ਗਏ, ਮੈਂ ਵੀ ਸਿਟੀਜ਼ਨ ਬਣ ਗਿਆ ਮੰਨ ਲਓ ਕੈਨੇਡਾ ਦਾ, ਤਾਂ ਸਿਟੀਜ਼ਨਸ਼ਿਪ ਰਿਵੋਕ ਹੋ ਸਕਦੀ ਹੈ, ਕੈਂਸਲ ਹੋ ਸਕਦੀ ਹੈ ਜੇ ਤੁਸੀਂ ਮਿਸਰੈਪ ਕਰਦੇ ਹੋ। ਤੁਸੀਂ ਕਿਸੇ ਵੀ ਸਟੇਜ ਤੇ ਜਾ ਕੇ ਮਿਸਰੈਪ ਕਰਕੇ ਤੁਸੀਂ ਐਂਟਰੀ ਲਈ ਸੀਗੀ। ਕਹਿੰਦੇ ਬੇਅੰਤ ਵੀ ਕਹਿੰਦੇ ਕਿ ਲਾਡੀ ਨਸ਼ਾ ਕਰਦਾ ਸੀ। ਬੇਅੰਤ ਦੇ ਰਿਲੇਟਿਵ ਨਾਲ ਕਾਫੀ ਲੰਮੇ ਦੇ ਸਮੇਂ ਦੇ ਨਾਲ ਗੱਲ ਹੋਈ, ਕਹਿੰਦੇ ਸਿਰਿੰਜ ਮਿਲੀ ਹੈ, ਸਿਰਿੰਜ ਮੌਕੇ ਤੇ ਪਾਈ ਗਈ ਹੈ, ਉਹਦੇ ਪ੍ਰੂਫ ਹੈਗੇ ਨੇ। ਹਾਲਾਂਕਿ ਉਹਨਾਂ ਨੇ ਕੋਈ ਇਦਾਂ ਦੇ ਪ੍ਰੂਫ ਨਹੀਂ ਭੇਜੇ। ਅਸੀਂ ਕਿਹਾ ਪ੍ਰੂਫ ਭੇਜ ਦਿਓ ਕਿ ਤੁਹਾਡੇ ਕੋਲ ਤਸਵੀਰਾਂ ਨੇ ਜਾਂ ਕੋਈ ਹੈਗਾ। ਕਹਿੰਦੇ ਲਾਡੀ ਦੇ ਫਾਦਰ ਨੇ ਸਿਰਿੰਜ ਚੱਕ ਕੇ ਪਾਈ ਹੈ, ਚਿੱਟੇ ਨਾਲ ਮਰਿਆ ਹੋਇਆ ਸੱਪ ਸੋਨੇ ਦਾ ਬਣਾ ਰਹੇ ਨੇ, ਹੁਣ ਉਹਨਾਂ ਦੇ ਸ਼ਬਦ ਨਹੀਂ। ਦੇਖੋ ਮੈਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ, ਚਿੱਟੇ ਦਾ ਜਾਂ ਸਿਰਿੰਜ ਦਾ ਜੋ ਵੀ ਹੈਗਾ, ਪਰ ਮੈਂ ਜਿਹੜੀ ਗੱਲ ਕਹਿ ਰਿਹਾ, ਮੰਨ ਲਓ ਸੁਸਾਈਡ ਦਾ ਜਿਹੜਾ ਮਰਜ਼ੀ ਰੀਜਨ ਹੋਵੇ ਮਰਨ ਦਾ। ਅੱਛਾ ਜੇ ਮੰਨ ਲਓ ਕਹਿੰਦੀ ਨਸ਼ੇ ਕਰਦਾ ਸੀ, ਇਹਨੂੰ ਨਸ਼ੇ ਮੰਨ ਲਓ ਨਸ਼ੇ ਆਪਾਂ 1 ਮਿੰਟ ਲਈ ਮੰਨ ਵੀ ਲੈਂਦੇ ਹਾਂ, 1 ਸਾਲ ਤੋਂ ਕੀ ਹੋ ਰਿਹਾ ਸੀਗਾ, ਵਿਆਹ ਕਰਨ 10 ਦਿਨ ਲਈ ਆਈ। ਮੈਂ ਹੁਣ ਕੋਈ ਚੀਜ਼ਾਂ ਨਹੀਂ ਦੱਸ ਸਕਦਾ ਉਰੇ, ਉਹਨਾਂ ਵਿਆਹ ਇੱਕ ਪਤੀ ਵਾਲੇ ਰਿਲੇਸ਼ਨ ਦੇ ਤਾਂ ਰਹੀ ਉਹ 10 ਦਿਨ ਕੀ ਹੁੰਦੇ ਨੇ। ਕੈਨੇਡਾ ਤੋਂ ਬੰਦਾ ਇਮੀਗ੍ਰੇਸ਼ਨ ਆਫਿਸਰ ਦਾ ਜਦੋਂ ਫਾਈਲ ਜਾਂਦੀ ਹੈ ਨਾ, ਉਹ ਕਨਵਿੰਸ ਨਹੀਂ ਹੁੰਦਾ, ਉਹਨੇ ਵੀਜ਼ਾ ਦੇਣਾ ਨਹੀਂ ਸੀਗਾ, ਵਰਕ ਪਰਮਿਟ ਦਾ ਵੀ ਲਾ ਵੀ ਦਿੰਦੀ, ਤੋਂ ਉਹਨੇ ਕਹਿਣਾ 10 ਦਿਨ ਤੁਸੀਂ ਡਰਾਮਾ ਕਰਕੇ ਆਈ ਹੈ ਕਿ ਇਹ ਵਿਆਹ ਥੋੜੀ ਹੁੰਦਾ। ਤੁਸੀਂ ਘੁੰਮੇ ਫਿਰੇ ਹੋ, ਕਿੰਨਾ ਚਿਰ ਰਹੇ ਹੋ, ਤੁਸੀਂ ਇੰਟੀਮੇਸੀ ਕਿੰਨੀ ਹੈ, ਤੁਸੀਂ ਕਿੱਥੇ ਗਏ ਹੋ। 4 ਮਹੀਨੇ ਛੁੱਟੀ ਸੀ, 2-2.5 ਮਹੀਨੇ ਤਾਂ ਰਹਿੰਦੀ ਨਾ, ਤੇ ਉਹਨੇ ਮਜਬੂਰ ਕਿਹਨੇ ਕੀਤਾ। ਮੰਨ ਲਓ ਚਿੱਟਾ ਖਾਦਾ ਜੋ ਵੀ ਹੈ, ਜਿਹੜੇ ਐਲੀਗੇਸ਼ਨ ਲਾ ਰਹੀ ਹੈ, ਮੈਂ ਇਹਨੂੰ ਕਨਫਰਮ ਨਹੀਂ ਕਰਦਾ, ਪਰ ਉਹ ਜੇ ਲਾ ਵੀ ਰਹੀ ਹੈ ਮੰਨ ਲਓ ਉਹਨੂੰ। ਹੁਣ ਕਈ ਬੰਦੇ ਗਾਮ 'ਚ ਦਾਰੂ ਪੀਣ ਲੱਗ ਜਾਂਦੇ ਨੇ ਵੀ ਮੈਨੂੰ ਗਾਮ ਲੱਗ ਗਿਆ, ਮੈਨੂੰ ਕੋਈ ਕੁੜੀ ਛੱਡ ਗਈ ਜਾਂ ਮੁੰਡਾ ਛੱਡ ਗਿਆ, ਮੇਰੀ ਘਰ ਵਾਲੀ ਆ, ਹਸਬੈਂਡ ਮੇਰਾ ਇਦਾਂ ਨਿਕਲਿਆ। ਲੇਡੀਜ਼ ਵੀ ਦਾਰੂ ਪੀਣ ਲੈਂਦੀਆਂ, ਉਹ ਟੈਨਸ਼ਨ ਸਟ੍ਰੈਸ ਕੁਝ ਵੀ ਕਰ ਸਕਦਾ ਬੰਦਾ। ਉਹਦੇ ਕਾਰਨ ਦੱਸੇ ਵੀ ਕਿਉਂ ਕੀਤਾ ਉਹਨੇ, ਕਿ ਉਹਦੇ ਪੇਰੈਂਟਸ ਨਾਲ ਗੱਲਬਾਤ ਕੀਤੀ, ਉਹ ਨਸ਼ੇ ਕਰਦਾ ਸੀ, ਇਦਾਂ ਲਾਟੀਆਂ ਇਹਨੂੰ ਉਹ ਕੈਨੇਡਾ ਬੈਠੇ ਨੂੰ ਕੀ ਪਤਾ ਇਹਨੂੰ। ਠੀਕ ਹੈ, ਤੇਰੇ ਕੋਲ ਸਾਰੀ ਇਨਫੋਰਮੇਸ਼ਨ ਹੈ ਲਾਡੀ ਦੀ ਕੋਈ ਨਸ਼ੇ ਕਰਦਾ ਸੀ, ਪਰ ਤੂੰ ਆਪਣੀ ਇਨਫੋਰਮੇਸ਼ਨ ਉਹਨਾਂ ਨੂੰ ਕੋਈ ਨਹੀਂ ਦਿੱਤੀ ਵੀ ਮੈਂ ਆਈਲੈਟਸ ਵੀ ਕਰ ਲਈ, ਮੈਂ ਵਰਕ ਪਰਮਿਟ। ਹਾਂਜੀ, ਬੇਅੰਤ ਨੂੰ ਇੱਕ ਸਵਾਲ ਪੁੱਛਿਆ ਸੀ। ਬੇਅੰਤ ਕਹਿੰਦੀ ਕਿ ਮੈਨੂੰ ਲਾਡੀ ਆਈਫੋਨ ਨੂੰ ਤੰਗ ਕਰਦਾ ਸੀਗਾ ਕਿ $400 ਕਮਾਉਣੇ ਬਹੁਤ ਕੈਨੇਡਾ ਦੇ ਵਿੱਚ ਔਖੇ ਨੇ, ਤੇ ਬਹੁਤ ਉਹਨੇ ਕਿਹਾ ਕਿ ਮੈਨੂੰ ਚਾਹੀਦਾ ਹੀ ਚਾਹੀਦਾ, ਮੈਂ ਲੋਕਾਂ ਨੂੰ ਦਿਖਾਉਣਾ ਹੈ। ਹੁਣ ਉਹ ਇੰਟਰਵਿਊਜ਼ ਦੇ ਵਿੱਚ ਵੀ ਕਹਿ ਰਹੀ ਹੈ। ਤਾਂ ਮੈਂ ਉਹਨੂੰ ਇਹ ਸਵਾਲ ਪੁੱਛਿਆ ਕਿ ਤੂੰ ਸਭ ਤੋਂ ਪਹਿਲਾਂ ਕੈਨੇਡਾ ਜਾ ਕੇ ਤੂੰ ਆਈਫੋਨ ਲਿਆ, ਤਾਂ ਉਸਨੇ ਕਹਿ ਦਿੱਤਾ ਕਿ ਏਡੀ ਵੱਡੀ ਕੀ ਗੱਲ ਹੈ ਆਈਫੋਨ ਦੀ, ਇੰਨਾ ਵੱਡਾ। ਉਹਦਾ ਰਿਲੇਟਿਵ ਕਹਿੰਦੇ ਕਿ ਕੀ ਇਸ਼ੂ ਤੁਸੀਂ ਬਣਾ ਰਹੇ ਹੋ। ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਇੱਥੋਂ ਕੈਨੇਡਾ ਤੋਂ ਇੰਡੀਆ ਤੋਂ ਕੋਈ ਵੀ ਨੌਜਵਾਨ ਸਟੂਡੈਂਟ ਜਾਂਦੇ ਨੇ, ਸਭ ਤੋਂ ਪਹਿਲਾਂ ਆਈਫੋਨ ਲੈਂਦੇ ਨੇ। ਜੇ ਉਹਨਾਂ ਦੇ ਹਸਬੈਂਡ ਨੇ, ਵਾਈਫ ਨੇ, ਭੈਣ ਭਰਾ ਨੇ ਫੋਨ ਮੰਗ ਲਿਆ, ਤਾਂ ਤੁਸੀਂ ਉਸ ਦੇ ਪਿੱਛੇ ਲੜਾਈ ਕਰਦੇ ਪਏ ਹੋ। ਦੇਖੋ ਪਹਿਲੀ ਗੱਲ ਤਾਂ ਮੈਂ ਦੱਸਦਾ ਕਿ ਕੀ ਕਰਨਾ ਸਟੂਡੈਂਟ ਜਿਹੜੇ ਆਉਂਦੇ ਨੇ ਉੱਥੇ, ਮੈਂ ਬਾਅਦ 'ਚ ਦੱਸਦਾ ਤੁਹਾਨੂੰ। ਪਹਿਲਾ ਸਵਾਲ, ਜੇ ਉਹ ਮੰਗਦਾ ਵੀ ਸੀ ਮੰਨ ਲਓ ਆਈਫੋਨ, ਉਹ ਤੇਰਾ ਹਸਬੈਂਡ ਹੈ, ਉਹਨੇ 20-25 ਲੱਖ ਰੁਪਏ ਤੇਰੇ ਤੇ ਲਾਇਆ, ਜੇ 20-25 ਲੱਖ ਲਾ ਸਕਦਾ ਤੇਰੇ ਤੇ, ਫੋਨ ਨਹੀਂ ਲੈ ਸਕਦਾ। ਉਹ ਇੱਕ ਚਾਹੁੰਦਾ ਸੀ ਮੇਰੀ ਵਾਈਫ ਪਿਆਰ ਰਾਹੀਂ ਮੈਨੂੰ ਕੋਈ ਗਿਫਟ ਭੇਜੇ, ਮੈਂ ਦਿਖਾਵਾ, ਦੇਖੋ ਯਾਰ ਮੇਰੀ ਘਰ ਵਾਲੀ ਨੇ ਇੱਕ ਚੀਜ਼ ਭੇਜੀ ਆ ਯਾਰ, ਦੇਖੋ ਹਰੇਕ ਨੂੰ ਆਸ ਹੁੰਦੀ ਆ, ਉਹ ਹੁੰਦੀ ਹੈ। ਠੀਕ ਆ ਵੀ ਮੈਨੂੰ ਦਿਖਾਵਾ, ਮੇਰੀ ਇੱਜ਼ਤ ਬਣੇ। ਠੀਕ ਹੈ ਵੀ ਅੱਜ ਮੇਰੀ ਘਰ ਵਾਲੀ ਨੇ ਭੇਜਿਆ ਸੀਗਾ ਮਾਈਂਡ ਦੇ ਉੱਤੇ ਕਿ ਹਾਂ ਲੈਣੇ ਹੀ ਲੈਣਾ, ਜਦ ਵੀ ਫੋਨ ਕਰਨਾ 4 ਦਿਨ ਕਿ ਫੋਨ ਲੈਣਾ। ਉੱਥੇ $0 ਤੇ ਫੋਨ ਮਿਲਦਾ, ਕੈਨੇਡਾ ਦੇ ਵਿੱਚ $0 ਜਮ੍ਹਾਂ ਕਰਾਓ, ਉੱਥੇ ਸਕੀਮਾਂ ਨੇ। ਤੁਸੀਂ ਜਦੋਂ ਜਾਂਦੇ ਹੋ ਤੁਹਾਨੂੰ $0 ਦੀ ਫੋਨ ਮਿਲਦਾ, ਕੋਈ ਪੈਸਾ ਨਹੀਂ, ਕਿਸ਼ਤ ਦੇਣੀ ਹੁੰਦੀ ਆ ਤੁਸੀਂ। ਉਹ ਤੁਹਾਡਾ ਬਿੱਲ ਆਉਂਦਾ ਨਾ ਜਿਹੜਾ, ਜਿਵੇਂ ਤੁਹਾਡਾ $70 ਬਿੱਲ ਆਇਆ ਪਰ ਮੰਥ, $30 ਪਰ ਮੰਥ ਕੱਟੀ ਜਾਂਦੇ ਨੇ ਉਹ, 3 ਸਾਲ 2 ਸਾਲ ਇੱਦਾਂ ਕੱਟੀ ਜਾਂਦੇ ਨੇ। ਕੋਈ ਪੈਸਾ ਨਹੀਂ ਲੱਗਦਾ ਫੋਨ ਦਾ, ਲੈ ਕੇ ਦੇ ਦਿੰਦੀ। ਮੈਂ ਉੱਥੇ ਕੁੜੀ ਦੇਖੀ ਇੱਕ, ਉਹਨੇ ਆਪਣੇ ਬ੍ਰਦਰ, ਉਹਨੇ ਆਪਣੇ ਸਹੁਰੇ ਲਈ, ਸੱਸ ਲਈ, ਦੋਨਾਂ ਲਈ ਨਵੇਂ ਫੋਨ ਲੈ ਕੇ ਭੇਜੇ 3-4 ਮਹੀਨੇ ਦੇ ਬਾਅਦ ਹੀ। ਕਹਿੰਦੀ ਮੰਮਾ ਸਕੀਮ, ਆਪਣੇ ਮੰਮਾ ਬੋਲਦੀ ਸੱਸ ਨੂੰ, ਕਹਿੰਦੀ ਮੰਮਾ ਦੇਖੋ ਆ ਫੋਨ ਭੇਜ ਰਹੀ ਹਾਂ ਮੈਂ ਕਿਸ਼ਤਾਂ ਆਪੇ ਭਰੀ ਜਾਊਂਗੀ। ਜੇ ਤੂੰ 4 ਮਹੀਨੇ ਲਗਾਤਾਰ ਕੰਮ ਕਰ ਰਹੀ ਹੈ, 11-11 ਘੰਟੇ ਸ਼ਿਫਟਾਂ, 11 ਘੰਟੇ ਕੀ ਆ, $150-200 ਬਣਦਾ ਨਾ, $150 ਬਣਿਆ ਇੱਕ ਦਿਨ ਦਾ, 11 ਘੰਟੇ ਦਾ $200 ਬਣਦਾ ਅਪਰੋਕਸੀਮੇਟ ontario 'ਚ, ਟੋਰਾਂਟੋ 'ਚ। ਤੇ $200 ਬਣਾਉਣੀ ਹੈ ਤਾਂ ਤੂੰ ਮੰਨ ਲ 1 ਮਹੀਨਾ ਵੀ ਕੰਮ ਕਰਦੇ, $4-5 ਹਜ਼ਾਰ ਕਮਾਇਆ, ਤਾਂ ਜੇ $30 ਕਿਸ਼ਤ ਭਰ ਵੀ ਦੇਂਗੀ, ਤੇਰਾ ਘਰ ਵਾਲਾ ਖੁਸ਼ ਹੋ ਜੂ ਇੰਨੇ ਨਾਲੇ। ਤੂੰ ਉਹ ਹਸਬੈਂਡ ਵਾਈਫ ਆਪਾਂ ਇੱਕ ਦੂਜੇ ਨੂੰ ਭੇਜਦੇ ਹਾਂ ਚੀਜ਼ਾਂ, ਕੋਈ ਬੜੀ ਗੱਲ ਨਹੀਂ ਹੈਗੀ, ਕੋਈ ਇਹ ਜਸਟੀਫਾਈਡ ਆ ਇਹ। ਠੀਕ ਹੈ, ਝੂਠ ਬੋਲਣਾ। ਸਟੂਡੈਂਟ ਉੱਥੇ ਆਉਂਦੇ ਨੇ, ਪਤਾ ਸਟੂਡੈਂਟ ਕਿੰਨੇ ਹਾਈ ਫਾਈ ਹੁੰਦੇ ਨੇ, ਕਾਰਾਂ ਇੰਨੀਆਂ ਮਹਿੰਗੀਆਂ ਲੈਂਦੇ ਨੇ ਉੱਥੇ, ਬਹੁਤ ਵਧੀਆ।
$20,000 ਦੀਆਂ ਕਾਰਾਂ ਚੁੱਕ ਲੈਂਦੇ ਨੇ 3-4 ਮਹੀਨੇ 'ਚ ਹੀ। ਫੋਨ, ਆਈਫੋਨ। ਕੈਨੇਡਾ ਦੀ ਸਰਕਾਰ ਕਿਉਂ ਮੰਗਾ ਰਹੀ ਹੈ ਸਟੂਡੈਂਟਸ ਨੂੰ ਉੱਥੇ? ਇਸੇ ਕਰਕੇ ਮੰਗਾ ਰਹੀ ਹੈ, ਗੈਜਟਸ ਖਰਚਾ ਕਰਦੇ ਨੇ, ਕੰਜ਼ੰਪਸ਼ਨ ਹੁੰਦੀ ਆ ਉੱਥੇ। ਬੁੱਢੇ ਤਾਂ ਲੈਂਦੇ ਨਹੀਂ ਉੱਥੇ ਆਈਫੋਨ ਸੌਰੀ, ਠੀਕ ਹੈ। ਉਹ ਕਹਿੰਦਾ ਮੈਂ ਕੀ ਕਰਨਾ ਆਈਫੋਨ, ਮੈਨੂੰ ਤਾਂ ਟਿਪ ਵਾਲਾ ਛੋਟਾ ਆਈਫੋਨ ਠੀਕ ਹੈ, ਮੈਂ ਸੁਣਨਾ ਹੀ ਹੈ। ਜਿਹੜੇ ਬੱਚੇ ਨੇ ਸਟੂਡੈਂਟ ਟੌਪ ਦੇ ਕੱਪੜੇ ਖਰੀਦਦੇ ਨੇ ਉੱਥੇ, ਕੰਜ਼ੰਪਸ਼ਨ ਹੁੰਦੀ ਹੈ, ਕੰਜ਼ਿਊਮਰ ਉਹਦੀ ਕੰਟਰੀ ਚੱਲਦੀ ਹੈ। ਕਾਰਾਂ ਰੈਂਟ ਪੇ ਕਰਦੇ ਨੇ, ਗਰੋਸਰੀਆਂ ਲੈਂਦੇ ਨੇ, ਗਰੋਸਰੀਆਂ ਵੀ ਟੌਪ ਦੀਆਂ ਵਧੀਆ ਸਟੂਡੈਂਟਸ ਖਾਂਦੇ ਨੇ। ਆਮ ਬੰਦਾ ਹੁਣ ਬਿਮਾਰ ਆ 60-70 ਸਾਲ ਦਾ, ਉਹ ਕੀ ਖਾਊਗਾ ਐਡੀ ਨੇ ਚਿਕਨ ਵਗੈਰਾ ਜਾਂ ਪੀਜ਼ੇ ਖਾਊਗਾ? ਪੀਜ਼ੇ ਵੀ ਸਟੂਡੈਂਟ ਹੀ ਖਾਂਦੇ ਨੇ ਨਾ। ਇਹਨਾਂ ਦੀ ਇਕਨੋਮੀ ਚੱਲਦੀ ਹੈ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਬਹੁਤ ਸਪੈਂਡਿੰਗ ਕਰਦੇ ਨੇ ਉੱਥੇ। $21 ਬਿਲੀਅਨ ਇਹਨਾਂ ਨੂੰ ਫੀਸ ਦੇ ਥਰੂ ਆਉਂਦਾ। ਬਾਕੀ ਉੱਥੇ ਜਿਹੜੀ ਸਟੂਡੈਂਟਸ ਬਹੁਤ ਖਰਚਾ ਕਰਦੇ ਨੇ ਪੂਰਾ। ਹੁਣ ਇਹਦੇ ਤੁਸੀਂ ਕੱਪੜੇ ਦੇਖ ਲਓ, ਵਧੀਆ ਨੇਲ ਪਾਲਿਸ਼ ਲੈ, ਸਾਰਾ ਕੁਛ ਆਪਣੇ ਲਈ ਹੈਗਾ ਇਹਦੇ ਕੋਲੋਂ, ਲੇਕਿਨ ਉਹ ਮੁੰਡੇ ਲਈ ਕੁਝ ਨਹੀਂ ਸੀਗਾ ਵੀ ਕੋਈ ਇੱਕ ਚੀਜ਼ ਤਾਂ ਭੇਜ ਦਿੰਦੀ ਐਟਲੀਸਟ, ਠੀਕ ਹੈ ਨਾ, ਖੁਸ਼ ਹੋ ਜਾਂਦਾ ਉਹ। ਇਹ ਲਾਈਫ ਸਟਾਈਲ ਹੈ, ਉਹ ਕੋਈ ਵੱਡਾ ਇਸ਼ੂ ਨਹੀਂ, ਉਹ ਲਾਈਫ ਸਟਾਈਲ ਹੈ ਕੈਨੇਡਾ ਦਾ। ਉਹ ਲਾਈਫ ਸਟਾਈਲ ਹੈ ਜੀ। ਸਟੂਡੈਂਟ, ਮੈਂ ਕਹਿੰਦਾ ਸਟੂਡੈਂਟ ਨੇ ਤੀਜੇ ਦਿਨ ਆਉਂਦੀ ਆਪਣੇ ਆਈਫੋਨ ਲੈਂਦੇ ਨੇ ਜੀ। ਉੱਥੇ ਕਿਸ਼ਤਾਂ ਤੇ ਮਿਲਦੇ ਨੇ, ਪੈਸੇ ਦੇ ਦਿੰਦੇ ਨੇ। ਸ਼ੌਂਕ ਹੈ ਬੱਚਿਆਂ ਨੂੰ, ਯੰਗ ਨੇ ਉਹ ਖਰਚਦੇ ਨੇ, ਘੁੰਮਣ ਫਿਰਨ ਜਾਂਦੇ ਨੇ ਉੱਥੇ, ਪੈਸਾ ਖਰਚਦੇ ਨੇ ਉਹ ਯੰਗ ਹੀ। ਤੁਹਾਨੂੰ ਪਤਾ ਫਰਕ ਹੁੰਦਾ ਚੀਜ਼ਾਂ ਦਾ। ਉਹ ਆਮ ਉੱਥੇ ਪਬਲਿਕ ਜਿਹੜੀ ਹੁਣ ਬੁੜੇ ਹੋ ਗਏ, ਬਜ਼ੁਰਗ ਰਿਟਾਇਰ ਹੋ ਗਏ, ਉਹ ਨਹੀਂ ਖਰਚਾ ਕਰਦੇ, ਆਪਣਾ ਸਿੰਪਲ ਲਾਈਫ ਜੀਂਦੇ ਨੇ। ਸਟੂਡੈਂਟ ਹਾਈਫਾਈ ਲਾਈਫ ਜੀਂਦੇ ਨੇ, ਉਹ ਮਿਹਨਤ ਵੀ ਕਰਦੇ ਨੇ, ਪੈਸਾ ਕਮਾਉਂਦੇ ਵੀ ਨੇ, ਉਹ ਲਾਉਂਦੇ ਵੀ ਨੇ ਆਪਣੇ ਉੱਤੇ। ਤੂੰ 4-4 ਮਹੀਨੇ ਕੰਮ ਕਰਦੀਆਂ ਲਗਾਤਾਰ, ਛੁੱਟੀ ਵੀ ਹੈ। ਅੱਛਾ ਫੀਸ, 20 ਘੰਟੇ ਵੀ ਕੰਮ ਕਰਦੀ ਸੀ ਤਾਂ ਸਾਰੀ ਫੀਸ ਤਾਂ ਇੱਥੋਂ ਆ ਰਹੀ ਸੀ, ਇੰਡੀਆ ਤੋਂ। ਇਹਦੀ ਸਾਰੀ ਫੀਸ ਉਹਨਾਂ ਤੋਂ ਮੰਗਾ ਲਈਆਂ ਤੂੰ। ਤੇ ਆਪਣਾ ਕਿੰਨਾ ਖਰਚਾ? $600-700 ਹੁੰਦਾ ਸਟੂਡੈਂਟ ਦਾ, ਰੈਂਟ ਵਗੈਰਾ, ਗਰੋਸਰੀ ਵਗੈਰਾ ਕਰਕੇ ਸਾਰਾ $600-700 ਇਹਨਾਂ 20 ਘੰਟੇ ਕਰਕੇ ਕਮਾ ਲੈਂਦੇ ਨੇ ਬੱਚੇ, ਠੀਕ ਹੈ। ਇੰਡੀਆ ਤੋਂ ਵੀ ਮੰਗਵਾਉਂਦੇ ਨੇ ਬਹੁਤ ਬੱਚੇ, ਪਰ ਓਵਰ ਟਾਈਮ ਵੀ ਲਾਉਂਦੇ ਨੇ, ਕਮਾਉਂਦੇ ਨੇ, ਕਮਾ ਲੈਂਦੇ। ਇਹਨੇ ਇੱਕ ਫੋਨ ਹੀ ਮੰਗਿਆ ਸੀ। ਉਹ ਐ ਤਾਂ ਨਹੀਂ ਕਹਿੰਦਾ ਸੀ ਮੈਨੂੰ ਤੂੰ $1000 ਭੇਜ ਜਾਂ $500 ਪਰ ਮੰਥ ਭੇਜ। ਇੱਕ ਫੋਨ $30 ਕਿਸ਼ਤ ਤੇ ਮਿਲ ਜਾਂਦਾ ਜੀ ਮਹੀਨੇ ਦੀ। $30 ਕੀ ਹੁੰਦੇ ਨੇ ਜੀ ਕੈਨੇਡਾ ਦੇ ਵਿੱਚ? ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਇੱਥੇ ਸੀਗੀ ਨਾ ਇਹ ਜਿਹੜੀ 22 ਲੱਖ ਰੁਪਏ ਲਾਇਆ ਸੀ ਨਾ, ਇਹਦੇ ਲਈ 22 ਕਰੋੜ ਰੁਪਏ ਸੀ, ਕਿਉਂਕਿ ਆਪ ਹੀ ਮੰਨਣੇ ਕਿ ਅਸੀਂ ਗਰੀਬ ਬੰਦੇ ਆ, ਸਾਡੇ ਕੋਲ ਪੈਸੇ ਨਹੀਂ ਸੀਗੇ। ਜਦੋਂ ਕੈਨੇਡਾ ਕੁੜੀ ਪਹੁੰਚ ਗਈ, ਉਹ 22 ਲੱਖ ਹੈ ਨਾ ਜਿਹੜਾ 22,000 ਬਣ ਗਿਆ। ਇੱਥੇ 22 ਕਰੋੜ ਸੀ ਵੀ ਆਹ ਮੇਰੀ ਲਾਟਰੀ ਨਿਕਲ ਆਈ, ਪਰ ਇਹਦੇ ਲਈ ਉਹ 22, ਕਿਉਂਕਿ ਡਾਲਰ ਜਿਹੜੇ ਕਮਾਉਣ ਲੱਗ ਗਿਆ ਬੰਦਾ, ਉਹ ਫਿਰ 22,000 ਹੀ ਲੱਗਦਾ ਕੋਈ ਗੱਲ ਨਹੀਂ। ਉਹ ਮਤਲਬ ਕਿ ਇੰਟੈਂਸ਼ਨ ਇਹਦੀ ਨੀਅਤ ਬਦਲ ਗਈ ਵੀ ਵੱਧ ਤੋਂ ਵੱਧ ਕੀ ਆ, ਮੇਰੇ ਕੋਲ ਪੈਸੇ ਲੈ ਲੂਗਾ ਬਸ। ਪਰ ਇਹ ਨਹੀਂ ਪਤਾ ਵੀ ਜਿਹੜੇ ਇਮੋਸ਼ਨਸ ਨਾਲ ਪਲੇ ਕਰ ਰਹੀ ਆ, ਤੂੰ ਕੀ ਕਰ ਰਹੀ ਆ। ਤੇ ਉਦੋਂ ਮੁੰਡੇ ਨਾਲ ਵੀ ਰਿਲੇਸ਼ਨ ਰੱਖ ਲਈ। ਇੱਕ ਹੋਰ ਮੈਂ ਗੱਲ ਕਹਿਣਾ, ਜਿਹੜਾ 5 ਸਾਲ ਦਾ ਬੈਨ ਲੱਗਦਾ ਮੰਨ ਲਓ ਇਹਦੇ ਤੇ, ਜਿਹੜਾ ਦਾ ਫਿਊਚਰ ਹਸਬੈਂਡ ਹੋਊਗਾ ਉਹਦਾ ਵੀ ਬੈਨ ਲੱਗੂਗਾ। ਕਿਉਂਕਿ ਫੈਮਿਲੀ ਮੈਂਬਰ ਜਿਹੜਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ 40 'ਚ ਤੁਹਾਡੇ ਚਾਰਜ ਲੱਗ ਕੇ ਅਪਰੂਵ ਹੋ ਗਿਆ, ਤੇ ਸੈਕਸ਼ਨ 42 ਆ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਸੈਕਸ਼ਨ 42 ਕੱਢ ਕੇ ਦੇਖ ਲਿਓ, ਉਹਦੇ 'ਚ ਫੈਮਿਲੀ ਮੈਂਬਰ ਵੀ ਇਨਐਡਮਿਸਿਬਲ ਨੇ, 5 ਸਾਲ ਲਈ ਬੈਨ ਲੱਗਦਾ ਉਹਨਾਂ ਤੇ। ਉਹ ਵੀ ਪੂਰਾ ਬੈਨ ਲੱਗੂਗਾ ਜੀ ਉਹਨਾਂ ਤੇ। ਤੇ ਉਹ ਜੇ ਹੁਣ ਮੈਂ ਰਬਦੀਪ ਸਿੰਘ ਨੂੰ, ਮੇਰਾ ਸਵਾਲ ਹੈ ਕਿ ਉਹ ਵਿਆਹ ਕਰਾਊਗਾ ਉਹਦੇ ਨਾਲ, ਬੇਅੰਤ ਨਾਲ ਰਿਸਕ ਲਊਗਾ ਵੀ 5 ਸਾਲ ਦਾ, ਉਹ ਤੇ ਵੀ ਬੈਨ ਲੱਗ ਜਾਵੇ, ਉਹਨੂੰ ਵੀ ਰਿਮੂਵਲ ਆਰਡਰ ਮਿਲਣ, ਕਿ ਇੰਡੀਆ ਆ ਕੇ ਫਿਰ ਇਹਦੇ ਨਾਲ ਰਹੂਗਾ ਜਿਹੜਾ ਪਿਆਰ ਇਲੂ ਚੱਲਦਾ ਸੀ ਜੋ ਵੀ ਹੈ, ਕਿ ਕੀ ਇਹਦੇ ਨਾਲ ਖੜੂਗਾ ਵੀ ਹਾਂ ਵੀ ਮੈਂ ਬੇਅੰਤ ਤੇਰੇ ਨਾਲ ਚੀਜ਼ ਹੋਗੀ ਤਾਂ ਮੈਂ ਵੀ ਤੇਰੇ ਨਾਲ ਸਹੂੰਗਾ 5 ਸਾਲ ਦਾ ਬੈਨ, ਤੂੰ ਵੀ ਮੈਨੂੰ ਰਿਮੂਵਲ ਆਰਡਰ ਮੈਨੂੰ ਨਾਲ ਮਿਲਣਗੇ, ਮੈਂ ਵੀ। ਕਿਉਂ ਮਾਂ ਪਿਓ ਨਾਲ ਰਿਸਕ ਲਊਗਾ? ਕਿਉਂਕਿ ਉਹਦੇ ਪੇਰੈਂਟਸ, ਮੈਂ ਸੁਣੀ ਸੀ ਦਾਦੇ ਦੀ ਇੰਟਰਵਿਊ, ਡਰਾਈਵਰ ਹੈ ਇਹਦਾ ਡੈਡੀ ਰਬਦੀਪ ਸਿੰਘ ਦਾ, ਟਰੱਕ ਡਰਾਈਵਰ ਹੈ। ਉਹ ਐਡਾ ਰਿਸਕ ਲੈਣਗੇ, ਉਹ ਕਹਿੰਦੇ ਅਸੀਂ ਤਾਂ ਕਰਜ਼ਾ ਵੀ ਲਾ ਰਹੇ ਹਾਂ ਸਟੱਡੀ ਦਾ। ਕੀ ਉਹ ਇੰਨੀ ਚੀਜ਼ ਸਹੂਗਾ ਵੀ ਹਾਂਜੀ ਮੇਰਾ ਤੁਸੀਂ ਰਿਸਕ ਲਊਗਾ ਵਾਪਸ ਆਉਣ ਦਾ ਐਡੀ ਫੀਸ ਲਾ ਕੇ? ਉਹ ਤਾਂ ਉਹਨੇ ਤਿੱਤਰ ਹੋ ਜਾਣਾ, ਭੱਜ ਜਾਣਾ ਉਹਨੇ ਇੱਧਰ ਉੱਧਰ, ਹੁਣੇ ਵੀ ਮੈਂ ਨਾ ਫਸ ਜਾ ਕਿਤੇ। ਆਫੀਸ਼ੀਅਲ ਆਵੇ ਕਹੇ ਹਾਂ ਵੀ ਮੈਂ ਇਹਨੂੰ ਬਣਾਉਣਾ, ਮੈਂ ਵਿਆਹ ਕਰਾਉਣਾ ਇਹਦੇ ਨਾਲ, ਰਿਸਕ ਲਊਗਾ? ਮੇਰਾ ਸਵਾਲ ਹੈ। ਅਸ਼ੋਕ ਸਰ, ਤੁਸੀਂ ਸਵਾਲ ਜੋ ਕੀਤਾ ਹੈ, ਹੋਪ ਸੋ ਕਿ ਇੱਕ ਬੇਅੰਤ ਵੀ ਦੇਖਦੀ ਹੋਏਗੀ, ਰਵਦੀਪ ਵੀ ਦੇਖਦਾ ਹੋਏਗਾ, ਤੇ ਜਿਹੜੀਆਂ ਚੀਜ਼ਾਂ ਨੇ ਨਿਕਲ ਕੇ ਸਾਹਮਣੇ ਆਈ ਨੇ, ਹੁਣ ਤੁਸੀਂ ਪ੍ਰੂਫ ਅੱਗੇ ਰੱਖਦੇ ਹੋ, ਕਿੰਨਾ ਕੁ ਸਮਾਂ ਪ੍ਰੋਸੈਸ ਚੱਲੇਗਾ? ਇਹ ਤਾਂ ਨਹੀਂ ਹੋ ਸਕਦਾ ਜਿਵੇਂ ਕੈਨੇਡਾ ਜੇ ਬੈਨ ਕਰ ਦਿੰਦੀ ਹੈ 5 ਸਾਲਾਂ ਦੇ ਲਈ, ਲੰਡਨ ਦਾ ਵੀਜ਼ਾ ਲੈ ਲੈਣ, ਉਹ ਆਈਲੈਟਸ ਕਰ ਲੈਣ, ਦੁਬਾਰਾ ਪ੍ਰੋਸੈਸ ਸ਼ੁਰੂ ਕਰ ਲੈਣ, ਅਮਰੀਕਾ ਦਾ, ਆਸਟ੍ਰੇਲੀਆ ਦਾ, ਇੱਦਾਂ ਹੋ ਸਕਦਾ ਕਿ ਕੈਨੇਡਾ ਕੰਟਰੀ ਤੋਂ ਬੈਨ ਤਾਂ ਕਿਸੇ ਹੋਰ ਕੰਟਰੀ 'ਚ ਚੱਲ ਜਾਓ? ਨਹੀਂ, ਜੇ ਕੈਨੇਡਾ 'ਚ ਬੈਨ ਲੱਗ ਗਿਆ, ਸਾਰੀਆਂ ਕੰਟਰੀਆਂ 'ਚ ਬੈਨ ਲੱਗੂਗਾ ਜੀ ਇਹਦਾ। ਕਿਉਂਕਿ ਜਦੋਂ ਇਹ ਮੰਨ ਲਓ ਆਸਟ੍ਰੇਲੀਆ ਜਾਣਾ ਹੈ, ਉਹਦੇ ਫਾਰਮ 'ਚ ਲਿਖਿਆ ਹੁੰਦਾ ਤੁਹਾਨੂੰ ਕਦੇ ਡਿਪੋਰਟ ਕੀਤਾ ਗਿਆ, ਤੁਹਾਡਾ ਰਿਮੂਵਲ ਆਰਡਰ ਹੋਇਆ ਕਦੇ, ਜਿਹੜੇ ਉਹ 5-6 ਜਿਹੜੇ ਕੁਐਸਚਨ ਹੁੰਦੇ ਨੇ ਹਰੇਕ ਕੰਟਰੀ ਦੇ ਫਾਰਮ 'ਚ ਹੁੰਦੇ ਨੇ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਜੋਗਰਾਫੀ ਦੀ ਐਗਜ਼ਾਮਪਲ ਦਿੱਤੀ, ਉਹਨੂੰ ਕੁਐਸਚਨ ਪੁੱਛਿਆ ਗਿਆ ਸੀ ਵੀ ਤੁਹਾਡੀ ਕਦੇ ਅਰੈਸਟ ਹੋਈ, ਤੁਹਾਡੇ ਤੇ ਕੋਈ ਚਾਰਜਸ ਲੱਗੇ, ਉਹ ਬਰੀ ਹੋ ਗਿਆ ਸੀ, ਉਹਨੇ ਉਹ ਯੈਸ ਲਿਖ ਦਿੰਦਾ ਵੀ ਮੇਰੀ ਅਰੈਸਟ ਹੋਈ ਸੀ, ਉਹ ਫਿਰ ਐਂਟਰੀ ਮਿਲ ਜਾਣੀ ਸੀ, ਵੀਜ਼ਾ ਲੱਗ ਜਾਣਾ ਸੀ ਯੋਗਰਾਜ ਸਿੰਘ ਨੂੰ। ਇੱਦਾਂ ਹੀ ਇਹਦੇ ਜਿਹੜੇ ਕੁਐਸਚਨ ਨੇ ਜਿਹਨੇ ਇਹਨੂੰ ਪੁੱਛਿਆ ਗਿਆ ਸੀ, ਜਿਹਦੇ ਨੇ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਭਰੀ ਸੀਗੀ, ਉਹ 'ਚ ਪੁੱਛਿਆ ਗਿਆ ਸੀ ਫੰਡ ਕਿੰਨੇ ਨੇ ਤੇਰੇ ਕੋਲੋਂ। ਇਹਨੇ ਲਿਖਿਆ ਨਾ ਮੇਰੇ ਕੋਲ ਇੰਨੇ ਫੰਡ ਨੇ, 1 ਸਾਲ ਦੀ ਫੀਸ ਤੇ GIC ਫੰਡ। ਅੱਗੇ ਪੁੱਛਦੇ ਨੇ ਕਿਹਦੇ ਫੰਡ ਨੇ ਇਹ, ਇਹਨੇ ਲਿਖਿਆ ਹੋਣਾ ਮੈਨੇ ਲਿਖਿਆ ਮੈਨੂੰ ਕਨਫਰਮ ਆਓ, ਇਹਨੇ ਪੇਰੈਂਟਸ ਦੇ ਫੰਡ ਨੇ ਮੇਰੇ, ਪੇਰੈਂਟਸ ਦੇ। ਉਹ ਐਡਾ ਬੜਾ ਝੂਠ ਹੈ, ਕਲੀਅਰਲੀ ਲਿਖਣਾ ਉੱਥੇ, ਫਿਗਰ ਭਰਨਾ ਔਰ ਆਪਣਾ ਲਿਖ ਕੇ ਦੇਣਾ ਕਿ ਫੰਡਸ ਮੇਰੇ ਪੇਰੈਂਟਸ ਦੇ ਨੇ, ਲੈ ਰਿਹਾ 13 ਲੱਖ। ਅੱਛਾ ਜਿਹੜੇ ਮੰਨ ਲਓ ਤੇਰੇ ਫੰਡ ਸੀ, ਤੇਰੇ ਪੇਰੈਂਟਸ ਦੇ, ਉਹ ਇੰਟਰਵਿਊ 'ਚ ਕੀ ਕਿਹਾ ਫਿਰ ਉਹਨੇ? 22 ਲੱਖ ਉਹਨਾਂ ਨੇ ਲਾਇਆ ਮੁੰਡੇ ਵਾਲਿਆਂ ਨੇ, ਉਹ ਕੀ ਹੈ? ਫਿਰ 13,80,000 ਦੀ ਐਂਟਰੀ ਕਾਹਤੇ ਲਈ? ਤੇਰੇ ਨਾਲ ਕੱਲ ਗੱਲ ਹੋਈ,
ਐਕਸੈਪਟ ਕੀਤਾ ਕਿ ਮੈਨੂੰ ਇਨ-ਲॉज ਫੈਮਿਲੀ ਨੇ ਪੈਸੇ ਲਾਏ ਨੇ, ਮੇਰੀਆਂ ਫੀਸਾਂ ਭਰੀਆਂ ਨੇ ਉਹਨਾਂ ਨੇ, ਤੇ ਮਿਡਲ ਕਲਾਸ ਫੈਮਿਲੀ। ਮੈਨੂੰ ਪੁੱਛਿਆ ਕਿ ਇਨ-ਲॉ ਨਹੀਂ ਸੀ ਨਾ ਜੀ, ਨਾ 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 ਨਾ, ਇਨ-ਲॉ ਨਹੀਂ ਸੀ ਜੀ, ਬਿਲਕੁਲ। ਇਨ-ਲॉ ਬਣੇ 7 ਅਗਸਤ 2019 ਨੂੰ, ਜਿਹੜਾ ਇਨ-ਲॉ ਦਾ ਸਟੇਟਸ ਬਿਲਟ ਹੋਇਆ 7 ਅਗਸਤ 2019 ਨੂੰ ਹੋਇਆ। ਇਹਦੀ ਐਪਲੀਕੇਸ਼ਨ ਲੱਗੀ ਸਟੱਡੀ ਪਰਮਿਟ ਦੀ ਮਾਰਚ 2018 ਨੂੰ। ਉਸ ਟਾਈਮ ਕੋਈ ਰਿਲੇਸ਼ਨ ਨਹੀਂ ਸੀਗਾ ਇਨ-ਲॉ ਵਾਲਾ ਕੋਈ। ਮੈਨੂੰ ਇਹ ਨਹੀਂ ਪੁੱਛਿਆ ਕਿ ਜਦੋਂ ਤੁਸੀਂ ਫਾਰਮ ਭਰੇ ਸੀ ਉੱਥੇ ਤੁਸੀਂ ਕੀ ਲਿਖਿਆ ਸੀ। ਮੈਨੂੰ ਇਹ ਪੁੱਛਿਆ ਸੀਗਾ ਕਿ ਬੇਅੰਤ ਤੂੰ ਬਾਹਰ ਗਈ, ਤੈਨੂੰ ਕਿਹਨੇ ਭੇਜਿਆ? ਲਾਡੀ ਦੀ ਫੈਮਿਲੀ ਨੇ ਤੈਨੂੰ ਬਾਹਰ ਭੇਜਿਆ। ਲਾਡੀ ਦੀ ਫੈਮਿਲੀ ਮਿਡਲ ਸੀ, ਰਿਚ ਸੀ, ਪੂਅਰ ਸੀ, ਕੀ ਗੱਲਬਾਤ ਸੀਗੀ? ਉਹ ਕਹਿੰਦੀ ਜੀ ਮਿਡਲ ਕਲਾਸ ਫੈਮਿਲੀ ਸੀ, ਮੇਰੇ ਤੇ ਸਾਰੇ ਪੈਸੇ ਲਾਏ ਨੇ, ਪਰ ਉਸ ਤੋਂ ਬਾਅਦ ਮੈਂ ਕੈਨੇਡਾ ਆਪਦਾ ਸਾਰਾ ਖਰਚਾ ਮੈਂ ਚੱਕਿਆ, ਉਹਨਾਂ ਨੇ ਮੇਰੇ ਤੇ ਕੁਝ ਨਹੀਂ ਲਾਇਆ, ਫੀਸਾਂ ਭਰੀਆਂ ਨੇ। ਉਹਨੇ ਇਹ ਗੱਲ ਕਹੀ ਹੈ। ਤੇ ਮੈਨੂੰ ਪੁੱਛਿਆ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇੱਕ ਪਰਿਵਾਰ ਨੇ ਤੇਰੇ ਤੇ ਵਿਸ਼ਵਾਸ ਅੱਖਾਂ ਬੰਦ ਕਰਕੇ 25 ਲੱਖ ਰੁਪਏ ਤੈਨੂੰ ਮਿੰਟਾਂ ਦੇ ਵਿੱਚ ਦੇ ਦਿੱਤਾ ਕਿ ਆ ਚੱਕ 25 ਲੱਖ, ਤੂੰ ਆਪਣੀ ਵੀ ਜ਼ਿੰਦਗੀ ਬਣਾ, ਆਪਣੇ ਹਸਬੰਡ ਦੀ ਵੀ ਨਾਲ ਲੈ। ਨਹੀਂ, ਇਹ ਕਹਿੰਦੀ ਖਰਚਾ ਮੇਰਾ ਚੱਕਿਆ। 1,12,000 ਦੀ ਟਿਕਟ ਕਿਉਂ ਲਵਾਈ ਉਹਨਾਂ ਨੇ? ਲਵਪ੍ਰੀਤ ਦੇ ਡੈਡੀ ਤੋਂ ਇਹਨੇ ਵੀ ਮੈਂ ਆਉਣਾ। ਨਾਲੇ 2 ਸਮੈਸਟਰ ਕੰਪਲੀਟ ਕਰ ਚੁੱਕੀ ਸੀ ਉਹ, 4 ਮਹੀਨੇ ਫੁੱਲ ਫ੍ਰੀ ਲੈ ਕੇ ਕੰਮ ਵੀ ਕਰ ਚੁੱਕੀ ਸੀ। ਕਹਿੰਦੀ ਮੈਨੂੰ ਰਿਟਰਨ ਟਿਕਟ ਕਰਾਓ। 1,12,000 ਦੀ ਸੀਦਾ ਜੀ ਮੇਰੇ ਕੋਲੋਂ, ਬਰਨਾਲੇ ਦੇ ਏਜੰਟ ਤੋਂ ਕਰਾਈ ਉਹਨਾਂ ਨੇ। ਦਾ ਮੈਰਿਜ ਦੇ ਬਾਰੇ ਕੀ ਖਰਚਾ ਚੱਕਿਆ ਜਾਂ ਨਹੀਂ? ਲਾਡੀ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਦਹੇਜ ਤੱਕ ਨਹੀਂ ਲਿਆ, ਅਸੀਂ ਕੋਰਟ ਮੈਰਿਜ, ਅਗੇਂਜਮੈਂਟ, ਵਿਆਹ ਸਾਰਾ ਕੁਝ ਅਸੀਂ ਕੀਤਾ। ਤੇ ਬੇਅੰਤ ਕਹਿੰਦੀ ਕਿ ਇਹਦੇ ਬਾਰੇ ਮੈਨੂੰ ਨਹੀਂ ਪਤਾ, ਹਾਂ ਮੇਰੀ ਸਟੱਡੀ ਤੇ ਜ਼ਰੂਰ ਇਹਨਾਂ ਨੇ ਪੈਸੇ ਲਾਏ ਨੇ, ਇਹ ਗੱਲ ਉਹਨੇ ਕਹੀ ਹੈ। ਸਟੱਡੀ ਤੇ ਪੈਸੇ ਲਾਏ ਨੇ, ਤੂੰ ਡਿਕਲੇਅਰ ਕੀ ਕੀਤਾ ਆਪਣੇ ਐਪਲੀਕੇਸ਼ਨ ਫਾਰਮ 'ਚ? ਮੈਨੂੰ ਇਹਦਾ ਜਵਾਬ ਦੇ ਦੇਵੇ। ਮੇਰੇ ਕੋਲ ਸਾਰਾ ਪ੍ਰੂਫ ਆ ਉਹਦਾ। ਤੇ ਖੁਦ ਆਪਣੇ ਇਹਨੇ ਡਿਕਲੇਅਰ ਕੀਤਾ ਜੀ ਮੇਰੇ ਪੇਰੈਂਟਸ। ਹਾਂਜੀ ਬੋਲੋ ਜੀ। ਜੋ ਦਿਖਾ ਰਹੀ ਹੈ ਉਹ ਗਲਤ ਦਿਖਾ ਰਹੀ ਹੈ, ਜੇ ਬੋਲ ਰਹੀ ਹੈ ਤਾਂ ਕੰਟਰੋਵਰਸੀ ਖੁਦ ਤੇ ਕ੍ਰੀਏਟ ਕਰ ਰਹੀ ਹੈ। ਦੇਖੋ ਜੀ, ਇੰਡੀਆ ਦੇ ਲੋਕਾਂ ਨੂੰ ਸ਼ਾਂਤ ਕਰਨ ਲਈ ਵੀ ਹਾਂ ਸ਼ਾਂਤ ਹੋ ਜਾਣੇ, ਮੇਰਾ ਪੈਸਾ ਉਹਨੇ ਲਾਇਆ, ਪਰ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੇ ਆਫੀਸ਼ੀਅਲ ਨੇ, CBSA, IRCC, ਉਹ ਦੇਖਦੇ ਨੇ ਵੀ ਇਹਨੇ ਸਟੱਡੀ ਪਰਮਿਟ ਦੀ ਜਿਹੜੀ ਐਪਲੀਕੇਸ਼ਨ ਲਾਈ ਸੀ ਉਹਦੇ 'ਚ ਇਹਨੇ ਕੀ ਲਿਖਿਆ। ਅਸੀਂ ਲਿਖਣਾ ਨਾ, ਲਿਖ ਕੇ ਦੇਣਾ ਵੀ ਆਹ ਚੀਜ਼ ਕੱਢੋ। ਉਹਨਾਂ ਨੂੰ ਤਾਂ ਹਾਲੇ ਪਤਾ ਨਹੀਂ ਅਸੀਂ ਚੀਜ਼ ਲਿਖ ਕੇ ਦੇਣੀ ਹੈ। ਮੈਨੂੰ ਇਹ ਦੱਸੇ ਵੀ ਉਹ ਉਸ ਟਾਈਮ ਇਹਨੇ ਕੀ ਡਿਕਲੇਅਰ ਕੀਤਾ ਸੀ। ਮਾਰਚ 2018 ਜਦੋਂ ਇਹਨੇ ਵੀਜ਼ਾ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਾਈ, ਉਹਦੇ 'ਚ ਇਹਨੇ ਲਿਖਿਆ ਵੀ ਮੇਰੇ ਜਿਹੜੇ ਬਲਵੀਰ ਸਿੰਘ ਜੀ ਪੈਸੇ ਦੇ ਰਹੇ ਨੇ ਮੈਨੂੰ। ਜੇ ਉਹ ਦੇ ਰਹੇ ਨੇ ਉਹਦਾ ਰਿਲੇਸ਼ਨ ਕੀ ਆ? ਉਸ ਟਾਈਮ ਇਹਦਾ ਰਿਲੇਸ਼ਨ ਕੋਈ ਨਹੀਂ ਸੀਗਾ। ਮਾਰਚ 2018 ਦੇ ਵਿੱਚ 1.25 ਸਾਲ ਬਾਅਦ ਮੈਰਿਜ ਹੋਈ ਹੈ। ਜੇ ਉਹ 7 ਅਗਸਤ 2019 ਨੂੰ, ਜੇ ਉਹ ਵਿਆਹ ਕਰਕੇ ਨੂੰਹ ਤੇ ਪੈਸੇ ਲਾਣੇ, ਉਹ ਮੰਨ ਲੈਂਦੇ ਆ ਵੀ ਚਲੋ ਸਹੁਰੇ ਨੇ ਲਾਏ, ਮੇਰੇ ਘਰ ਵਾਲੇ ਨੇ ਲਾਏ। ਜਿਵੇਂ $5420 ਦੀ ਫੀਸ ਭੇਜੀ ਆ ਉਹਨੇ ਵਿਆਹ ਤੋਂ ਬਾਅਦ, ਉਹ ਮੰਨ ਸਕਦੇ ਆ ਵੀ ਉਹਦੇ ਹਸਬੈਂਡ ਨੇ ਭੇਜੀ ਆ, ਕਿਉਂਕਿ ਮੈਂ ਲਵਪ੍ਰੀਤ ਦੀ ਐਂਟਰੀ ਦੇਖੀ ਆ, ਉਹ ਹਸਬੈਂਡ ਨੇ ਭੇਜੀ ਆ। ਪਰ ਮੈਨੂੰ ਇਹ ਦੱਸਿਆ ਕਿ ਮਾਰਚ 2018 'ਚ ਤੱਕ ਤੇਰਾ ਕੀ ਰਿਲੇਸ਼ਨ ਸੀ ਬਲਵੀਰ ਸਿੰਘ ਨਾਲ? ਸਹੁਰਾ ਸੀ ਕਿ ਚਾਚਾ ਸੀ, ਮਾਮਾ ਸੀ, ਤਾਇਆ ਸੀ? ਮੈਨੂੰ ਇਹ ਸ਼ੋਅ ਕਰੇ। ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕੀ ਕਹੂਗੀ ਵੀ ਉਹ ਕੌਣ ਸੀ ਇਹਦਾ? ਦੂਸਰੀ ਗੱਲ, ਇਸ ਤੋਂ ਇਲਾਵਾ ਹੋਰ ਮੈਂ 3-4 ਚੀਜ਼ਾਂ ਨਹੀਂ ਦੱਸ ਰਿਹਾ, ਬਹੁਤ ਸਟਰੋਂਗ ਪੁਆਇੰਟ ਜਿਹੜੇ ਫੜੇ ਨੇ ਇਹਦੇ ਖਿਲਾਫ ਜਾਣੇ ਨੇ, ਜਿਹੜੇ ਮੈਂ ਤੁਹਾਨੂੰ ਇੱਕ ਇਹ ਸਟਰੋਂਗ ਇੱਕੋ ਦੱਸ ਰਿਹਾ ਤੁਹਾਨੂੰ ਮੈਂ ਵੀ ਇਹ ਕਿਵੇਂ ਸਾਬਤ ਕਰੂਗੀ। ਮਾਰਚ 2018 'ਚ ਉਹਨੇ ਕਿਹਦੇ ਪੈਸੇ ਸੀਗੇ? ਜੇ ਉਦੋਂ ਪੈਸੇ ਲਏ ਸੀ ਬਲਵੀਰ ਸਿੰਘ ਤੋਂ, ਇੱਕ ਕੰਟਰੈਕਟ ਮੈਰਿਜ ਹੋਈ ਸੀ ਇਹਦੀ। ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ 4 ਕੱਢ ਕੇ ਦੇਖ ਲਿਓ, 2 ਨੇ ਜੀ। ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਹੈ, ਇੱਕ ਰੈਗੂਲੇਸ਼ਨ ਹੈ। ਰੈਗੂਲੇਸ਼ਨ ਦੇ ਵਿੱਚ 4 'ਚ ਲਿਖਿਆ ਹੋਇਆ ਵੀ ਮੈਰਿਜ ਆਫ ਕਨਵੀਨੀਅੰਸ ਬੈਡ ਫੇਥ ਟੂ ਗੇਨ ਦਾ ਇਮੀਗ੍ਰੇਸ਼ਨ ਆਫ ਕੈਨੇਡਾ। ਤੁਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਲਈ, ਸਟੱਡੀ ਪਰਮਿਟ ਜਾਂ ਵਰਕ ਪਰਮਿਟ ਜਾਂ PR ਲੈਣ ਲਈ ਤੁਸੀਂ ਝੂਠੀ ਮੈਰਿਜ ਕਰਦੇ ਹੋ, ਕੰਟਰੈਕਟ ਮੈਰਿਜ ਕਰਦੇ ਹੋ। ਉਹ ਇੱਕ ਕੰਟਰੈਕਟ ਮੈਰਿਜ ਦਾ ਕੇਸ ਹੈ। 13,80,000 ਲਿਆ ਪਹਿਲਾਂ, 16 ਮਾਰਚ ਨੂੰ ਇਹਨੇ ਲਏ, 20 ਮਾਰਚ ਨੂੰ ਇਹਨੇ ਕਾਲਜ ਫੀਸ ਭੇਜਦੀ, ਉਹਦੀ ਰਸੀਦ ਮੇਰੇ ਕੋਲ ਹੈਗੀ ਹੈ। 20 ਮਾਰਚ ਨੂੰ ਇਹਨੇ ਭੇਜਿਆ ਕਾਲਜ ਫੰਡ। ਉਸ ਤੋਂ ਬਾਅਦ ਇਹਨੇ ਵੀਜ਼ਾ ਲਾਤਾ ਜੀ ਆਪਣਾ, ਠੀਕ ਹੈ, ਐਪਲੀਕੇਸ਼ਨ ਲਾਤੀ। ਇਹਦਾ ਅਪ੍ਰੈਲ 'ਚ ਵੀਜ਼ਾ ਆ ਗਿਆ, 4 ਮਈ ਤੋਂ ਇਹਦਾ ਵੀਜ਼ਾ ਲੱਗਿਆ। ਤੇ ਉਹ ਸਾਬਿਤ ਕਰੇ ਵੀ ਉਹ ਪੈਸੇ ਉਹ ਤੋਂ ਕਿਉਂ ਲਏ ਸੀ, ਕਿਉਂਕਿ ਉਹ ਸਾਡੇ ਕੋਲ ਐਫੀਡੇਵਿਟ ਨੇ, ਦੈਟ ਵਾਜ਼ ਅ ਪਾਰਟ ਆਫ ਕੰਟਰੈਕਟ, ਠੀਕ ਹੈ। ਉਹ ਸਾਫ਼ ਕਹ ਰਹੀ ਹੈ ਕਿ ਮੇਰੇ ਕੋਲੋਂ ਪੈਸੇ ਨਹੀਂ ਸੀਗੇ। ਪੇਰੈਂਟਸ, ਕੈਨੇਡਾ ਜਿਹੜੀ ਸਰਕਾਰ ਹੈ ਨਾ, ਕੈਨੇਡਾ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ, ਇੱਥੇ ਸਭ ਕੁਝ ਚੱਲੀ ਜਾਂਦਾ। ਆਪਾਂ ਪੈਸੇ ਵੀ ਦੇ ਦਿੰਦੇ ਹਾਂ, ਘਪਲੇ ਵੀ ਕਰ ਲੈਂਦੇ ਹਾਂ, ਆਪਾਂ ਮਕਾਨਾਂ ਦੀ ਰਜਿਸਟਰੀਆਂ ਕਰਾਉਂਦੇ ਹਾਂ, ਘੱਟ ਲਿਖ ਲੈਂਦੇ ਹਾਂ, ਫਲਾਣਾ ਟਿਮਕਾ, ਇੰਡੀਆ ਚੱਲੀ ਜਾਂਦਾ। ਕੈਨੇਡਾ 'ਚ ਨਹੀਂ ਚੱਲਦਾ ਇਹ। ਕੈਨੇਡਾ 'ਚ ਇਹਨੂੰ ਇਸ ਚੀਜ਼ ਦਾ ਇੱਕ ਚੀਜ਼ ਦੱਸਿਆ ਮੈਂ ਹੋਰ, ਜਿੱਥੇ ਝੂਠ ਬੋਲੇ ਨੇ ਉਹ ਵੀ ਪੁਆਇੰਟ, ਉਹ ਬਹੁਤ ਸੀਰੀਅਸ ਕ੍ਰਾਈਮ ਹੈ, ਕਿਉਂਕਿ ਕੰਟਰੀ ਆਫ ਇਮੀਗ੍ਰੈਂਟਸ ਹੈ ਕੈਨੇਡਾ। ਉੱਥੇ ਹਰ ਚੀਜ਼ ਇਹ ਚੀਜ਼ ਦੇਖਦੇ ਨੇ ਵੀ ਲੋਕੀ ਫਰਾਡੂਲੈਂਟ ਡਾਕੂਮੈਂਟ ਲਾ ਕੇ ਆਉਂਦੇ ਨੇ, ਝੂਠ ਬੋਲਦੇ ਨੇ, ਯੈਸ ਨੋ ਕਰਦੇ ਨੇ, ਉਹ ਸਾਰਾ ਕੁਝ ਫੜ ਲੈਂਦੇ ਨੇ। ਜੇ ਸ਼ਿਕਾਇਤ ਜਾਵੇ ਤਾਂ ਪਹਿਲਾਂ ਨੂੰ ਤਾਂ ਪਤਾ ਨਹੀਂ ਚੱਲਦਾ, ਪਰ ਕਈ ਵਾਰ ਵੀਜ਼ਾ ਆਫਿਸਰ ਨੂੰ ਪਤਾ ਲੱਗ ਜਾਂਦਾ। ਜੇ ਸ਼ਿਕਾਇਤ ਕਰੀਏ ਤਾਂ ਪਤਾ ਲੱਗ ਜਾਂਦਾ ਉਹਨਾਂ ਨੂੰ ਸਾਰਾ, ਫਿਰ ਉਹ ਇਨਵੈਸਟੀਗੇਸ਼ਨ ਪੂਰੀ ਕਰਦੇ ਨੇ। ਉਹਦਾ ਮੈਨੂੰ ਜਵਾਬ ਦੇ ਵੀ ਉਸ ਟਾਈਮ ਇਹਦਾ ਕੀ ਰਿਲੇਸ਼ਨ ਸੀਗਾ ਬਲਵਿੰਦਰ ਸਿੰਘ ਜੀ ਨਾਲ, ਲਾਡੀ ਦੇ ਡੈਡੀ ਨਾਲ, ਜਿਹੜਾ 13,80,000 ਲਿਆ। ਉਹਦੀ ਮੈਨੂੰ ਜਸਟੀਫਿਕੇਸ਼ਨ ਦੇਵੇ ਪਹਿਲਾਂ ਕੈਨੇਡਾ ਦੇ ਕਾਨੂੰਨ ਦੇ ਹਿਸਾਬ ਨਾਲ। ਠੀਕ ਹੈ, ਥੈਂਕ ਯੂ ਸੋ ਮਚ ਅਸ਼ੋਕ ਸਰ, ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ। ਜੋ ਕੁਐਰੀ ਸੀਗੀਆਂ, ਜੋ ਬੇਅੰਤ ਦੇ ਸਵਾਲ ਮੈਂ ਉਹਨੂੰ ਵੀ ਪੁੱਛੇ, ਹਾਲਾਂਕਿ
ਬਹੁਤ ਸਾਰੇ ਸਵਾਲਾਂ ਦੇ ਉਹਨੇ ਜਵਾਬ ਨਹੀਂ ਦਿੱਤੇ। ਉਹਦੇ ਰਿਲੇਟਿਵ ਦੇ ਨਾਲ ਕਾਨਫਰੰਸ ਕਾਲ ਸੀਗੀ, ਵਿੱਚ ਉਹ ਵੀ ਆਨਸਰ ਕਰਦੇ ਪਏ ਸੀ, ਬੇਅੰਤ ਚੁੱਪ ਹੋ ਜਾਂਦੀ ਸੀ ਜਾਂ ਰੋਣ ਲੱਗ ਜਾਂਦੀ ਸੀ। ਪਰ ਮੈਂ ਸਵਾਲ ਉਹਨੂੰ ਬੜੇ ਬਾਕਾਇਦਾ ਸੰਜੀਦਗੀ ਦੇ ਨਾਲ ਪੁੱਛੇ ਕਿ ਤੂੰ ਆਪਣਾ ਹੁਣ ਪੱਖ ਰੱਖੇਂਗੀ ਜਾਂ ਨਹੀਂ। ਕੁਝ ਵੀ ਉਹਦੇ ਵੱਲੋਂ ਸਪਸ਼ਟੀਕਰਨ ਬਾਕਾਇਦਾ ਤੌਰ ਤੇ ਨਹੀਂ ਦਿੱਤਾ ਗਿਆ, ਵਕੀਲ ਦੇ ਨਾਲ ਗੱਲਬਾਤ ਵੀ ਨਹੀਂ ਹੋ ਰਹੀ। ਅਸੀਂ ਉਮੀਦ ਕਰਦੇ ਹਾਂ ਕਿ ਜੋ ਚੀਜ਼ਾਂ ਨੇ, ਸੱਚ ਜੋ ਹੈ ਉਹ ਅੱਗੇ ਨਿਕਲ ਕੇ ਆਵੇ, ਚਾਹੇ ਜਿਹੜੇ ਪੱਖ ਦਾ ਵੀ ਹੈ, ਕਿਉਂਕਿ ਸੱਚ ਹਮੇਸ਼ਾ ਲੋਕ ਮੰਗਦੇ ਨੇ ਕਿ ਜੋ ਸੱਚ ਹੈ ਜ਼ਰੂਰ ਅੱਗੇ ਆਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਟਾਈਮ ਦਿੱਤਾ ਤੇ ਹੋਪ ਸੋ ਜੋ ਤੁਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਹੋ ਕਿਤੇ ਨਾ ਕਿਤੇ ਨੇਪਰ ਜ਼ਰੂਰ ਚੜੇਗਾ।